ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਪੰਜਾਬ ਦੇ ਜੀਰਾ ਵਿੱਚ ਸ਼ਰਾਬ ਫੈਕਟਰੀ ਵਿਰੁੱਧ ਚੱਲ ਰਹੇ ਲੋਕ ਅੰਦੋਲਨ ਨਾਲ ਸਰਕਾਰ ਕਿਵੇਂ ਪੁਲਸੀਆ ਤਰੀਕਿਆਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰਦੀ ਆ ਰਹੀ ਹੈ, ਇਹ ਨਜ਼ਾਰੇ ਤੁਸੀਂ ਨਿੱਤ ਆਪਣੀ ਉਹ ਵੱਡੀ ਸਾਰੀ ਟੀਵੀ ਸਕਰੀਨ ਜਾਂ ਮੋਬਾਈਲ ਦੀ ਛੋਟੀ ਸਕਰੀਨ ਉੱਤੇ ਦੇਖ ਰਹੇ ਹੋ। ਕਿਤੇ ਵੀ ਅਧਿਆਪਕ ਨੌਕਰੀਆਂ ਮੰਗ ਰਹੇ ਹੋਣ, ਆਂਗਨਵਾੜੀ ਵਰਕਰ ਕਿਤੇ ਵਧੇਰੇ ਤਨਖਾਹ ਮੰਗਣ ਲਈ ਧਰਨਾ ਲਾਉਣ, ਖੇਤ ਮਜ਼ਦੂਰ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ ਜਾਂ ਫਿਰ ਕਿਸਾਨ MSP ਮੰਗਣ ਲਈ ਟਰਾਲੀਆਂ ਉੱਤੇ ਚੜ੍ਹ ਧਰਨੇ ਵਿੱਚ ਪਹੁੰਚਣ, ਤਾਂ ਸੱਤਾ ਉਹਨਾਂ ਦੀਆਂ ਮੰਗਾਂ ਵੱਲ ਕਿਵੇਂ ਮੁਖਾਤਬ ਹੁੰਦੀ ਹੈ। ਸ਼ਹਿਰੇ ਖੂਬਸੂਰਤ ਚੰਡੀਗੜ੍ਹ ਵਿੱਚ ਨਾ ਦਾਖਲ ਹੋ ਜਾਣ ਕਿਸਾਨ ਕਿਤੇ, ਇਹਦੇ ਲਈ ਮੋਹਾਲੀ ਦੇ ਬਾਰਡਰ ਉੱਤੇ ਹਿੰਦ ਪਾਕਿਸਤਾਨ ਦੇ ਯੁੱਧ ਵਰਗੀਆਂ ਤਿਆਰੀਆਂ ਕੀਤੀਆਂ ਜਾਂਦੀਆਂ। ਪਾਣੀ ਵਾਲੀ ਤੋਪ ਤਾਂ ਇਵੇਂ ਚੱਲਦੀ ਹੈ ਜਿਵੇਂ ਹੋਲੀ ਵਾਲੇ ਦਿਨ ਬੱਚੇ ਪਿਚਕਾਰੀਆਂ ਨਾਲ ਮਜ਼ੇ ਲੈਣ। ਲਾਠੀ ਚਾਰਜ ਦੀ ਖਬਰ ਨਾਲ ਨਾ ਤਾਂ ਕੋਈ ਸਰਕਾਰ ਹਿਲ ਜਾਂਦੀ ਹੈ, ਨਾ ਹੀ ਹੁਣ ਪੱਤਰਕਾਰ ਹਿਲਦੇ ਨੇ। ਇਹ ਰੂਟੀਨ ਹੈ। ਪੁਲਸੀਆ ਲਾਠੀ ਚਾਰਜ ਦੀਆਂ ਸੁਰਖੀਆਂ ਨਿੱਤ ਇਵੇਂ ਛਪਦੀਆਂ ਨੇ ਜਿਵੇਂ ਕੋਈ ਮੰਡੀਆਂ ਦੇ ਭਾਅ ਛਪਦੇ ਨੇ ਜਾਂ ਮੌਸਮ ਬਾਰੇ ਜਾਣਕਾਰੀ। ਨਿੱਤ ਇਨਸਾਨੀਅਤ ਦੀਆਂ ਛਿਲਤਰਾਂ ਲੈਂਦੀਆਂ ਨੇ, ਪਰ ਅਸਰ ਹੋਣਾ ਬੰਦ ਹੋ ਗਿਆ। ਹੋਵਰ ਇਹ ਸਾਰੇ ਰੋ ਭਰੇ ਧਰਨੇ ਪ੍ਰਦਰਸ਼ਨ ਹੁੰਦੇ ਹੀ ਕਿਉਂ ਹਨ? ਕਿਉਂ ਤਲਬਗਾਰ ਪਾਣੀ ਦੀਆਂ ਟੈਂਕੀਆਂ ਉੱਤੇ ਚੜ੍ਹ ਜਾਂਦੇ ਹਨ? ਕਿਉਂ ਅਸੈਂਬਲੀ ਵੱਲ ਕੂਚ ਕਰਦੇ ਹਨ ਕਿਸਾਨ, ਮਜ਼ਦੂਰ, ਨੌਜਵਾਨ? ਗੱਲ ਤਾਂ ਛੋਟੀ ਜਿਹੀ ਹੈ। ਉਹ ਹਕੂਮਤ ਨੂੰ ਆਪਣੀ ਗੱਲ ਸੁਣਾਉਣੀ ਚਾਹ ਰਹੇ ਹੁੰਦੇ ਆ। ਇਹ ਸਾਡੀਆਂ ਮੁਸ਼ਕਲਾਂ ਹਨ, ਇਹ ਸਾਡੀਆਂ ਮੰਗਾਂ ਹਨ, ਇਹ ਸਾਡੇ ਮਸਲੇ ਹਨ, ਸਾਡੀ ਗੱਲ ਸੁਣੋ, ਸਾਡੇ ਨਾਲ ਗੱਲ ਕਰੋ, ਇਹਦਾ ਕੋਈ ਹੱਲ ਕਰੋ। ਹਕੂਮਤ ਦਾ ਆਪਣਾ ਫੀਡਬੈਕ ਸਿਸਟਮ ਕਿਉਂ ਨਹੀਂ ਕੰਮ ਕਰਦਾ? ਮਾਮਲਾ ਪੁਲਸੀਆ ਲਾਠੀ ਚਾਰਜ, ਪਾਣੀ ਵਾਲੀ ਤੋਪ, ਅਥਰੂ ਗੈਸ ਦੇ ਗੋਲਿਆਂ, ਉਹ ਹਵਾ ਵਿੱਚ ਫਾਇਰਿੰਗ, ਕਦੀ-ਕਦੀ ਸਿੱਧੀਆਂ ਗੋਲੀਆਂ ਤੱਕ ਕਿਵੇਂ ਪਹੁੰਚਦਾ ਹੈ? ਕਿਸੇ ਲੋਕਤੰਤਰ ਵਿੱਚ ਲੋਕਾਂ ਦੀ ਪੁਲਿਸ ਦੁਆਰਾ ਲੋਕਾਂ ਦੇ ਸਾਹਮਣੇ, ਟੀਵੀ ਕੈਮਰਿਆਂ ਦੇ ਸਾਹਮਣੇ ਲੋਕਾਂ ਦੀ ਕੁੱਟ ਸਮਾਜ ਨੂੰ ਆਲਮੋਸਟ ਕਿਉਂ ਪ੍ਰਵਾਨਗੀ ਹੋ ਚੁੱਕੀ ਹੈ? ਇਸ ਸਭ ਬਾਰੇ ਗੱਲ ਕਰਨ ਲਈ ਅਸੀਂ ਅੱਜ ਮਧੂ ਕੀਤਾ ਹੈ ਰਾਜੀਵ ਗੋਦਾਰਾ ਜੀ ਨੂੰ। ਸਿਆਸੀ ਕਾਰਕੁਨ ਵੀ ਨੇ, ਸ਼ੋਬੇ ਵਜੋਂ ਵਕੀਲ ਵੀ ਨੇ, ਸਵਰਾਜ ਇੰਡੀਆ ਦੇ ਨਾਲ ਜੁੜੇ ਹੋਏ ਨੇ। ਇਹ ਮਸਲੇ ਲਾਠੀ ਚਾਰਜ ਤੋਂ ਬਾਅਦ ਅਦਾਲਤਾਂ ਵਿੱਚ ਕਿਵੇਂ ਨਿਪਟਦੇ ਨੇ ਤੇ ਧਰਨਿਆਂ ਪ੍ਰਦਰਸ਼ਨਾਂ ਬਾਰੇ ਕਿਵੇਂ ਸਰਕਾਰਾਂ ਜਾਂ ਇਨਸਾਫ ਦੇ ਤਲਬਗਾਰ ਅਦਾਲਤਾਂ ਦੇ ਦਰਵਾਜ਼ੇ ਖੜਕਾਉਂਦੇ ਨੇ ਜਾਂ ਫਿਰ ਪੁਲਿਸ ਦੇ ਨਾਲ ਖੜਕਦੇ ਨੇ, ਇਹ ਸਭ ਨੂੰ ਬੜੀ ਨੇੜਿਓਂ ਨਜਿੱਠਦੇ ਨੇ। ਸਾਡੇ ਨਾਲ ਕਮਲਜੀਤ ਜੀ ਜੁੜ ਰਹੇ ਨੇ। ਕਮਲਜੀਤ ਜੀ ਖੱਬੇ ਪੱਖੀ ਮੁਹਾਜ਼ ਦੇ ਨਾਲ ਕੰਮ ਕਰਦੇ ਨੇ, CPI ML ਦੇ ਸੀਨੀਅਰ ਕਾਰਕੁਨ ਨੇ। ਬਹੁਤ ਸਾਰੇ ਅਜੇ ਧਰਨੇ ਮੁਜ਼ਾਹਰਿਆਂ ਦਾ ਮੂਰਲੀਆਂ ਸਫਾਂ ਦੇ ਵਿੱਚ ਹਿੱਸਾ ਰਹੇ ਨੇ ਤੇ ਫਿਰ ਪੁਲਿਸ ਦੇ ਥਾਣਿਆਂ ਵਿੱਚ ਮੁਜ਼ਾਹਰਾਕਾਰੀਆਂ ਨਾਲ ਜੋ ਹੁੰਦਾ ਹੈ ਉਹਦੇ ਜੇ ਕਮਲਜੀਤ ਜੀ ਮੈਂ ਕਹਿ ਦਿਆਂ ਤੇ ਵਿਸਮਾਦੀ ਗਵਾਹ ਵੀ ਹੋ, ਭੁਗਤ ਭੋਗੀ ਵੀ ਨੇ ਤੇ ਵਿਸਮਾਦੀ ਗਵਾਹ ਵੀ ਨੇ। ਰਾਜੀਵ ਗੋਦਾਰਾ ਜੀ, ਇਟ ਸਰਪ੍ਰਾਈਜ਼ਸ ਮੀ ਕਿ ਇਹਦਾ ਨਾਮ ਅਸੀਂ ਰੱਖ ਦਿੱਤਾ ਲਾਠੀ ਚਾਰਜ, ਕਿਉਂਕਿ ਇੱਕ ਟਰਮ ਮਿਲ ਗਈ ਹੈ, ਇਸ ਕਰਕੇ ਅਖਬਾਰ ਦੇ ਵਿੱਚ ਸੁਰਖੀ ਲਾਣੀ ਆਸਾਨ ਹੋ ਜਾਂਦੀ ਹੈ। ਅਦਰਵਾਈਜ਼ ਇਹ ਟੈਕਸ ਪੇਅਰ ਦੇ ਪੈਸੇ ਨਾਲ ਇੰਪਲੋਏ ਕੀਤੇ ਬੰਦਿਆਂ ਵੱਲੋਂ ਜਨਤਾ ਦੇ ਉੱਤੇ ਇੱਕ ਫਿਜ਼ੀਕਲ ਅਸੌਲਟ ਦਾ ਰੂਟੀਨ ਹੈ ਸੜਕਾਂ ਦੇ ਉੱਤੇ। ਤੇ ਇਹਦੀ ਪ੍ਰਵਾਨਗੀ ਇੱਥੋਂ ਤੱਕ ਹੋ ਚੁੱਕੀ ਹੈ ਕਿ ਇਹ ਸੱਚੀ ਗੱਲ ਹੈ ਕਿ ਇਹ ਨਹੀਂ ਹੈ ਕਿ ਸਵੇਰੇ ਫੋਟੋਆਂ ਦੇਖ ਕੇ ਅਖਬਾਰ ਦੇ ਵਿੱਚ ਤੇ ਕਿਸੇ ਦੇ ਘਰ ਚੁੱਲ੍ਹਾ ਨਹੀਂ ਜਲਦਾ ਹੋਵੇਗਾ ਕਿ ਅੱਜ ਇੰਨਾ ਮਨ ਖਰਾਬ ਹੈ, ਦੇਖੋ ਨੌਜਵਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ, ਨਰਸਾਂ ਦੇ ਉੱਤੇ ਅੱਜ ਡਾਕਟਰ ਕੁੱਟੇ ਗਏ ਨੇ, ਅੱਜ ਕਿਸਾਨ ਮਜ਼ਦੂਰ ਕੁੱਟੇ ਗਏ ਨੇ। ਆਫਟਰ ਆਲ ਸਰਕਾਰਾਂ ਨੂੰ ਇਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ, ਸਰਕਾਰਾਂ ਦਾ ਵੀ ਨੁਕਸਾਨ ਹੀ ਹੁੰਦਾ। ਇਹਦੇ ਨਾਲ ਸਿਸਟਮ ਦੇ ਵਿੱਚ ਇਨਸਟੇਬਿਲਿਟੀ ਆਉਂਦੀ ਹੈ, ਡੀਸਟੇਬਲਾਈਜੇਸ਼ਨ ਹੁੰਦੀ ਹੈ, ਫਿਰ ਇਹ ਮਾਮਲੇ ਅਦਾਲਤਾਂ ਵਿੱਚ ਜਿਵੇਂ ਭੁਗਤਦੇ ਨੇ। ਇਹ ਉਹੀ ਸਰਕਾਰਾਂ ਨੇ ਜਿਹੜੀਆਂ ਵੋਟਾਂ ਲੈਣ ਲਈ ਲੋਕਾਂ ਦੇ ਤਰ੍ਹਾਂ ਦੇ ਛੋਟੇ ਵੱਡੇ ਮਸਲੇ ਸੋਲਵ ਕਰਨ ਲਈ ਤਰਲੋ ਮੱਛੀ ਹੋਈਆਂ ਹੁੰਦੀਆਂ ਨੇ ਕਿ ਸਾਡੇ ਤੋਂ ਭਾਵੇਂ ਲੀਗਲੀ ਇਲੀਗਲੀ ਕੋਈ ਕੰਮ ਕਰਾ ਲਵੋ, ਸਾਨੂੰ ਵੋਟਾਂ ਚਾਹੀਦੀਆਂ ਨੇ। ਇਹ ਫੀਡਬੈਕ ਸਿਸਟਮ ਸਰਕਾਰ ਦਾ ਕਿਉਂ ਨਹੀਂ ਬਣ ਸਕਿਆ? ਕਿਉਂਕਿ ਅੰਤ ਲਾਠੀ ਚਾਰਜ ਖਾ ਕੇ ਤੇ ਪਾਣੀ ਦੀਆਂ ਤੋਪਾਂ ਕੇ ਸਹਿ ਕੇ ਮਾਮਲਾ ਤਾਂ ਇੱਥੇ ਹੀ ਨਿਪਟਦਾ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾ ਦਿਓ ਜਾਂ ਅੱਜ DC ਸਾਹਿਬ ਨਾਲ ਮੀਟਿੰਗ ਕਰਾ ਦਿਓ। ਹਾਊ ਕਮ ਕਿ ਇਹਨਾਂ ਚੀਜ਼ਾਂ ਨੂੰ ਪਹਿਲਾਂ ਨਹੀਂ ਕੀਤਾ ਜਾਂਦਾ ਤੇ ਇਹਨਾਂ ਸਾਰਾ ਕੁਝ ਹੋਣ ਦੇ ਬਾਵਜੂਦ ਕਿਤੇ ਕੋਈ ਸਟੈਪਸ ਇਹੋ ਜਿਹੇ ਨਹੀਂ ਦਿਖਾਈ ਦੇ ਰਹੇ ਕਿ ਕੋਈ ਕੋਸ਼ਿਸ਼ ਕਰ ਰਿਹਾ ਹੋਵੇ ਕਿ ਇਸ ਤੋਂ ਕਿਵੇਂ ਬਚਿਆ ਜਾ ਸਕਦਾ? ਮੈਨੂੰ ਲੱਗਦਾ ਜਿਹੜੀ ਸਰਕਾਰਾਂ ਦੀ ਸੰਵਾਦ ਨਾ ਕਰਨ ਦੀ ਜਿਹੜੀ ਆਦਤ ਹੈ ਜਾਂ ਉਹਨਾਂ ਦੀ ਪੂਰੀ ਪ੍ਰੈਕਟਿਸ ਹੈ, ਇਹ ਉੱਥੋਂ ਸਾਰੀ ਗੱਲ ਨਿਕਲਦੀ। ਜਿਵੇਂ ਤੁਸੀਂ ਕਿਹਾ ਵੀ ਲਾਠੀ ਚਲਾਉਣ ਤੋਂ ਬਾਅਦ, ਪ੍ਰੋਟੈਸਟ ਹੋਣ ਤੋਂ ਬਾਅਦ, ਗੱਲ ਅੱਗੇ ਵਧਣ ਤੋਂ ਬਾਅਦ ਫਿਰ ਗੱਲਾਂ ਹੀ ਹੁੰਦੀਆਂ ਨੇ, ਗੱਲਾਂ 'ਚ ਨਿਬੜਦਾ। ਤੁਹਾਨੂੰ ਯਾਦ ਹੋਏਗਾ ਜਿਹੜੇ ਅੱਜ ਪੰਜਾਬ ਦੇ ਮੁੱਖ ਮੰਤਰੀ ਨਹੀਂ ਸੀ ਹੈਗੇ, ਉਹ ਜਦੋਂ ਨਹੀਂ ਸੀ ਉਹ ਕਹਿੰਦੇ ਸੀ ਸਾਡੇ ਰਾਜ ਦੇ ਵਿੱਚ ਕੋਈ ਪ੍ਰੋਟੈਸਟ ਨਹੀਂ ਹੋਏਗਾ।
ਉਹਦਾ ਮਤਲਬ ਇਹ ਤਾਂ ਨਹੀਂ ਸੀ ਕਿ ਲੋਕਾਂ ਦੇ ਕੋਈ ਤਕਲੀਫਾਂ ਨਹੀਂ ਹੋਣਗੀਆਂ, ਲੋਕਾਂ ਦੇ ਕੋਈ ਦੁੱਖ ਨਹੀਂ ਹੋਣਗੇ, ਕੋਈ ਪਰੇਸ਼ਾਨੀ ਨਹੀਂ ਹੋਏਗੀ ਕਿ ਆਪਦੀ ਗੱਲ ਨਾ ਚੁੱਕਣ। ਉਹਦਾ ਮਤਲਬ ਸ਼ਾਇਦ ਇਹੀ ਸੀਗਾ ਕਿ ਅਸੀਂ ਲੋਕਾਂ ਨਾਲ ਇੰਨਾ ਐਡਵਾਂਸ 'ਚ ਡਾਇਲੋਗ ਕਰਾਂਗੇ, ਉਹਨਾਂ ਦੀ ਜਿਹੜੀ ਸਮੱਸਿਆ ਉਹਦੇ ਨਾਲ ਡੀਲ ਕਰਾਂਗੇ ਤੇ ਉਹ ਨਹੀਂ ਹੋਏਗਾ। ਪਰੰਤੂ ਹੁਣ ਜੇ ਫਿਰ ਹਾਲਤ ਹੋਈ ਹੈ, ਕੋਈ ਐਜ਼ ਅ ਇੰਸਟੀਟਿਊਸ਼ਨ ਨਹੀਂਗਾ ਜਿੱਥੇ ਜਿਹੜੇ ਵਰਗ ਦੀ ਪ੍ਰੋਬਲਮ ਹੈਗੀ ਉਹ ਜਦੋਂ ਸਾਮੂਹਿਕ ਰੂਪ ਤੇ ਉਠਾਉਂਦੇ ਨੇ ਤੇ ਉੱਥੇ ਜਾ ਕੇ ਚਰਚਾ ਹੁੰਦੀ ਹੋਵੇ, ਉੱਥੇ ਦਾਇਰਿਆਂ ਦੇ ਵਿੱਚ ਚਰਚਾ ਹੁੰਦੀ ਹੋਵੇ, ਕਾਨੂੰਨ ਦੇ ਦਾਇਰੇ ਦੇ ਵਿੱਚ ਚਰਚਾ ਹੁੰਦੀ ਹੋਵੇ। ਮੈਨੂੰ ਨਹੀਂ ਲੱਗਦਾ ਕਿ ਹਲੇ ਤੱਕ ਕੋਈ ਪ੍ਰੋਟੈਸਟਰ ਇਹ ਜਿਹੇ ਨੇ ਜਿਹੜੇ ਕਹਿੰਦੇ ਅਸੀਂ ਨਾ ਕਾਨੂੰਨ ਮੰਨਦੇ ਨਾ ਅਸੀਂ ਸਰਕਾਰ ਮੰਨਦੇ, ਅਸੀਂ ਤਾਂ ਕਰਨਾ ਹੀ ਹੈ। ਇਹ ਤਾਂ ਕੋਈ ਨਹੀਂ ਕਹਿੰਦਾ। ਜਦੋਂ ਇਹ ਜੇ ਕੋਈ ਨਹੀਂ ਕਹਿੰਦਾ ਤੇ ਫਿਰ ਤੁਸੀਂ ਡਾਇਲੋਗ ਦੇ ਰਾਹੀਂ ਉੱਥੇ ਤੱਕ ਗੱਲ ਕਿਉਂ ਨਹੀਂ ਲੈ ਕੇ ਜਾ ਸਕਦੇ? ਇਹ ਪ੍ਰੋਟੈਸਟ ਹੁੰਦੇ ਕਦੋਂ ਨੇ? ਪ੍ਰੋਟੈਸਟ ਕਰਨੇ ਕੋਈ ਇੰਨੇ ਆਸਾਨ ਨਹੀਂ ਪਏ ਕਿ ਤੁਸੀਂ ਕਹਤਾ ਆ ਜਾਓ ਤੇ ਲੋਕ ਆ ਜਾਣਗੇ। ਸਭ ਤੋਂ ਵੀਕੈਸਟ ਲੋਕ ਪ੍ਰੋਟੈਸਟ ਕਰ ਰਹੇ ਹੁੰਦੇ ਨੇ, ਸਭ ਤੋਂ ਕਮਜ਼ੋਰ ਪ੍ਰੋਟੈਸਟ ਕਰ ਰਿਹਾ ਹੁੰਦਾ ਜਿਹਨੂੰ ਕੁਝ ਨਹੀਂ ਮਿਲ ਰਿਹਾ ਹੁੰਦਾ। ਇਸ ਕਰਕੇ ਜਦੋਂ ਲਗਾਤਾਰ ਸਰਕਾਰਾਂ ਗੱਲ ਨਹੀਂ ਸੁਣਦੀਆਂ, ਸਰਕਾਰ ਉਹਨੂੰ ਇਹ ਕਹਿਣਾ ਕਿ ਤੁਹਾਡੀ ਆਹ ਗੱਲ ਇੰਨੀ ਠੀਕ ਹੈ ਇੰਨੀ ਗਲਤ ਹੈ, ਉਹ ਤਾਂ ਦੂਰ ਦੀ ਗੱਲ ਹੈ, ਸੁਣਦੀਆਂ ਹੀ ਨਹੀਂ, ਰਿਸਪੌਂਡ ਹੀ ਨਹੀਂ ਕਰਦੀਆਂ। ਤੇ ਜਦੋਂ ਲੋਕਾਂ ਨੂੰ ਲੰਬੇ ਸਮੇਂ ਤੱਕ ਲੱਗਦਾ ਹੈ ਕਿ ਉਹਨੂੰ ਰਿਸਪੌਂਡ ਨਹੀਂ ਕਰ ਰਹੀਆਂ, ਫੈਸਲਾ ਨਹੀਂ ਲੈ ਰਹੀਆਂ, ਫੀਡਬੈਕ ਵਾਲਾ ਸਿਸਟਮ ਦਾ ਬ੍ਰੇਕਡਾਊਨ ਕਿਉਂ ਹੈ? ਕਿ ਕਿਉਂ ਨਹੀਂ ਸੁਣੇਗਾ? ਬ੍ਰੇਕਡਾਊਨ ਦਾ ਮੇਰਾ ਫਾਇਦਾ ਸੁਣਨ ਵਿੱਚ ਹੈ ਤਾਂ ਮੈਂ ਕਿਉਂ ਨਹੀਂ ਸੁਣਾਂਗਾ? ਮੇਰੇ ਇਹਦੇ 'ਚ ਕੀ ਫਾਇਦਾ ਕਿ ਅਸੈਂਬਲੀ ਦੇ ਸਾਹਮਣੇ ਪਾਣੀ ਦੀ ਤੋਪ ਚੱਲ ਰਹੀ ਹੈ ਜਾਂ ਮੋਹਾਲੀ ਦੇ ਬਾਰਡਰ ਦੇ ਉੱਤੇ ਤਮਾਸ਼ਾ ਬਣਿਆ ਤੇ ਪੂਰਾ ਦੇਸ਼ ਦੇਖੇਗਾ ਅੱਜ ਕੀ ਹੋ ਰਹੇਗਾ? ਮੈਨੂੰ ਲੱਗਦਾ ਇੱਕ ਤਾਂ ਸੰਵੇਦਨਹੀਨਤਾ ਦਾ ਮਾਮਲਾ ਹੈ, ਦੂਜਾ ਸਰਕਾਰਾਂ ਫੈਸਲੇ ਲੈਣ ਤੋਂ ਭੱਜਦੀਆਂ ਨੇ। ਇਸ ਕਰਕੇ ਟਾਈਮ ਐਂਡ ਸਰਕਾਰਾਂ ਇਹ ਵੀ ਕਰਦੀਆਂ ਨੇ ਕਿ ਜਦੋਂ ਕੋਈ ਪ੍ਰੋਟੈਸਟ ਹੋ ਰਿਹਾ, ਕੁਝ ਹੋ ਰਿਹਾ, ਕਿਸੇ ਆਪਦੇ ਬੰਦੇ ਰਾਹੀਂ, ਕਿਸੇ ਕੋਈ ਹੋਰ ਬੰਦੇ ਰਾਹੀਂ ਕੋਰਟਾਂ 'ਚ ਮਾਮਲਾ ਚਲੇ ਜਾਵੇ ਤੇ ਕੋਰਟਾਂ ਫੈਸਲਾ ਕਰ ਦੇਵੇ, ਸਰਕਾਰ ਨੂੰ ਫੈਸਲਾ ਨਾ ਲੈਣਾ ਪਵੇ। ਤੁਸੀਂ ਲਗਾਤਾਰ ਕੇਸ ਦਰ ਕੇਸ ਵੇਖੋਗੇ। ਮੁੱਖ ਮੰਤਰੀ ਦੇ ਘਰ ਦੇ ਪ੍ਰੋਟੈਸਟ ਹੋਣਾ, ਕਿੰਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਕੇਸ ਹੋਏ ਨੇ, ਜਦੋਂ ਪਹਿਲਾਂ ਪਟੀਸ਼ਨ ਫਾਈਲ ਹੋ ਜਾਂਦੀ ਕਿ ਉੱਥੇ ਘਰ ਦਾ ਘੇਰਾਓ ਹੋਣਾ ਤੇ ਉਹ ਨਾ ਹੋਏ, ਸੜਕਾਂ ਨਾ ਰੋਕੀਆਂ ਜਾਣ, ਇੰਨਾ ਮੀਟਰ ਪਿੱਛੇ ਕੀਤਾ ਜਾਵੇ, ਸੜਕਾਂ ਨਾ ਰੋਕੀ ਜਾਣ। ਫਿਰ ਉਹ ਤੋਂ ਕਾਨੂੰਨ ਆ ਗਏ, ਜਿਹੜਾ ਪ੍ਰਾਈਵੇਟ ਪਬਲਿਕ ਪ੍ਰੋਪਰਟੀ ਡੈਮੇਜ ਐਕਟ ਦੇ ਕਾਨੂੰਨ ਕੋਰਟਾਂ ਦੇ ਰਾਹੀਂ ਸਲਾਹਾਂ ਤੋਂ ਆ ਗਏ। ਇਹ ਸਾਰਾ ਦਾ ਸਾਰਾ ਕੋਰਟਾਂ ਦੇ ਉੱਤੇ ਪਾਉਣ ਦੀ ਜਿਹੜੀ ਪਰੰਪਰਾ ਹੈ ਤੇ ਉਹ ਹੈ ਵੋਟ ਦਾ ਜੋੜ ਤੋੜ। ਇੱਕ ਪਾਸੇ ਵੋਟ ਦਾ ਜੋੜ ਤੋੜ, ਦੂਜੇ ਪਾਸੇ ਸਰਕਾਰ 'ਚ ਰਹਿੰਦੇ ਹੋਇਆ ਇਹ ਫੀਡਬੈਕ ਜਾਂ ਇਸ ਪੱਖ 'ਚ ਖੜੇ ਹੋ ਜਾਣਾ ਕਿ ਜੀ ਇਸ ਤਰ੍ਹਾਂ ਜੇ ਦਿੰਦੇ ਰਹੇ ਤੇ ਫਿਰ ਤਾਂ ਸਾਰਿਆਂ ਨੂੰ ਦੇਣਾ ਪੈਣਾ। ਇਸ ਤਰ੍ਹਾਂ ਦੇ ਕਈ ਸਾਰੇ ਲੌਜਿਕ ਕੰਮ ਕਰਦੇ ਨੇ ਉਹਨਾਂ ਦੇ ਦਿਮਾਗ ਦੇ, ਜਿਹਦੇ ਮਤਲਬ ਤਰਕਹੀਨ ਨੇ, ਜਿਹੜੇ ਲੌਜਿਕ ਵੀ ਨੇ ਉਹ ਤਰਕਹੀਨ ਨੇ। ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਨਾ, ਵਿੱਚੋਂ ਇੱਕ ਤਾਂ ਇਹਨਾਂ ਨੇ ਕਿਹਾ ਕਿ ਸਰਕਾਰਾਂ ਦੇ ਵਿੱਚ ਸੰਵੇਦਨਹੀਨਤਾ, ਉਹ ਸੁਣਦੀਆਂ ਹੀ ਨਹੀਂ ਹੈ। ਦੂਸਰਾ ਇਹਨਾਂ ਨੇ ਇਹ ਭਗਵੰਤ ਮਾਨ ਸਰਕਾਰ ਦੀ ਐਗਜ਼ਾਮਪਲ ਦਿੱਤੀ ਹੈ। ਕੁਐਸਚਨ ਹੈ ਕਿ ਇਹ ਸਰਕਾਰ ਦੇ ਨਾਲ ਕੋਈ ਪਾਰਟਿਕੂਲਰਲੀ ਇਹ ਪ੍ਰੋਬਲਮ ਨਹੀਂ ਹੈ, ਸਾਰੀਆਂ ਸਰਕਾਰਾਂ ਨਾਲ ਰਹੀ ਹੈ। ਇਹ ਨਹੀਂ ਹੈ ਕਿ ਅਕਾਲੀ ਸਰਕਾਰਾਂ ਵੇਲੇ ਲੋਕਾਂ ਦੇ ਡਾਂਗਾਂ ਨਹੀਂ ਪਈਆਂ ਜਾਂ ਕਾਂਗਰਸੀਆਂ ਨੇ ਲੋਕਾਂ ਨੂੰ ਮੁਹੱਬਤਾਂ ਕਰਕੇ ਤੇ ਜਫੀਆਂ ਪਾ ਕੇ ਕੋਈ ਮਸਲੇ ਸੋਲਵ ਕੀਤੇ ਨੇ। ਪਾਣੀ ਦੀਆਂ ਟੈਂਕੀਆਂ ਉੱਤੇ ਚੜ੍ਹਨ ਦਾ ਚਲਨ ਜਿਹੜਾ ਹੈ ਇਹ ਅਸੀਂ ਬੜੀ ਦੇਰ ਤੋਂ ਦੇਖ ਰਹੇ ਹਾਂ। ਅੱਗ ਲਾ ਕੇ ਇੱਥੇ ਸੜੀ ਆ ਔਰਤ ਇਸੇ ਸ਼ਹਿਰੇ ਖੂਬਸੂਰਤ ਦੇ ਨਾਲ ਹੀ ਜਾ ਕੇ। ਮੈਨੂੰ ਇੱਕ ਗੱਲ ਕਹੋ ਜੀ, ਕੀ ਸੰਵੇਦਨਹੀਨਤਾ ਦੋਨਾਂ ਪਾਸੇ ਨਹੀਂ ਹੈ? ਜੇ ਜਦੋਂ ਪੁਲਿਸ ਦੇ ਲਾਠੀ ਚਾਰਜ ਦੀ ਖਬਰ ਛਪਦੀ ਹੈ ਕਿ ਸਮਾਜ ਦੇ ਵਿੱਚ ਇਸ ਕਿਸਮ ਦੀ ਸੰਵੇਦਨਾ ਹੁੰਦੀ ਹੈ ਕਿ ਅਗਲੇ ਦਿਨ ਹਾਹਾਕਾਰ ਮੱਚੀ ਹੋਵੇ ਤਾਂ ਸਰਕਾਰ ਉੱਤੇ ਪ੍ਰੈਸ਼ਰ ਹੋਵੇ ਕਿ ਇਹ ਕੰਮ ਨਹੀਂ ਕਰਨਾ, ਇਹ ਤਾਂ ਬਹੁਤ ਮਾੜਾ ਹੋ ਗਿਆ ਅੱਜ। ਇਹ ਵੀ ਤਾਂ ਰੂਟੀਨ ਹੋ ਗਿਆ ਨਾ। ਜਦੋਂ ਗਰੀਬ ਆਪਣੀ ਗਰੀਬੀ ਤੋਂ ਬਹੁਤ ਜ਼ਿਆਦਾ ਦੁਖੀ ਹੋਣਾ ਬੰਦ ਕਰਕੇ ਜਿਵੇਂ ਵੀ ਕੰਮ ਚੱਲਦਾ ਉਵੇਂ ਚਲਾਉਣ ਲੱਗ ਜਾਵੇ, ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਉਹ ਆਪਣੀ ਗਰੀਬੀ ਪ੍ਰਤੀ ਸੰਵੇਦਨਹੀਨ ਹੋ ਗਿਆ। ਜਦੋਂ ਭੁੱਖਮਰੀ ਤੋਂ ਸ਼ਿਕਾਰ ਲੋਕ ਜਦੋਂ ਆਪਣੇ ਭੁੱਖੇ ਰਹਿਣ ਨੂੰ ਇੱਕ ਆਦਤ ਬਣਾ ਲੈਣ, ਉਹਨੂੰ ਆਪਾਂ ਥੋੜੀ ਕਹਿੰਦੇ ਸੰਵੇਦਨਹੀਨ ਹੋ ਗਏ ਨੇ। ਸੋ ਸ਼ਬਦ ਸੰਵੇਦਨਹੀਨ ਲੋਕਾਂ ਦੇ ਮਾਮਲੇ 'ਚ ਸਹੀ ਨਹੀਂ, ਸਰਕਾਰਾਂ ਦੇ ਮਾਮਲੇ, ਕਿਉਂਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਸੰਵੇਦਨਸ਼ੀਲ ਹੋਣਾ। ਲੋਕਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਿ ਉਹਨਾਂ ਨੇ ਆਪਦੇ ਪੈਂਦੀ ਕੁੱਟ ਪ੍ਰਤੀ ਸੰਵੇਦਨਸ਼ੀਲ ਹੋਣਾ। ਇਹ ਡਿਫਾਲਟ ਸਟੇਟਸ ਹੈ। ਜਦੋਂ ਲੋਕਾਂ ਦੇ ਕੁੱਟ ਪੈਂਦੀ ਹੋਵੇ ਉਹਨਾਂ ਨੇ ਕੁੱਟ ਦਾ ਦਰਦ ਹੁੰਦਾ ਹੈ, ਉਹ ਸੰਵੇਦਨਹੀਣ ਨਹੀਂ ਹੁੰਦੇ ਉਸ ਦੇ ਪ੍ਰਤੀ। ਸਗੋਂ ਇਹ ਹੁੰਦਾ ਕਿ ਕਈ ਵਾਰੀ ਉਹਨਾਂ ਵਾਸਤੇ ਦੂਜੇ ਸਵਾਲ ਇੰਨੇ ਵੱਡੇ ਬਣਾ ਦਿੱਤੇ ਜਾਂਦੇ ਨੇ ਕਿ ਉਹ ਕੁੱਟੀ ਛੋਟੀ ਹੋ ਜਾਂਦੀ ਹੈ। ਹਾਂ, ਉਹ ਆਪਣੇ ਆਪ ਨੂੰ ਇੱਕ ਪਰਮਾਨੈਂਟ ਵਿਕਟਿਮ, ਇੱਕ ਪਰਮਾਨੈਂਟ ਹਮੇਸ਼ਾ ਭੁਗਤਭੋਗੀ ਹੀ ਹੋਵਾਂਗੇ ਅਸੀਂ। ਸਾਡੀ ਡਾਂਗਾ ਪੈਣੀਆਂ ਨੇ, ਡਾਂਗਾ ਪੈਣੀਆਂ ਹੀ ਪੈਣੀਆਂ ਨੇ। ਧਰਨੇ 'ਚ ਜਾਣਾ ਜਿਵੇਂ ਅੱਜ ਸਮਾਜ ਦੇ ਵਿੱਚ ਮੁਸਲਿਮ ਰਹਿ ਰਿਹਾ, ਜਿਵੇਂ ਸਦੀਆਂ ਤੋਂ ਦਲਿਤ ਰਹਿ ਰਿਹਾ, ਹੁਣ ਆਮ ਨਾਗਰਿਕ ਹੈ ਉਸ ਪੋਜੀਸ਼ਨ 'ਚ ਪਹੁੰਚ ਗਿਆ। ਬਿਲਕੁਲ, ਉਹ ਇਹਨੂੰ ਆਪਾਂ ਮੈਂ ਉਹਦੀ ਸੰਵੇਦਨਹੀਨਤਾ ਨਹੀਂ ਕਹਾਂਗਾ ਕਿਸੇ ਵੀ ਹਾਲਤ 'ਚ। ਸਰਕਾਰਾਂ ਸੰਵੇਦਨਹੀਣ ਹੁੰਦੀਆਂ ਨੇ, ਸਰਕਾਰਾਂ ਜ਼ਰੂਰ ਸੰਵੇਦਨਹੀਣ ਹੁੰਦੀਆਂ ਨੇ। ਸੋ ਮੈਂ ਤਾਂ ਇਹ ਸਮਝ ਰਿਹਾ ਕੁਐਸਚਨ ਰਮੇਸ਼ ਕਿ ਸਮਾਜ ਦੇ ਵਿੱਚ ਹਾਹਾਕਾਰ ਤਾਂ ਮਚਣੀ ਚਾਹੀਦੀ ਹੈ ਨਾ। ਸਮਾਜ ਦੇ ਵਿੱਚ ਹਾਹਾਕਾਰ ਮਚਦੀ ਹੈ। ਅਸ਼ਰਫੀਆ ਬੈਠਾ ਸਮਾਜ ਦਾ, ਉਹ ਕੀ ਰੌਲਾ ਪਾ ਦਿੰਦਾ? ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਕਿਵੇਂ ਲੱਗਦਾ ਸਾਡੇ ਬੱਚੇ ਰੋਟੀ ਨਹੀਂ ਖਾ ਰਹੇ, ਤੁਸੀਂ ਕੀ ਕੀਤਾ ਗੱਲ? ਹਾਹਾਕਾਰ ਸੁਣਨੀ ਕਿਹਦੇ ਰਾਹੀਂ ਅਸੀਂ? ਹਾਹਾਕਾਰ ਅਸੀਂ ਪੱਤਰਕਾਰਾਂ ਰਾਹੀਂ ਸੁਣਨੀ ਹੈ, ਉਹਨਾਂ ਵਾਸਤੇ ਕਾਮਨ ਗੱਲ ਹੋ ਗਈ ਇਹ। ਹਾਹਾਕਾਰ ਅਸੀਂ ਮੰਨ ਲਓ ਲੇਖ ਲਿਖਣ ਵਾਲਿਆਂ ਵਾਸਤੇ ਰਾਹੀਂ ਸੁਣਨੀ ਹੈ, ਉਹਨਾਂ ਵਾਸਤੇ ਹੋ ਸਕਦਾ ਕਾਮਨ ਗੱਲ ਹੋ ਗਈ ਹੋਵੇ। ਉਹ ਕਿੰਨਾ ਜ਼ਿਆਦਾ ਉਹਨਾਂ ਵਾਸਤੇ ਕਾਮਨ ਹੋ ਜਾਵੇ ਕੋਈ ਚੀਜ਼, ਉਹ ਇੱਥੋਂ ਸਾਨੂੰ ਹਾਹਾਕਾਰ ਸੁਣਨੀ ਹੈ ਕਿ ਨਹੀਂ ਸੁਣਨੀ ਸ਼ਹਿਰਾਂ ਦੇ ਵਿੱਚ, ਇਹ ਇੱਥੋਂ ਤੈਅ ਹੁੰਦਾ। ਪਿੰਡਾਂ ਦੇ ਵਿੱਚ ਹਾਹਾਕਾਰ ਹੁੰਦੀ ਹੈ ਜਦੋਂ ਧਰਨੇ ਦੇ ਵਿੱਚ ਕੁੱਟ ਖਾ ਕੇ ਲੋਕ ਵਾਪਸ ਜਾਂਦੇ ਨੇ ਤਾਂ ਉਸ ਤੋਂ ਬਾਅਦ ਚਰਚਾ ਬਕਾਇਦਾ ਹੁੰਦੀ ਹੈ ਕਿ ਕੁੱਟ ਪਈ, ਇਸ ਤੋਂ ਬਾਅਦ ਅਗਲੇ ਧਰਨੇ ਦੇ ਉੱਤੇ ਕੀ ਕਰਨਾ ਹੈ। ਇਹ ਭਗਵੰਤ ਮਾਨ ਨੇ ਕੁੱਟੇ ਨੇ, ਕੋਈ ਨਹੀਂ ਕਹਿੰਦਾ ਉੱਥੇ ਪੁਲਿਸ ਨੇ ਕੁੱਟਿਆ ਸਾਨੂੰ, ਭਗਵੰਤ ਮਾਨ ਨੇ ਸਾਨੂੰ ਕੁੱਟ ਕੇ ਭੇਜਿਆ।
ਉਸ ਤੋਂ ਜਦੋਂ ਬਾਦਲ ਕੁੱਟਦੇ ਸੀ ਉਦੋਂ ਵੀ ਬਕਾਇਦਾ ਕਿਹਾ ਜਾਂਦਾ ਸੀ ਬਾਦਲਾਂ ਨੇ ਕੁੱਟਿਆ ਸਾਨੂੰ, ਕੈਪਟਨ ਨੇ ਕੁੱਟਿਆ ਸਾਨੂੰ। ਸੋ ਲੋਕ ਜਿਹੜੇ ਨੇ ਉਹ ਬਕਾਇਦਾ ਡਿਸਕਸ ਕਰਦੇ ਨੇ। ਇਹ ਠੀਕ ਹੈ ਕਿ ਉਹ ਹਲੇ ਉਹਦੀ ਪੋਲੀਟੀਕਲ ਜਿਹੜੀ ਕਹਾਣਾ ਚਾਹੀਦਾ ਕਿ ਪੋਲੀਟੀਕਲ ਬੈਕਲੈਸ਼, ਉਹ ਪੋਲੀਟੀਕਲ ਬੈਕਲੈਸ਼ ਨੂੰ ਕੰਟਰੋਲ ਕਰਨ ਦੀਆਂ ਕੁਝ ਚੀਜ਼ਾਂ ਨੇ ਸਰਕਾਰ ਕੋਲ। ਬਹੁਤ ਸਾਰੀਆਂ ਸਟੱਡੀਜ਼ ਵੀ ਤੇ ਨਹੀਂ ਦਿਖਾਈ ਦਿੰਦੀਆਂ ਕਿ ਆਫਟਰ ਆਲ ਤੁਸੀਂ ਪ੍ਰੋਟੈਸਟ ਨੂੰ ਪੁਲਿਸ ਕਿਵੇਂ ਕਰਨਾ, ਕਿਉਂਕਿ ਕਿਸੇ ਡੈਮੋਕ੍ਰੇਸੀ ਦੇ ਵਿੱਚ, ਵਾਈਬ੍ਰੈਂਟ ਡੈਮੋਕ੍ਰੇਸੀ ਵਿੱਚ ਪ੍ਰੋਟੈਸਟ ਨੇ ਹੋਣਾ। ਸਰਕਾਰਾਂ ਬਹੁਤ ਜੇ ਸੁਹਿਰਦ ਵੀ ਹੋ ਜਾਣਗੀਆਂ ਤਾਂ ਵੀ ਕੁਝ ਲੋਕਾਂ ਦੀਆਂ ਮੰਗਾਂ ਇੰਨੀਆਂ ਸਟਰੋਂਗ ਹੋਣਗੀਆਂ, ਸਰਕਾਰ ਦੇ ਵਿੱਚੋਂ ਬਾਹਰ ਵੀ ਹੋ ਸਕਦੀਆਂ ਨੇ, ਪ੍ਰੋਟੈਸਟ ਵੀ ਹੋਣਾ ਹੁੰਦਾ। ਮੈਨੂੰ ਲੱਗਦਾ ਵੀ ਅਸੀਂ ਸਟੇਟ ਨੂੰ ਮੋਨੋਪੋਲੀ ਵੀ ਦਿੱਤੀ ਆ ਵਾਇਲੈਂਸ ਦੀ। ਮੈਨੂੰ ਲੱਗਦਾ ਪ੍ਰੋਟੈਸਟ ਵਾਸਤੇ ਪੁਲਿਸਿੰਗ ਦੀ ਜ਼ਰੂਰਤ ਹੀ ਨਹੀਂ। ਪੁਲਿਸਿੰਗ ਜਿਹੜੀ ਹੈ ਕ੍ਰਾਈਮ ਦੀ ਹੋਣੀ ਚਾਹੀਦੀ ਹੈ। ਇਹ ਜਿਹੜੀ ਚੀਜ਼ ਜਿਹੜੀਆਂ ਨੇ ਕੀਤੇ ਤਾਂ ਜਾ ਰਹੇ ਨੇ ਪਰ ਹੋਣੇ ਨਹੀਂ ਚਾਹੀਦੇ ਦੀ ਗੱਲ ਮੈਂ ਕਰ ਰਿਹਾ। ਜੋ ਇਹ ਹੋਰ ਹੈ ਹੁਣ ਇਹ ਕੀ ਕਰਦੇ ਨੇ, ਜੋ ਕ੍ਰਾਈਮ ਵਾਸਤੇ ਇਹਨਾਂ ਦਾ ਮੈਥਡ ਬਣਿਆ, ਔਰ ਉਹ ਵੀ ਉਸ ਦੌਰ ਦੇ ਵਿੱਚ ਬਣਿਆ ਜਦੋਂ ਹਿੰਦੁਸਤਾਨ ਤੇ ਬ੍ਰਿਟਿਸ਼ ਰਾਜ ਕਰਦੇ ਸੀਗੇ ਤੇ ਉਹਨਾਂ ਵਾਸਤੇ ਹਰ ਹਿੰਦੁਸਤਾਨੀ ਬਾਈ ਡਿਫਾਲਟ ਇੱਕ ਪੋਟੈਂਸ਼ੀਅਲ ਕ੍ਰਿਮੀਨਲ ਸੀ। ਉਸ ਦੌਰ 'ਚ ਜਿਹੜੇ ਬਣੀ ਪੁਲਿਸਿੰਗ ਦੇ ਲਾਜ਼ ਨੇ ਉਹ ਆਲਮੋਸਟ ਦੁਨੀਆ ਦੇ ਵਿੱਚ ਸਾਰੀ ਜਗ੍ਹਾ ਇਸੇ ਤਰ੍ਹਾਂ ਬਣੇ ਨੇ। ਸੋ ਇੱਥੇ ਵੀ ਉਸੇ ਦੌਰ ਦੇ ਵਿੱਚ ਬਣੇ ਤੇ ਬਲਕਿ ਇੱਥੇ ਤਾਂ ਬਣਾਉਣ ਵਾਲੇ ਵੀ ਆਪਦੇ ਨਹੀਂ ਸੀਗੇ, ਬਣਾਉਣ ਵਾਲੇ ਬ੍ਰਿਟਿਸ਼ ਸੀ। ਸੋ ਉਸ ਦੌਰ ਦੀ ਅੰਡਰਸਟੈਂਡਿੰਗ ਜਿਹੜੀ ਹੈਗੀ ਉਹੀ ਅੰਡਰਸਟੈਂਡਿੰਗ ਲੈ ਕੇ ਉਹ ਪ੍ਰੋਟੈਸਟਰ ਨਾਲ ਡੀਲ ਕਰ ਰਹੀ ਹੈ। ਮੈਨੂੰ ਇਹ ਲੱਗਦਾ ਹੈ ਇੱਕ ਪੁਆਇੰਟ ਮੈਂ ਜਸਟ ਰਜੀਵ ਜੀ ਦੋਸ਼ ਅੰਗਰੇਜ਼ਾਂ ਨੂੰ ਜਾਣਾ ਕਿ ਅਸੀਂ ਕੋਲੋਨਾਈਜ਼ਡ ਮਾਈਂਡਸੈਟ ਵਾਲੀ ਪੁਲਿਸ ਆ, ਅਸੀਂ ਆਪ ਕਲੋਨੀਅਲ ਲੋਕ ਆ, ਸਾਡੇ ਮਨ ਮਸਤੇ ਕੀ ਕੋਲੋਨਾਈਜ਼ਡ ਨੇ। ਲੇਕਿਨ ਮੈਨੂੰ ਲੱਗਦਾ ਪੁਲਿਸ ਦਾ ਕੰਮ ਇਹੀ ਹੁੰਦਾ। ਦੋਸ਼ ਅੰਗਰੇਜ਼ਾਂ ਨੂੰ ਤਾਂ ਇਹ ਜਾਣਾ ਕਿ ਅੰਗਰੇਜ਼ਾਂ ਨੇ ਬਣਾਇਆ ਸੀਗਾ, ਉਹਨਾਂ ਨੂੰ ਐਟਰੀਬਿਊਟ ਕੀਤਾ ਹੀ ਜਾਏਗਾ। ਲੇਕਿਨ ਜਿਨ੍ਹਾਂ ਨੇ ਅਸੀਂ ਕੰਟੀਨਿਊ ਕੀਤਾ, ਮਾਸਟਰਸ ਹੋ ਗਏ ਨਾ, ਫਿਰ ਬ੍ਰਾਊਨ ਮਾਸਟਰਸ ਹੋ ਗਏ ਨਾ, ਜਿਨ੍ਹਾਂ ਨੇ ਉਸ ਨੂੰ ਕੰਟੀਨਿਊ ਕੀਤਾ, ਜਿਨ੍ਹਾਂ ਨੇ ਉਸ ਦੀ ਜਾਰੀ ਰੱਖਿਆ, ਬਿਲਕੁਲ ਉਹਨਾਂ ਨੂੰ ਵੀ ਦੋਸ਼ ਦਿੱਤਾ ਜਾਣਾ ਚਾਹੀਦਾ ਜਿਨ੍ਹਾਂ ਨੇ ਉਸ ਨੂੰ ਜਾਰੀ ਰੱਖਿਆ ਅੱਜ ਤੱਕ। ਸੋ ਇਹ ਮੈਂ ਇੱਕ ਜਸਟ ਸੁਜੈਸ਼ਨ ਦੇ ਤੌਰ ਦੇ ਉੱਤੇ ਕਹਿੰਦਾ ਕਿਉਂ ਨਾ ਇਦਾਂ ਹੋਵੇ ਕਿ ਜੇ ਕਿਸੇ ਇੱਕ ਵਿਸ਼ੇ ਦੇ ਉੱਤੇ ਕੰਟੀਨਿਊਸ ਧਰਨੇ ਲੱਗ ਰਹੇ ਨੇ ਤੇ ਪੁਲਿਸ ਇਸ ਗੱਲ ਨੂੰ ਬਕਾਇਦਾ ਸੁਜੈਸਟ ਕਰ ਦੇਵੇ ਵੀ ਇਹ ਸਰਕਾਰ ਦੀ ਪੋਲੀਟੀਕਲ ਨਾਕਾਮਯਾਬੀ ਹੈ ਤੇ ਇਹਨਾਂ ਨੂੰ ਅਸੀਂ ਜਾ ਕੇ ਕਿਉਂ ਡੰਡੇ ਮਾਰੀਏ। ਮੈਨੂੰ ਲੱਗਦਾ ਪੁਲਿਸਿੰਗ ਸਟਰਕਚਰ ਦਾ ਇਸ ਕਿਸਮ ਦਾ ਕੋਈ ਫੀਡਬੈਕ ਜਿਹੜਾ ਜ਼ਰੂਰ ਹੋਣਾ ਚਾਹੀਦਾ। ਇੱਕ ਪ੍ਰੋਵੀਜ਼ਨ ਕੋਈ ਬਣਨੀ ਚਾਹੀਦੀ ਹੈ ਲਾਅ ਦੇ ਵਿੱਚ ਕਿ ਜੇ ਕਿਸੇ ਇੱਕ ਵਿਸ਼ੇ ਦੇ ਉੱਤੇ ਬਾਰ-ਬਾਰ ਧਰਨੇ ਲੱਗ ਰਹੇ ਨੇ, ਪ੍ਰੋਟੈਸਟ ਹੋ ਰਹੇ ਨੇ, ਹਜ਼ਾਰਾਂ ਲੋਕ ਆ ਰਹੇ ਨੇ, ਤਾਂ ਉਸ ਤੋਂ ਬਾਅਦ ਪੁਲਿਸ ਕਹਿ ਦੇਵੇ ਵੀ ਇਹ ਸਾਡਾ ਵਿਸ਼ਾ ਨਹੀਂ ਹੈ, ਕ੍ਰਾਈਮ ਦਾ ਵਿਸ਼ਾ ਨਹੀਂ ਹੈ। ਮਾਰਗਰੇਟ ਥੈਚਰ ਦੇ ਸਮੇਂ ਜਦੋਂ ਕੋਲ ਮਾਈਨਸ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਮਾਰਗਰੇਟ ਥੈਚਰ ਨੇ ਬਹੁਤ ਸਕਸੈਸਫੁਲੀ ਕਰ ਦਿੱਤਾ, ਜਿਹਦੇ ਚ ਉਹਨੂੰ ਥੈਚਰ ਮਿਲਕ ਸਨੈਚਰ ਕਰਕੇ ਸਾਰੇ ਨਾਰੇ ਸਹਿਣੇ ਪਏ। ਉਸ ਵੇਲੇ ਪੁਲਿਸ ਨੇ ਇੰਨਾ ਧੱਕਾ ਕੀਤਾ, ਇਵੈਂਚੁਅਲੀ ਲੰਡਨ ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਜਦੋਂ ਤੁਸੀਂ ਸਾਨੂੰ ਪ੍ਰੋਟੈਸਟ ਰੋਕਣ ਲਈ ਕਹਿੰਦੇ ਹੋ ਉਹਦੇ ਨਾਲ ਸਿਚੁਏਸ਼ਨ ਐਸਕੇਲੇਟ ਹੁੰਦੀ ਹੈ, ਜ਼ਿਆਦਾ ਪ੍ਰੋਬਲਮ ਹੁੰਦੀ ਹੈ। ਤੁਸੀਂ ਮੈਨੂੰ ਪ੍ਰੋਟੈਸਟ ਨੂੰ ਫੈਸਿਲੀਟੇਟ ਕਰ ਲੈਂਦੇ ਹੋ ਕਿ ਉਹ ਪ੍ਰੋਟੈਸਟ ਕਿੱਥੇ ਕਰਨਗੇ, ਕਿੰਨੇ ਲੋਕ ਆਣਗੇ, ਬੈਨਰ ਕਿਹੜੇ ਪਾਸੇ ਲਗਾਣਗੇ, ਕਿੰਨੀ ਦੂਰ ਰਹਿਣਗੇ, ਸਾਨੂੰ ਉਹਨਾਂ ਨੂੰ ਸਾਰੀਆਂ ਫੈਸਿਲਿਟੀਜ਼, ਉਹਨਾਂ ਲਈ ਪਾਣੀ, ਉਹਨਾਂ ਲਈ ਬਹਿਣ ਦੀ ਜਗ੍ਹਾ ਮੁਹੱਈਆ ਕਰ ਲੈਂਦੇ ਹੋ, ਬਿਜਲੀ ਦਾ ਕਨੈਕਸ਼ਨ ਦੇ ਦਿੰਦੇ ਹੋ ਤਾਂ ਜੋ ਉਹਨਾਂ ਨੂੰ ਪੁਲਿਸ ਨਾਲ ਰਾਬਤਾ ਹੋਵੇ। ਸਾਡੀ ਇੱਥੇ ਅਸੀਂ ਮਤਲਬ ਸਟੇਟ ਨੇ ਪੁਲਿਸ ਨੂੰ ਕੇਵਲ ਕੋਇਰਸਿਵ ਫੋਰਸ ਦੇ ਉੱਤੇ ਯੂਜ਼ ਕਰਨਾ ਹੈ, ਇੱਕ ਤਾਂ ਇਹ ਮੰਨ ਲਿਆ। ਦੂਸਰਾ, ਪੁਲਿਸ ਦੇ ਵਿੱਚੋਂ ਰੈਜ਼ਿਸਟੈਂਸ ਕਿਉਂ ਨਹੀਂ ਹੈ ਕਿ ਤੁਹਾਡੀਆਂ ਪੋਲੀਟੀਕਲੀ ਇੰਟਰੈਕਟੇਬਲ ਤੁਸੀਂ ਪ੍ਰੋਬਲਮਸ ਕ੍ਰੀਏਟ ਕਰ ਲੈਂਦੇ ਹੋ ਆਪਣੇ ਲਈ ਤੇ ਫਿਰ ਤੁਸੀਂ ਸਾਨੂੰ ਡੰਡੇ ਨਾਲ ਸੋਲਵ ਕਰਨ ਲਈ ਕਹਿੰਦੇ ਹੋ। ਡੰਡੇ ਨਾਲ ਲੋਕਾਂ ਨੂੰ ਦੂਰ ਰੱਖੋ, ਡੰਡੇ ਨਾਲ ਨਾ ਆਉਂਦੇ ਹੋ ਸ਼ਹਿਰ ਵਿੱਚ। ਦੇਖੋ ਫਿਰ ਮੈਂ ਜਿਹੜੀ ਪਹਿਲਾਂ ਗੱਲ ਕਰ ਰਿਹਾ ਸੀ, ਕਮਲਜੀਤ ਨੇ ਠੀਕ ਕਿਹਾ, ਸੰਵੇਦਨਹੀਨਤਾ ਲੋਕਾਂ ਦੀ ਨਾ ਕਹੀ ਹੈ ਪਰ ਸਰਕਾਰਾਂ ਦੀ ਹੈਗੀ। ਇਹ ਵੀ ਜਦੋਂ ਗੱਲ ਆਉਂਦੀ ਹੈ ਉਹ ਵੀ ਸਰਕਾਰਾਂ ਦੀ ਹੈਗੀ। ਜੇ ਸਰਕਾਰ ਪੋਲੀਟੀਕਲ ਡਿਸੀਜਨ ਲਏਗੀ ਤੇ ਫਿਰ ਪੁਲਿਸਿੰਗ ਦੀ ਲੋੜ ਨਹੀਂ ਪਏਗੀ। ਪੁਲਿਸ ਦੀ ਲੋੜ ਕਦੋਂ ਪੈਂਦੀ ਹੈ? ਅਸਲ 'ਚ ਦੋ ਹੀ ਤਰੀਕੇ ਨਾਲ ਪੈਂਦੀ ਹੈ। ਜਾਂ ਤਾਂ ਸਰਕਾਰ ਬਿਲਕੁਲ ਇਹ ਤੈਅ ਕਰ ਲੈਂਦੀ ਹੈ ਕਿ ਅਸੀਂ ਤੁਹਾਨੂੰ ਨਾ ਪੰਚਕੂਲੇ ਦੇ ਉਸ ਚੌਂਕ ਤੋਂ ਚੰਡੀਗੜ੍ਹ ਵੱਲ ਨਹੀਂ ਆਣ ਦੇਣਾ ਜਿੱਥੋਂ ਕਿ ਸੈਕਟਰੀਏਟ ਹਲੇ 10 ਕਿਲੋਮੀਟਰ ਦੂਰ ਹੈ, ਜਾਂ ਮੁਹਾਲੀ ਤੋਂ ਉੱਥੇ ਅੰਦਰ ਨਹੀਂ ਜਾਣ ਦੇਣਾ ਜਿੱਥੇ ਸੈਕਟਰੀਏਟ 10 ਕਿਲੋਮੀਟਰ ਦੂਰ ਹੈ ਜੀ। ਇੱਕ ਤਾਂ ਉਹਦੇ ਉੱਥੇ ਜਾ ਕੇ ਤੁਸੀਂ ਕਹਿੰਦੇ ਹੋ ਇਸ ਤੋਂ ਅੱਗੇ ਜਾਣ ਹੀ ਨਹੀਂ ਦੇਣਾ, ਜਿਹਦਾ ਕੋਈ ਮਤਲਬ ਨਹੀਂ। ਦੂਜੇ ਪਾਸੇ ਇਹ ਹੁੰਦਾ ਹੈ ਕਿ ਮੰਨ ਲਓ ਕਿਸੇ ਆਫਿਸ ਦੇ ਬਾਹਰ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਤੇ ਪੁਲਿਸ ਨੂੰ ਇਹ ਲੱਗਦਾ ਹੈ ਪ੍ਰੋਟੈਸਟਰਸ ਹੁਣ ਜਿਹੜੇ ਹੈਗੇ ਇਹ ਬਿਲਡਿੰਗ ਨੂੰ ਤੋੜ ਦੇਣਗੇ, ਉਦੋਂ ਪੁਲਿਸ ਦਾ ਖਤਰਾ ਆ ਜਾਏਗਾ, ਕੋਈ ਖਤਰਾ ਆ ਜਾਏਗਾ। ਹੁਣ ਦੂਜੀ ਹਾਲਤ ਦੇ ਵਿੱਚ ਜ਼ਿਆਦਾ ਸੁਚੇਤ ਹੋ ਕੇ ਜ਼ਿਆਦਾ ਅੱਡ ਤਰ੍ਹਾਂ ਗੱਲ ਕਰਨੀ ਪਏਗੀ। ਪਰ ਪਹਿਲਾਂ ਜਿਹੜਾ ਉਹਦੇ ਵਿੱਚ ਉਹਨੂੰ ਅੱਡ ਤਰ੍ਹਾਂ ਤੋਂ ਡੀਲ ਕਰਨਾ ਪਏਗਾ। ਪਰ ਸਰਕਾਰਾਂ ਕਰਦੀਆਂ ਕੀ ਨੇ? ਸਰਕਾਰਾਂ ਤਾਂ ਪੂਰਾ ਨੈਰੇਟਿਵ ਬਿਲਡ ਕਰਦੀਆਂ ਨੇ ਕਿ ਜਿਹੜੇ ਪ੍ਰੋਟੈਸਟਰਸ ਨੇ ਉਹ ਦੇਖੋ ਜੀ ਆਹ ਕਰ ਰਹੇ ਨੇ, ਕਾਨੂੰਨ ਆਪਦੇ ਹੱਥ 'ਚ ਲੈ ਰਹੇ ਨੇ, ਆਪਦੀ ਮੰਗਾਂ ਦੀ ਗੱਲ ਕਰ ਰਹੇ ਨੇ, ਸਮਾਜ ਦੀ ਗੱਲ ਨਹੀਂ ਕਰ ਰਹੇ, ਸਾਡਾ ਵਿਕਾਸ ਰੋਕਤਾ, ਸਾਡਾ ਫਲਾਣਾ ਕਰਤਾ, ਲਾਈਕ ਦਿਸ। ਇਹ ਇੰਨਾ ਪ੍ਰਚਾਰ ਕਰ ਦਿੰਦੀਆਂ ਨੇ ਜਿਹਨੂੰ ਤੁਸੀਂ ਕਹਿ ਰਹੇ ਇੰਨਾ ਲਾਠੀ ਚਾਰਜ ਹੋ ਜਾਂਦਾ ਤੇ ਲੋਕਾਂ ਨੂੰ ਫਿਰ ਵੀ ਰੋਟੀ ਆਰਾਮ ਨਾਲ ਖਾ ਲੈਂਦੇ ਨੇ। ਉਹ ਲੋਕਾਂ ਦੀ ਸੰਵੇਦਨਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਨੇ ਜਾਂ ਉਹਨਾਂ ਦਾ ਵਿਊ ਕਿਸ ਤਰ੍ਹਾਂ ਬਣਾ ਦਿੰਦੇ ਨੇ। ਲੋਕਾਂ ਨੂੰ ਲੱਗਦਾ ਵੀ ਹੁਣ ਅਸੈਂਬਲੀ ਵੱਲ ਨੂੰ ਕੂਚ ਹੀ ਕਰ ਰਹੇ ਨੇ ਤਾਂ ਇਹ ਤਾਂ ਸਿਵਲ ਅਨਰੈਸਟ ਹੋ ਜਾਏਗੀ, ਤਾਂ ਇਸ ਕਰਕੇ ਪੁਲਿਸ ਵੀ ਜੀ ਕੀ ਕਰੇ, ਫਿਰ ਡੰਡੇ ਤਾਂ ਮਾਰਨੇ ਹੀ ਪੈਣਗੇ। ਦੇਖੋ ਨਾ ਮੁਹਾਲੀ ਤੋਂ ਜਦੋਂ ਪ੍ਰੋਟੈਸਟ ਅੱਗੇ ਨੂੰ ਜਾ ਰਿਹਾ ਹੋਏਗਾ ਚੰਡੀਗੜ੍ਹ, ਉੱਥੇ ਤੁਸੀਂ ਉਹਨਾਂ ਨੂੰ ਰੋਕ ਦਿੱਤਾ, ਸੜਕਾਂ ਰੁਕ ਗਈਆਂ, ਤੁਸੀਂ ਕਹੋਗੇ ਕਿ ਦੇਖੋ ਜੀ ਆਵਾਜਾਈ ਵਿਘਨ ਪੈ ਗਿਆ, ਡਿਵੈਲਪਮੈਂਟ ਦਾ ਮਾਮਲਾ ਹੈ, ਉਹਦੇ ਖਿਲਾਫ ਆ ਗਏ, ਉਹਦੇ ਖਿਲਾਫ ਆ ਗਏ, ਸੜਕਾਂ ਰੋਕ ਸੁਣ ਲੈਣੇ ਨਾ ਸੀ ਸ਼ਬਦ, ਲੋਕਾਂ ਨੂੰ ਪਰੇਸ਼ਾਨੀ ਰਿਵਾਜ ਹੋ ਗਿਆ ਜੀ ਹਰੇਕ ਗੱਲ ਦੇ ਉੱਤੇ ਲੋਕਾਂ ਦੀ ਪਰੇਸ਼ਾਨੀ ਨੂੰ ਸਰਕਾਰ ਪੈਦਾ ਕਰਦੀ ਹੈ। ਜੇ ਤੁਸੀਂ ਉਹਨਾਂ ਨਾਲ ਗੱਲ ਕਰੋਗੇ, ਉਹਨਾਂ ਦਾ ਡੈਲੀਗੇਸ਼ਨ ਲੈ ਕੇ ਜਾਓਗੇ, ਉਹਨਾਂ ਨੂੰ ਜਾਣ ਦਿਓਗੇ ਇੱਕ ਥਾਂ ਤੇ,
ਫਿਰ ਕਿਉਂ ਹੋਏਗਾ? ਮੈਂ ਬ੍ਰੀਫਲੀ ਰੁਕ ਰਿਹਾ, ਪਰ ਮੈਂ ਇਹੀ ਗੱਲ ਐਕਚੁਅਲੀ ਆਈ ਵਾਂਟ ਟੂ ਡੀਕੋਡ ਦਿਸ ਕਿ ਉਹ ਜਿਹੜੇ ਮੀਡੀਏਟਿੰਗ ਇੰਟਰਫੇਸਿਸ ਨੇ ਵਿੱਚੋਂ ਜਿਹੜੇ ਵਿਚਕਾਰ ਬਫਰ ਸੀਗੇ ਜਿਨ੍ਹਾਂ ਨੇ ਵਿਚੋਲੀਏ ਦਾ ਕੰਮ ਕਰਨਾ ਸੀਗਾ, ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾਉਣੀ ਸੀਗੀ, ਸਰਕਾਰ ਦੀਆਂ ਮਜਬੂਰੀਆਂ ਨੂੰ ਪਹੁੰਚਾਉਣਾ ਸੀਗਾ, ਇੱਕ ਨੈਗੋਸ਼ੀਏਟਿੰਗ ਸਪੇਸ ਕ੍ਰੀਏਟ ਕਰਨੀ ਸੀ, ਉਹਦੇ 'ਚ ਸਭ ਇੱਕ ਤਰੀਕੇ ਦੇ ਨਾਲ ਭਾਵੇਂ ਕਿੰਨੀ ਵੀ ਅਗਰੈਸਿਵਲੀ ਉਹਦੇ 'ਚ ਡਿਬੇਟ ਹੋ ਜਾਂਦਾ, ਉਹ ਚੀਜ਼ਾਂ ਮਿਸਿੰਗ ਕਿਉਂ ਨੇ? ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਹੈ ਕਿ ਪੁਲਿਸ ਦੀ ਲੋੜ ਹੀ ਨਹੀਂ ਹੈ ਜੇ ਸਰਕਾਰਾਂ ਠੀਕ ਕੰਮ ਕਰਨ, ਉਹਦੇ ਨਾਲ ਮੈਂ ਥੋੜਾ ਜਿਹਾ ਸਹਿਮਤ ਨਹੀਂ, ਕਿਉਂਕਿ ਕਰਾਊਡ ਡਿਸਪਰਸਲ ਤਾਂ ਇੱਕ ਇਵੈਂਚੁਅਲੀ ਇੱਕ ਅੰਗ ਹੈ, ਸਟੇਟ ਨੇ ਫੰਕਸ਼ਨ ਕਰਨਾ ਹੁੰਦਾ, ਆਪਾਂ ਨੂੰ ਵੀ ਪਤਾ ਕਿ तमाम ਕਿਸਮ ਦੀਆਂ ਮੁਸ਼ਕਲਾਂ ਆ ਜਾਂਦੀਆਂ ਨੇ। ਸੋ ਪੁਲਿਸ ਦੇ ਉੱਤੇ ਵੀ ਕੁਝ ਜ਼ਿੰਮੇਵਾਰੀਆਂ ਆਇਦ ਨੇ, ਕੁਝ ਉਹਨਾਂ ਕੋਲ ਅਧਿਕਾਰ ਵੀ ਨੇ। ਇਸ ਸਭ ਬਾਰੇ ਗੱਲ ਕਰਾਂਗੇ। ਪੁਲਿਸ ਦੀ ਡਾਂਗ ਵਾਹੁਣ ਵਾਲਾ ਲੋਕਾਂ ਦੀ ਪਿੱਠ ਦੇ ਉੱਤੇ ਹਮੇਸ਼ਾ ਕੋਈ ਜੁਰਮ ਨਹੀਂ ਕਰ ਰਿਹਾ ਹੁੰਦਾ, ਇਹਦਾ ਵੀ ਤਾਂ ਕੋਈ ਡਿਫੈਂਡਰ ਚਾਹੀਦਾ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਜਿਹੜੀ ਸਾਡੀ ਪੰਜਾਬ ਪੁਲਿਸ ਤੁਹਾਡੇ ਪੈਸਿਆਂ ਨਾਲ ਚੱਲਦੀ ਹੈ ਤੇ ਕਿਸਾਨਾਂ, ਮਜ਼ਦੂਰਾਂ, ਆਂਗਨਵਾੜੀ ਵਰਕਰਾਂ, ਨੌਕਰੀ ਮੰਗਦੇ ਨੌਜਵਾਨਾਂ ਦੀ ਪਿੱਠ ਤੇ ਟਿਕਾ ਕੇ ਡੰਡੇ ਮਾਰਦੀ ਹੈ ਕਿਉਂਕਿ ਉਹ ਕੁਝ ਮੰਗ ਰਹੇ ਹੁੰਦੇ ਨੇ, ਜਾਂ ਤੇ ਉਹ ਮੰਗਾਂ ਨਾਜਾਇਜ਼ ਹੋਣਗੀਆਂ ਬਿਲਕੁਲ ਤੇ ਪੁਲਿਸ ਬਿਲਕੁਲ ਠੀਕ ਕਰ ਰਹੀ ਹੈ ਤੇ ਤੁਹਾਡੇ ਪੈਸਿਆਂ ਦਾ ਸਹੀ ਇਸਤੇਮਾਲ ਕੀਤਾ ਜਾ ਰਿਹਾ ਹੈ, ਜਾਂ ਫਿਰ ਜੋ ਪੁਲਿਸ ਕਰ ਰਹੀ ਹੈ ਤੇ ਉਹਦੇ ਨਾਲ ਤੁਹਾਡੇ ਮਨ ਮਸਤਿਕ ਦਿਲ ਨੂੰ ਕੁਝ ਨਹੀਂ ਹੋ ਰਿਹਾ, ਸਮਾਜ ਦੇ ਵਿੱਚ ਕੋਈ ਹਾਹਾਕਾਰ ਨਹੀਂ ਮਚ ਰਹੀ, ਤਾਂ ਫਿਰ ਕਿਧਰੇ ਕੁਝ ਨਾ ਕੁਝ ਬਹੁਤ ਗੰਭੀਰ ਤੌਰ ਤੇ ਖਰਾਬ ਹੈ। ਸਾਡੇ ਨਾਲ ਰਾਜੀਵ ਗੋਦਾਰਾ ਜੀ ਨੇ, ਵਕੀਲ ਵੀ ਨੇ, ਸਿਆਸੀ ਕਾਰਕੁਨ ਵੀ ਨੇ, ਤੇ ਕਮਲਜੀਤ ਜੀ ਨੇ, ਇਹ ਵੀ ਸਿਆਸੀ ਕਾਰਕੁਨ ਹਨ। ਰਾਜੀਵ ਗੋਦਾਰਾ ਜੀ, ਕੋਈ ਲਾਅ ਦੇ ਵਿੱਚ ਕੋਈ ਲਾਠੀ ਚਾਰਜ ਤਾਂ ਮੈਂਸ਼ਨ ਹੈ ਨਹੀਂ ਹੈ, ਨਾ IPC 'ਚ ਨਾ CRPC 'ਚ ਹੈ। ਇੱਕ ਉਹ ਸੋਹਣਾ ਜਿਹਾ ਪੁਲਿਸ ਐਕਟ ਹੈ ਸਾਡਾ ਜਿਹਦੇ ਅਧੀਨ ਪੁਲਿਸ ਇੱਕ ਕੁੱਟਮਾਰ ਕਰਦੀ ਹੈ, ਉਹਦੇ ਵਿੱਚ ਵੀ ਲਾਠੀ ਚਾਰਜ ਕੋਈ ਚੀਜ਼ ਨਹੀਂ ਹੈ। ਪਰ ਮੈਂ ਇਹ ਦੇਖਿਆ ਕਿ ਇਹ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਕਰਾਊਡ ਕੰਟਰੋਲ ਦੇ ਵਿੱਚ, ਬ੍ਰਿਟਿਸ਼ ਏਰਾ ਤੋਂ ਲੈ ਕੇ ਅੰਗਰੇਜ਼ਾਂ ਤੋਂ ਲੈ ਕੇ ਹੁਣ ਤੱਕ ਜੀਰੇ ਦੀ ਫੈਕਟਰੀ ਤੱਕ ਇਹ ਇੱਕ ਮੋਟਾ ਇੱਕ ਤਰੀਕਾ ਹੈ। ਮੈਨੂੰ ਇੱਕ ਉਹ ਹਿੰਦੁਸਤਾਨ ਦੇ ਬੜੇ ਆਲਾ ਦਰਜੇ ਦੇ ਬੋਟਨਿਸਟ ਹੋਏ ਨੇ ਮੋਹਨ ਰਾਮ ਜੀ, HY ਸ਼ਾਰਦਾ ਪ੍ਰਸਾਦ ਜੀ ਦੇ ਬ੍ਰਦਰ, ਉਹਨਾਂ ਨੇ ਇੱਕ ਵਾਰੀ ਦੱਸਿਆ ਸੀ ਵੀ ਇਹ ਪੁਲਿਸ ਜਿਹੜੇ ਡੰਡਿਆਂ ਨਾਲ ਕੁੱਟਦੀ ਹੈ ਇਹ ਵੀ ਵਿਦੇਸ਼ੀ ਨੇ, ਬਾਹਰੋਂ ਇਹ ਸਪੀਸੀਜ਼ ਪਾਰਟੀਕੂਲਰਲੀ ਬਾਹਰੋਂ ਮੰਗਾਇਆ ਜਾਂਦਾ, ਸਾਡੇ ਇੱਥੇ ਵਾਲੇ ਜਿਹੜੇ ਬਾਂਸ ਨੇ ਉਹ ਟੁੱਟ ਜਾਂਦੇ ਨੇ। ਹੁਣ ਪਲਾਸਟਿਕ ਦੇ ਆ ਨੇ ਹੈ, ਹੁਣ ਪਲਾਸਟਿਕ ਦੇ ਨੇ, ਹੁਣ ਤਾਂ ਇਹਦੇ 'ਚ ਵੀ ਮਾਡਰਨਿਟੀ ਆ ਗਈ ਹੈ, ਆਧੁਨਿਕਤਾ ਆ ਗਈ ਹੈ, ਤਾਂ ਲੋਕਾਂ ਨੂੰ ਹੋਰ ਵਧੇਰੇ ਚੰਗੇਰੇ ਤਰੀਕਿਆਂ ਨਾਲ ਹੁਣ ਕੁੱਟਿਆ ਜਾ ਸਕਦਾ ਹੈ। ਬਟ ਪ੍ਰੋਬਲਮ ਇਹ ਹੈ ਰਾਜੀਵ ਜੀ ਕਿ ਗੱਲ ਸਿਰਫ ਇੱਕ ਪਾਸੇ ਦੀ ਹੈ ਜਿਹਦੇ ਕੁੱਟ ਪੈ ਰਹੀ ਹੈ। ਮੈਨੂੰ ਤੁਸੀਂ ਇਹ ਦੱਸੋ ਵੀ ਅਖਬਾਰ ਦੇ ਵਿੱਚ ਫੋਟੋਗ੍ਰਾਫਸ ਵੀ ਤਾਂ ਛਪਦੀਆਂ ਨੇ ਨਾ, ਪੁਲਿਸ ਵਾਲਾ ਕਿਸੇ ਜਨਾਨੀ ਦੇ ਜੂੰਡੇ ਪੱਟ ਰਿਹਾ ਜਾਂ ਉਹਦੇ ਲਾਠੀ ਮਾਰ ਰਿਹਾ ਜਾਂ ਨੌਜਵਾਨਾਂ ਨੂੰ ਕੁੱਟ ਰਿਹਾ, ਉਹਦਾ ਵੀ ਬੜਾ ਕਲੀਅਰਲੀ ਫੇਸ ਛਪਦਾ। ਹੁਣ ਉਹ ਪੁਲਿਸ ਵਾਲਾ ਵੀ ਇੱਕ ਸਮਾਜ ਵਿੱਚ ਰਹਿੰਦਾ ਹੋਵੇਗਾ, ਉਹਦੇ ਵੀ ਘਰ ਬੱਚੇ ਹੋਣਗੇ, ਇੱਕ ਨੌਜਵਾਨ ਡਾਟਰ ਹੋਏਗੀ, ਉਹ ਆਪਣੀ ਡਿਊਟੀ ਪੂਰੀ ਕਰ ਰਿਹਾ, ਮੈਜਿਸਟ੍ਰੇਟ ਦਾ ਉਹਨੂੰ ਹੁਕਮ ਹੈ, ਉਹ ਕਹਿ ਰਿਹਾ ਕਿ ਲਾਠੀ ਚਾਰਜ ਥੋੜਾ ਸਟਰੋਂਗ ਕੀਤਾ ਜਾਵੇ ਤੇ ਉਹ ਕਰਦਾ। ਉਸ ਤੋਂ ਬਾਅਦ ਕਿਤੇ ਕੋਈ ਏਮਜ਼ ਨੂੰ, PGI ਨੂੰ ਦਰਖਾਸਤਾਂ ਜਾਂਦੀਆਂ ਹੋਣਗੀਆਂ, ਕਿਤੇ ਸਿਵਲ ਸੁਸਾਇਟੀ ਰੌਲਾ ਪਾਉਂਦੀ ਹੈ ਕਿ ਇਹਦੇ ਘਰੇ ਫਟਾਫਟ ਕੋਈ ਸਾਈਕੋਲੋਜਿਸਟ ਭੇਜੋ, ਇਹਨੂੰ ਆਪ ਨੂੰ ਕਾਉਂਸਲਿੰਗ ਚਾਹੀਦੀ ਹੋਏਗੀ, ਇਹਦੇ ਪਰਿਵਾਰ ਨੂੰ ਕਾਉਂਸਲਿੰਗ ਚਾਹੀਦੀ ਹੋਏਗੀ। ਬੱਚੀ ਪੁੱਛ ਰਹੀ ਹੈ, ਅੱਜ ਡੈਡੀ ਦੀ ਫੋਟੋ ਛਪੀ ਹੈ, ਸਾਰੀਆਂ ਸਹੇਲੀਆਂ ਕਹਿ ਰਹੀਆਂ ਸੀ ਤੇਰੇ ਡੈਡੀ ਜੀ ਨੇ ਜਿਹੜੇ ਜਨਾਨੀ ਦੇ ਜੂੰਡੇ ਪੁੱਟ ਰਹੇ ਨੇ, ਤੇ ਉਹ ਬੱਚੇ ਦੇ ਸਿਰ ਤੇ ਕੀ ਬੀਤਦੀ ਹੋਵੇਗੀ। ਇਸੇ ਤਰੀਕੇ ਨਾਲ ਜਿਨ੍ਹਾਂ ਦੇ ਕੁੱਟ ਪੈਂਦੀ ਹੈ ਉਹਨਾਂ ਦੇ ਵੀ ਬੱਚੇ ਨੇ, ਉਹਨਾਂ ਦੇ ਵੀ ਘਰਾਂ ਵਿੱਚ ਲੋਕ ਨੇ, ਉਹਨਾਂ ਦੇ ਕੀ ਬੀਤਦੀ ਹੋਵੇਗੀ। ਇਹ ਸਾਰੀਆਂ ਡਿਸਕਸ਼ਨ ਸਮਾਜ ਦੇ ਵਿੱਚ ਕਿੱਥੇ ਨੇ? ਮੈਂ ਵੈਸਟਰਨ ਡੈਮੋਕ੍ਰੇਸੀਜ਼ ਦੇ ਵਿੱਚ ਦੇਖਦਾ ਤੇ ਇਹਦੇ ਨਾਲ ਕਿਤਾਬਾਂ, ਰਿਸਰਚਿਸ ਭਰੀਆਂ ਪਈਆਂ ਨੇ, ਹਾਊ ਡੂ ਯੂ ਪੁਲਿਸ ਦਾ ਕਰਾਊਡਸ, ਉਸ ਤੋਂ ਬਾਅਦ ਸਾਈਕੋਲੋਜੀਕਲ ਹੈਲਪ ਕਿਵੇਂ ਹੁੰਦੀ ਹੈ। ਸਾਡੇ ਇੱਥੇ ਬਹਿਸਾਂ ਕਿੱਥੇ ਨੇ? ਸਾਡੇ ਇਸ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਹਿਸਾਂ ਨਜ਼ਰ ਨਹੀਂ ਆਉਂਦੀਆਂ, ਇਹ ਗੱਲ ਤਾਂ ਬਿਲਕੁਲ ਠੀਕ ਹੈ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਪਰ ਪੁਲਿਸ ਬਹਿਸਾਂ ਤਾਂ ਹੋਣਗੀਆਂ ਜੇ ਸਮਾਜ ਦੇ ਵਿੱਚ ਵੀ ਉਸ ਤਰ੍ਹਾਂ ਦੀ ਸੀ ਚਰਚਾ ਹੋ ਰਹੀ ਹੋਏਗੀ, ਵਿਮਰਸ਼ ਉਸ ਤਰ੍ਹਾਂ ਹੋਏਗਾ। ਜੇ ਸਮਾਜ ਦੇ ਵਿੱਚ ਵਿਮਰਸ਼ ਨੂੰ ਇਸ ਤਰ੍ਹਾਂ ਖੜਾ ਕਰ ਦਿੱਤਾ ਜਾਏਗਾ ਕਿ ਆ ਇੱਕ ਗਰੁੱਪ ਹੈ ਪ੍ਰੋਟੈਸਟ ਕਰਨ ਆ ਰਹੇ ਸੀ, ਇਹ ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਲੈ ਰਿਹਾ, ਇਹ ਤੋੜਫੋੜ ਕਰਨਾ ਚਾਹੁੰਦਾ ਹੈ, ਇਹ ਸਮਾਜ ਦੇ ਸਾਰੇ ਵਿਕਾਸ ਦੇ ਵਿੱਚ ਰਾਹ ਦੇ ਵਿੱਚ ਬਾਧਕ ਬਣ ਰਿਹਾ, ਇਹਨੂੰ ਇੰਨਾ ਪੈਸਾ ਤੇ ਇੰਨਾ ਪ੍ਰਚਾਰ ਕਰਕੇ ਇਹਨੂੰ ਇਸ ਤਰ੍ਹਾਂ ਬਣਾ ਦਿੱਤਾ ਜਾਏਗਾ ਤੇ ਜਿਹਨੂੰ ਡਾਂਗਾ ਮਾਰਨੀਆਂ ਨੇ ਉਹ ਵਰਗ ਵੀ ਬਹੁਤ ਕਮਜ਼ੋਰ ਹੋਏਗਾ, ਤੇ ਫਿਰ ਚਰਚਾ ਨਹੀਂ ਹੁੰਦੀ ਕਿਉਂਕਿ ਬਾਕੀ ਸਮਾਜ ਨੂੰ ਤੁਸੀਂ ਉਹਦੇ ਖਿਲਾਫ ਪਹਿਲਾਂ ਹੀ ਖੜੇ ਕਰ ਚੁੱਕੀ ਹੁੰਦੀ ਹੈ। ਉਹਦੇ ਸਰਕਾਰਾਂ ਦਾ ਤੇ ਮੀਡੀਆ ਦਾ ਤੇ ਪ੍ਰਚਾਰ ਪ੍ਰਸਾਰ ਦਾ ਬਹੁਤ ਕੰਮ ਹੈ। ਇੰਡੀਵਿਜੂਅਲਸ ਰਹਿਣ ਹੀ ਨਹੀਂ ਦਿੰਦੇ, ਉਹਨੂੰ ਗਰੁੱਪ ਬਣਾ ਦਿੰਦੇ ਪਹਿਲੀ ਗੱਲ ਤਾਂ ਕਿ ਇਹ ਕੋਈ ਫੋਰਸ ਹੈ ਜਿਹੜੀ ਰਾਜ ਦੇ ਅਗੇਂਸਟ ਹੈ। ਫਿਰ ਦੂਜਾ ਜਿੰਨੇ ਪ੍ਰੋਟੈਸਟ ਹੁੰਦੇ ਨੇ ਜਨਰਲੀ ਉਹ ਪ੍ਰੋਟੈਸਟ ਉਸ ਪਾਰਟਿਕੂਲਰ ਵਰਗ ਦੇ ਦਾਇਰਿਆਂ ਦੇ ਵਿੱਚ ਰਹਿ ਰਹੇ ਹੁੰਦੇ ਨੇ, ਉਹਦੀ ਲਾਰਜਰ ਜੁੜਾਅ ਉਹਦਾ ਆਰਟੀਕੂਲੇਟ ਨਹੀਂ ਹੋ ਪਾਉਂਦਾ। ਸੋ ਜੇ ਭਾਰਤੀ ਕਿਸਾਨ ਯੂਨੀਅਨ ਕਰ ਰਹੀ ਹੈ ਤਾਂ ਉਹ ਕਿਸਾਨਾਂ ਦੇ ਉਸ ਕਨਸਟੀਟੂਐਂਸੀ 'ਚ ਰਹਿ ਜਾਏਗਾ ਜਾਂ ਐਕਟਿਵਿਸਟਾਂ ਦੀ ਕਨਸਟੀਟੂਐਂਸੀ 'ਚ ਰਹਿ ਜਾਏਗਾ। ਇੱਕ ਪਾਸੇ ਸਰਕਾਰਾਂ ਤੇ ਸੱਤਾ ਨਾਲ ਖੜੇ ਲੋਕ ਉਹਨੂੰ ਇਸ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਇਸ ਤਰ੍ਹਾਂ ਪੇਸ਼ ਕਰਦੇ ਨੇ। ਦੂਜਾ ਅੰਦਰੋਂ ਵੀ ਸ਼ਾਇਦ ਬਹੁਤ ਜ਼ਿਆਦਾ ਕੋਸ਼ਿਸ਼ ਨਹੀਂ ਹੁੰਦੀ ਕਿ ਬਾਕੀ ਸਮਾਜ ਨਾਲ ਜੁੜੇ। ਫਿਰ ਉਹ ਵਰਗ ਜਿਹੜਾ ਪ੍ਰੋਟੈਸਟ ਕਰ ਰਿਹਾ ਤੇ ਉਹਨੂੰ ਜੇ ਡਾਂਗਾਂ ਪੈਂਦੀਆਂ ਕਿ ਨਹੀਂ ਪੈਂਦੀਆਂ ਤੇ ਚਰਚਾ ਹੁੰਦੀ ਹੈ ਕਿ ਨਹੀਂ ਹੁੰਦੀ, ਇਹ ਵੀ ਉਸ ਵਰਗ ਨਾਲ ਦੇ ਨਾਲ ਜੁੜ ਕੇ ਵੇਖਿਆ ਜਾਂਦਾ ਹੈ। ਤੁਸੀਂ ਵੇਖੋ ਮਤਲਬ
ਖੇਤ ਮਜ਼ਦੂਰ ਕਿਤੇ ਪ੍ਰੋਟੈਸਟ ਕਰ ਰਹੇ ਹੋਣ, ਉਹਨਾਂ ਨੂੰ ਡਾਂਗਾ ਪੈ ਜੇ ਤੇ ਉਹਦਾ ਬਾਕੀ ਸਮਾਜ ਦੇ ਵਿੱਚ ਚਰਚਾ ਕਿਵੇਂ ਹੁੰਦੀ ਹੈ? ਕਿਸਾਨ ਜਿਨ੍ਹਾਂ ਕੋਲ ਵੱਡੇ ਵੱਡੇ ਟਰੈਕਟਰ ਹੋਣ ਉਹ ਕਰ ਰਹੇ ਹੋਣ ਤੇ ਫਿਰ ਜੇ ਕੁਝ ਹੋਵੇ ਤੇ ਫਿਰ ਚਰਚਾ ਕਿੰਨੀ ਹੁੰਦੀ ਹੈ? ਤੇ ਜੇ ਡਾਕਟਰਾਂ ਦੇ ਪੈ ਜਾਣ ਤਾਂ ਫਿਰ ਡਾਕਟਰਾਂ ਦੇ ਪੈ ਜੇ ਤਾਂ ਕਿਵੇਂ ਹੁੰਦੀ ਹੈ? ਤੁਹਾਨੂੰ ਲੱਗਦਾ ਤੇ ਨਰਸਾਂ ਦੇ ਕੀ ਡਾਂਗ ਕਿਹਦੀ ਪਿੱਠ ਤੇ ਵੱਜਦੀ ਹੈ, ਉਹਦੀ ਕਲਾਸ, ਉਹਦਾ ਸਟੇਟਸ ਸਮਾਜ ਦੇ ਵਿੱਚ, ਉਹ ਸਾਡੇ ਰਿਐਕਸ਼ਨ ਨੂੰ ਵੀ ਤੈਅ ਕਰਦਾ ਹੈ ਕਿ ਕਿੰਨਾ ਰਿਐਕਸ਼ਨ ਹੋਏਗਾ। ਕਿਉਂਕਿ ਉਸ ਜਿਹੜਾ ਆਰਗੇਨਾਈਜੇਸ਼ਨ ਹੈ ਉਹਦੇ ਆਪਦੇ ਵੀ ਰਿਸੋਰਸਿਸ ਨੇ, ਉਹਦੇ ਨਾਲ ਜੁੜਾਵ ਰੱਖਣ ਵਾਲੇ ਬੰਦੇ ਕਿੱਥੇ ਕਿੱਥੇ ਹੈਗੇ, ਪ੍ਰਚਾਰ ਪ੍ਰਸਾਰ ਜਾਂ ਹਾਕਾਰ ਦੀ ਆਵਾਜ਼ ਨੂੰ ਧਵਨੀ ਦਿੰਦੇ ਕਿ ਨਹੀਂ ਦਿੰਦੇ, ਇਹ ਵੀ ਮੈਟਰ ਕਰਦਾ ਹੈ। ਬਟ ਅਸਲ 'ਚ ਜਿਹੜਾ ਸਵਾਲ ਜਿੱਥੇ ਖੜਾ ਹੈ, ਇਹ ਜਿਹੜਾ ਤੁਸੀਂ ਗੱਲਾਂ ਕਹੀਆਂ ਇਹ ਤਾਂ ਹੋਣੀਆਂ ਹੀ ਚਾਹੀਦੀਆਂ, ਪਰ ਜਦੋਂ ਤੁਸੀਂ ਇਹ ਕਰ ਦਿੱਤਾ ਕਿ ਬਈ ਉੱਥੇ ਨਾ ਇੱਕ ਚੋਰ ਚੋਰੀ ਕਰਕੇ ਜਾ ਰਿਹਾ ਸੀ ਤੇ ਫਲਾਣੇ ਬੰਦੇ ਨੇ ਪੁਲਿਸ ਵਾਲੇ ਨੂੰ ਫੜ ਲਿਆ ਤੇ ਉਹਨੂੰ ਫੜ ਕੇ ਢਾ ਲਿਆ, ਤਾਂ ਉਹਨੂੰ ਫਿਰ ਉੱਥੇ ਨਾ ਐ ਨੱਪ ਲਿਆ ਤੇ ਉਹਦੀ ਵਾਹਵਾਹੀ ਕੀਤੀ ਜਾਵੇ, ਕੁੱਟ-ਕੁੱਟ ਕੇ ਮਾਰ ਦਿੱਤਾ ਜਾਂ ਅਧਮਰਾ ਕਰਤਾ, ਉਹਦੀ ਜਿਹੜੀ ਸਮਾਜ ਦੇ ਵਿੱਚ ਵਾਹਵਾਹੀ ਹੁੰਦੀ ਹੋਏਗੀ, ਉਹ ਸਮਾਜ ਦੇ ਵਿੱਚ ਉਹ ਪੁਲਿਸ ਵਾਲੇ ਦੇ ਬੱਚੇ ਨਾ ਤਾਂ ਸ਼ਰਮਿੰਦਾ ਹੋ ਰਹੇ ਹੋਣਗੇ ਤੇ ਨਾ ਹੀ ਉਹਨਾਂ ਨੂੰ ਸਾਈਕੋਲੋਜੀਕਲ ਅਸਿਸਟੈਂਸ ਦੀ ਲੋੜ ਪੈ ਰਹੀ ਹੋਏਗੀ, ਕਿਉਂਕਿ ਸਮਾਜ ਨੂੰ ਅਸੀਂ ਇਸ ਤਰ੍ਹਾਂ ਬਣਾ ਦਿੱਤਾ। ਹੁਣ ਜਦੋਂ ਮੈਂ ਕਹਿ ਰਿਹਾ ਲੋੜ ਨਹੀਂ ਪੈ ਰਹੀ ਹੋਏਗੀ ਉਸ ਪਰਸਪੈਕਟਿਵ ਤੋਂ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਪਰ ਸਮਾਜ ਜਦੋਂ ਇਸ ਤਰ੍ਹਾਂ ਬਣਦਾ ਹੈ, ਇੰਡੀਵਿਜੂਅਲ ਵੀ ਜਦੋਂ ਐਂ ਬਣਦੇ ਨੇ ਕਿ ਇਸ ਤਰ੍ਹਾਂ ਦੀ ਮਾਰਕੁੱਟ ਤੇ ਵਾਹਵਾਹੀ ਕਰਦੇ ਨੇ, ਉਹਨਾਂ ਨੂੰ ਵੀ ਸ਼ਾਇਦ ਸਾਈਕੋਲੋਜੀਕਲ ਮਦਦ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ, ਕਿਉਂਕਿ ਅਸੀਂ ਉਹਨਾਂ ਨੂੰ ਇੰਨਾ ਜ਼ਿਆਦਾ ਇੱਕ ਪਾਸੇ ਧਕੇਲ ਦਿੱਤਾ ਹੈ, ਇਸ ਕਰਕੇ ਵੀ ਲੋੜ ਹੈ। ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਵੀ ਜ਼ਰੂਰਤ ਹੁੰਦੀ ਹੈ। ਦਿੱਲੀ ਦੇ ਵਿੱਚ ਜਿਨ੍ਹਾਂ ਨੇ 3000 ਸਿੱਖਾਂ ਦੇ ਗੱਲਾਂ 'ਚ ਟਾਇਰ ਪਾਏ ਹੋਣਗੇ, ਉਹਨਾਂ ਵਿਚਾਰਿਆਂ ਨੂੰ ਤੇ ਬੜੀ ਮੈਸਿਵ ਸਾਈਕੋਲੋਜੀਕਲ ਹੈਲਪ ਦੀ ਜ਼ਰੂਰਤ ਹੋਏਗੀ। 10 ਬੰਦਿਆਂ ਨੇ ਫੜ ਕੇ ਕਿਸੇ ਸਿੱਖ ਨੂੰ, ਮਤਲਬ ਸਿੱਖ ਕਿਹੜਾ ਐਂ ਕਹਿੰਦਾ ਹੋਏਗਾ ਵੀ ਹਾਂਜੀ ਪਾ ਦਿਓ ਟਾਇਰ, ਉਹ ਵੀ ਅੱਗੋਂ ਰੈਜ਼ਿਸਟ ਕਰਦਾ ਹੋਏਗਾ। ਕਿਸੇ ਨੇ ਬਾਹਾਂ ਫੜੀਆਂ ਹੋਣਗੀਆਂ, ਕਿਸੇ ਨੇ ਲੱਤਾਂ ਫੜੀਆਂ ਹੋਈਆਂ, ਕਿਸੇ ਨੇ ਟਾਇਰ ਨੂੰ ਅੱਗ ਲਾਈ, ਕਿਸੇ ਨੇ ਗਲੇ ਵਿੱਚ ਪਾਇਆ ਹੈ, ਫਿਰ ਉਹਨੂੰ ਸੜਦਿਆਂ ਜਲਦਿਆਂ ਦੇਖਿਆ, ਫਿਰ ਘਰ ਆ ਕੇ ਰੋਟੀ ਵੀ ਖਾਧੀ ਹੋਏਗੀ, ਉਹ ਵੀ ਅੱਧੀ ਰਾਤ ਨੂੰ ਕਿਤੇ ਚੀਕਾ ਮਾਰ ਕੇ ਉੱਠਦਾ ਹੋਏਗਾ। ਮੈਨੂੰ ਤੇ ਇਹ ਲੱਗਦਾ ਉਹਨਾਂ ਨੂੰ ਤੇ ਕੋਈ ਹੈਲਪ ਕਰ ਦਿੰਦੇ, ਸਾਡੇ ਤੇ ਇੱਥੇ ਉਹਦੀ ਵੀ ਕੋਈ ਗੱਲ ਨਹੀਂ ਹੁੰਦੀ ਹੈ। ਤੇ ਸਾਡੇ ਤੇ ਇੱਥੇ ਮਤਲਬ ਵਾਇਲੈਂਸ ਨੂੰ, ਇੱਕ ਦੂਜੇ ਨੂੰ ਮਾਰ ਦੇਣ ਦੇ ਕਲਚਰ ਨੂੰ ਪ੍ਰਮੋਟ ਖੁੱਲ੍ਹਾ ਕੀਤਾ ਜਾਂਦਾ ਹੈ, ਤੇ ਜਿਹੜਾ ਜਿੰਨਾ ਜ਼ਿਆਦਾ ਕਰਦਾ ਹੈ ਉਹ ਸਨਮਾਨਿਤ ਉੱਚੇ ਪਦ ਪਾ ਲੈਂਦਾ ਹੈ। ਤੇ ਉਹਨਾਂ ਦੇ ਕੀ ਕਰੋਗੇ ਤੁਸੀਂ? ਆਦੀ ਹੋ ਜਾਣਾ ਰੀਜ਼ਨ ਹੈ, ਮਤਲਬ ਜੰਮੂ ਕਸ਼ਮੀਰ ਦੇ ਵਿੱਚ 30 ਸਾਲਾਂ ਤੋਂ ਇਹ ਪੁਲਿਸ ਕੋਇਰਸਿਵ ਰਾਜ ਚੱਲ ਰਿਹਾ, ਚਾਹੇ ਕੋਈ ਆਵੇ, ਕਿਸੇ ਦੀ ਸਰਕਾਰ ਆਵੇ ਨਾ ਆਵੇ, ਜਿਹਨੂੰ ਆਪਾਂ ਮਾਓਇਸਟ ਪ੍ਰੋਬਲਮ ਕਹਿ ਦਿੰਦੇ ਹਾਂ ਕਿ ਨਕਸਲਾਈਟਾਂ ਦੀ ਪ੍ਰੋਬਲਮ ਹੈ, 50 ਸਾਲ ਤੋਂ ਵਧੇਰੇ ਦੀ ਪ੍ਰੋਬਲਮ ਹੈ, ਭਾਵੇਂ ਉਹ ਬੇਸਿਕਲੀ ਉਹ ਲੈਂਡਲੈਸ ਲੋਕਾਂ ਦੇ ਬੇਜ਼ਮੀਨੇ ਹੋਣ ਦੀ ਪ੍ਰੋਬਲਮ ਹੈ। ਨਕਸਲਵਾੜੀ ਦੀ ਮੂਵਮੈਂਟ ਤਾਂ ਤੋਂ ਸ਼ੁਰੂ ਹੋਈ ਸੀ ਕਿ ਜ਼ਮੀਨ ਲੈ ਕੇ ਤੇ ਬੇਜ਼ਮੀਨਿਆਂ ਨੂੰ ਦੇਣੀ ਹੈ, ਲੜਾਈ ਤਾਂ ਉੱਥੋਂ ਸ਼ੁਰੂ ਹੋਈ ਸੀ। ਇਹਦੇ ਨਾਲ ਕੋਈ ਲੈਂਡ ਰਿਫਾਰਮਸ ਦਾ ਮੁੱਦਾ ਨਹੀਂ ਬਣ ਗਿਆ। ਨਾਰਥ ਈਸਟ ਦੇ ਵਿੱਚ ਮਲਟੀਪਲ ਕਿਸਮ ਦੀਆਂ ਇਨਸਰਜੈਂਸੀਜ਼ ਚੱਲ ਰਹੀਆਂ, 60 ਸਾਲਾਂ ਤੋਂ ਚੱਲ ਰਹੀਆਂ। ਅਸੀਂ ਦਰਅਸਲ ਇੰਨੇ ਆਦੀ ਹੋ ਗਏ ਹਾਂ ਕਿ ਸਟੇਟ ਆਪਰੇਟਰਸ ਨੇ ਨਾ ਕੁਇਰਸਿਵਲੀ ਚੱਲਣਾ ਹੁੰਦਾ, ਇਹਨੇ हुकूमत ने धक्का करना होंदा ते धक्के ਲਈ ਹੀ ਇਹਦੀ ਏਜੰਸੀ ਬਣਾਈ ਗਈ ਹੈ ਜਿਹੜੀ ਪੁਲਿਸ ਫੋਰਸ ਹੈ ਜਾਂ ਪੈਰਾਮਿਲਟਰੀ ਫੋਰਸਿਸ ਨੇ, ਤਾਂ ਉਹਨਾਂ ਨੇ ਇਦਾਂ ਹੀ ਕਰਨਾ ਹੁੰਦਾ ਹੈ। AFSPA ਨਾਲ ਥੋੜਾ ਬਹੁਤ ਕੋਈ ਰੌਲਾ ਪੈਂਦਾ ਕਿਉਂਕਿ ਇੰਟਰਨੈਸ਼ਨਲੀ ਉਹ ਇੱਕ ਆਵਾਜ਼ ਬਣਾ ਲੈਂਦੇ ਨੇ, ਵਰਨਾ ਪੰਜਾਬ ਦੀ ਪੁਲਿਸ ਰੋਜ਼ ਲੋਕਾਂ ਨੂੰ ਕੁੱਟੇ ਜਾਂ ਉੱਤਰ ਪ੍ਰਦੇਸ਼ ਦੀ ਪੁਲਿਸ ਬੁਲਡੋਜ਼ਰ ਲੈ ਕੇ ਲੋਕਾਂ ਦੇ ਘਰਾਂ ਤੇ ਚੜ ਜਾਵੇ, ਤਾਂ ਇਹਦੇ ਅਸੀਂ ਆਦੀ ਹੋ ਗਏ ਹਾਂ। ਮੈਨੂੰ ਲੱਗਦਾ ਕਿ ਦੇਖੋ ਸਮਾਜ ਦੇ ਵਿੱਚ ਸਾਡੇ ਚ ਵੀ ਆਂਦੀ ਹੈ ਨਾ, ਸਮਾਜ ਦੇ ਵਿੱਚ ਇਹਦੇ ਤੇ ਬਕਾਇਦਾ ਬਹੁਤ ਹੀ ਜ਼ਿਆਦਾ ਸ਼ੋਰ ਹੈ, ਬਕਾਇਦਾ ਇਸ ਦੇ ਉੱਤੇ ਪ੍ਰੋਟੈਸਟ ਹੈ ਇਹਨਾਂ ਚੀਜ਼ਾਂ ਦੇ ਉੱਤੇ। ਉਹ ਸ਼ੋਰ ਜਿਹੜੀਆਂ ਪਪੂਲਰ ਵੌਇਸਿਸ ਨਹੀਂ ਬਣ ਰਿਹਾ, ਉਹ ਸ਼ੋਰ ਜਿਹੜਾ ਹੈਗਾ ਉਹ ਇਹਨਾਂ ਮਾਧਿਅਮਾਂ ਦੇ ਤੱਕ ਨਹੀਂ ਪਹੁੰਚ ਰਿਹਾ। ਮੈਨੂੰ ਲੱਗਦਾ ਆਪਾਂ ਜੇ ਬਹਿਸ ਕਰ ਰਹੇ ਹਾਂ ਤਾਂ ਐਟਲੀਸਟ ਆਪਾਂ ਉਸ ਸ਼ੋਰ ਨੂੰ ਤਾਂ ਇੱਥੇ ਇਹ ਐਕਟਿਵਿਸਟਾਂ ਦਾ ਸ਼ੋਰ ਹੈ, ਇਹ ਭੀੜ ਦਾ ਸ਼ੋਰ ਨਹੀਂ ਬਣ ਰਿਹਾ। ਲੇਕਿਨ ਮੈਂ ਜੋ ਕਹਿਣਾ ਚਾਹ ਰਿਹਾ ਉਹ ਇਹ ਕਿ ਅਗੇਨ ਤੁਸੀਂ ਉਹ ਠੀਕ ਇੱਕ ਸੰਦਰਭ ਵਿੱਚ ਲੈ ਆਂਦਾ ਜਿਹਦੇ ਨਾਲ ਮੇਰੀ ਗੱਲ ਕਹਿਣੀ ਮੈਨੂੰ ਆਸਾਨ ਲੱਗ ਰਹੀ ਹੈ। ਤੁਸੀਂ ਸੰਦਰਭ ਲਿਆਂਦਾ ਦਿੱਲੀ ਦੇ ਦੰਗਿਆਂ ਦਾ 1984 ਦਾ, ਆਪਾਂ ਉਹਦੇ ਨਾਲ ਹੀ ਜੋੜ ਦਈਏ ਗੁਜਰਾਤ ਦੇ ਦੰਗੇ 2000 ਤੋਂ, ਉਹਦੇ ਨਾਲ ਹੀ ਜੋੜ ਦਈਏ ਬੰਬੇ ਰਾਈਟਸ। ਸਾਰੇ ਕਿਸਮ ਦੇ ਦੰਗਿਆਂ ਦੇ ਵਿੱਚ ਪੁਲਿਸ ਜਿਹੜੀ ਹੈਗੀ ਹੈ ਪੂਰੀ ਤਰ੍ਹਾਂ ਇਨਇਫੈਕਟਿਵ ਸਾਬਤ ਹੋਈ। ਦੂਜੇ ਨੰਬਰ ਦੇ ਉੱਤੇ ਸਾਰੇ ਹੀ ਦੰਗਿਆਂ ਦੇ ਵਿੱਚ ਪੁਲਿਸ ਦਾ ਦੰਗਾਕਾਰੀਆਂ ਦੇ ਨਾਲ ਹੈਂਡ ਇਨ ਗਲਵ ਹੋਣਾ, ਜੁੜੇ ਹੋਣਾ, ਇਹਦਾ ਮਾਮਲਾ ਜਿਹੜਾ ਹੈਗਾ ਸਾਹਮਣੇ ਆਇਆ। ਸੋ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕਰਾਊਡ ਕੰਟਰੋਲ ਤਾਂ ਹੋਣਾ ਹੀ ਚਾਹੀਦਾ, ਜਿੱਥੇ ਹੋਣਾ ਚਾਹੀਦਾ ਉੱਥੇ ਤਾਂ ਹੁੰਦਾ ਹੀ ਨਹੀਂ। ਸਾਰੀ ਪੁਲਿਸ ਦੀ ਜਿੰਨੇ ਤੁਹਾਨੂੰ ਲਾਠੀ ਚਾਰਜ ਦੇ ਮੌਕੇ ਮਿਲਦੇ ਨੇ, ਜਿੰਨੇ ਤੁਹਾਨੂੰ ਲੋਕਾਂ ਨੂੰ ਰੋਕਣ ਦੇ ਗਾਈਡਲਾਈਨ ਲੈਂਦੀ ਹੈ ਪੋਲੀਟੀਸ਼ੀਅਨ ਤੋਂ ਹਾਂ ਸੱਤਾਧਾਰੀ ਤੋਂ। ਮੈਂ ਇਹ ਕਹਿਣਾ ਚਾਹ ਰਿਹਾ ਕਿ ਇਹ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਇਹ ਬਣੀ ਗਿਆ, ਇਹ ਬਿਲਕੁਲ ਐਂ ਹੀ ਬਣ ਗਿਆ ਕਿ ਪੁਲਿਸ ਜਿਹੜੀ ਉਹ ਹੈ ਹੀ ਧਰਨੇ ਮੁਜ਼ਾਹਰਿਆਂ ਵਾਸਤੇ, ਪੁਲਿਸ ਹੈ ਹੀ ਲੋਕਾਂ ਦੀ ਆਵਾਜ਼ ਦਬਾਉਣ ਵਾਸਤੇ। ਇਹ ਪੂਰਾ ਇਤਿਹਾਸ ਦੱਸਦਾ ਕਦੋਂ ਕੋਈ ਪੁਲਿਸ ਨੇ ਐਸਾ ਕਾਰਵਾਈ ਕੀਤੀ ਕਿ ਬਹੁਤ ਵੱਡੀ ਕਾਰਵਾਈ ਹੋ ਜਾਣੀ ਸੀ ਕਿ ਲੋਕਾਂ ਦੇ ਖਿਲਾਫ ਇਸ ਕਿਸਮ ਦਾ ਦੰਗਾ ਹੋ ਜਾਣਾ ਸੀ, ਪੁਲਿਸ ਨੇ ਰੋਕਤਾ? ਕਦੀ ਨਹੀਂ ਰੁਕਿਆ। ਜਦੋਂ ਉਹਨਾਂ ਨੇ ਤੈਅ ਕਰ ਲਿਆ ਦੰਗਾ ਹੋਇਆ ਹੀ ਹੋਇਆ। ਜਦੋਂ ਉਲਟਾ ਇਹ ਜ਼ਰੂਰ ਹੈ ਕਿ ਪੁਲਿਸ ਬੜੀ ਕਾਮਯਾਬ ਹੁੰਦੀ ਹੈ ਕਿ ਕਿਸਾਨਾਂ ਨੂੰ ਅਸੀਂ ਨਹੀਂ ਪਹੁੰਚਣ ਦੇਵਾਂਗੇ ਮਟਕਾ ਚੌਂਕ ਤੱਕ, ਬੜੀ ਕਾਮਯਾਬ ਹੁੰਦੀ ਹੈ ਪੁਲਿਸ ਵੀ, ਨਹੀਂ ਕਿਸੇ ਮੰਤਰੀ ਦੇ ਘਰ ਤੱਕ ਪਹੁੰਚਣ ਦੇਵਾਂਗੇ, ਉੱਥੇ ਹੀ ਕਾਮਯਾਬ ਹੈ। ਜਿਹੜੀ ਗੱਲ ਇਹਦੇ ਵਿੱਚ ਉਹਦੇ ਪਰਪਸ ਲਈ ਬਣੀ ਹੈ। ਮੈਨੂੰ ਜਿਹੜੀ ਗੱਲ ਇਹਦੇ ਵਿੱਚ ਨਹੀਂ ਸਮਝ ਆਉਂਦੀ ਹੋਏ ਕਿ ਹਕੂਮਤ ਇਸ ਗੱਲ ਨੂੰ ਕਿਉਂ ਨਹੀਂ ਸਮਝੇਗੀ, ਕਿਉਂਕਿ ਇਹਦਾ ਮਤਲਬ ਇਹ ਹੈ ਕਿ ਲੋਕਾਂ ਦਾ ਰਾਜਨੀਤੀ ਦੇ ਵਿੱਚ ਜਿਹੜਾ ਟਰਸਟ ਹੈ ਉਹ ਡਿਲੂਟ ਹੋ ਜਾਂਦਾ, ਉਹ ਖਤਮ ਹੋ ਜਾਂਦਾ। ਹਕੂਮਤ ਨੇ ਨਹੀਂ ਸਮਝਦਾ, ਹਕੂਮਤ ਹਮੇਸ਼ਾ ਹੀ ਪਾਵਰ ਦੇ ਨਾਲ, ਐਗਜ਼ਿਸਟੈਂਸ ਲਈ, ਰਜੀਮ ਦੀ ਐਗਜ਼ਿਸਟੈਂਸ ਲਈ ਇਹ ਜ਼ਰੂਰੀ ਹੋਵੇਗਾ। ਮੈਂ ਕਹਿੰਦਾ ਕਿ ਇਹ ਰਜੀਮ ਦੀ ਐਗਜ਼ਿਸਟੈਂਸ ਲਈ ਤੁਸੀਂ ਜ਼ਰੂਰ ਉਹਦੀ ਹੈਲਪ ਕਰ ਰਹੇ ਹੋ, ਤੁਸੀਂ ਜ਼ਰੂਰ ਉਹਨੂੰ ਵੈਂਟ ਆਊਟ ਕਰਵਾ ਕੇ ਉਹਦੀ ਹੈਲਪ ਕਰ ਦੋਗੇ, ਲੇਕਿਨ ਰਜੀਮ ਖੁਦ ਪਾਵਰ ਹੈ।
ਰਜੀਮ ਪਾਵਰ ਹੈ, ਪਾਵਰ ਇਦਾਂ ਹੀ ਸੋਚਦੀ ਹੈ ਕਿ ਸਾਡੇ ਕੋਲ ਜੇ ਪਾਵਰ ਹੈ ਹੁਣ ਵਰਤਣੀ ਕਿੱਥੇ ਹੈ। ਸੋ ਉਹ ਪਾਵਰ ਜਿਹੜੀ ਹੈਗੀ ਲੋਕਾਂ ਨੂੰ ਕੰਟਰੋਲ ਕਰਨ ਦੇ ਉੱਤੇ ਵਰਤ ਰਹੇ ਨੇ। ਜਿਹੜਾ ਤੁਸੀਂ ਕਹਿੰਦੇ ਹੋ ਕਿ ਭੀੜ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ, ਨਹੀਂ ਜ਼ਰੂਰੀ। ਹੁਣੇ ਸਾਡੇ ਤੁਸੀਂ ਦੇਖੋ 2 ਜਗ੍ਹਾ ਦੇ ਉੱਤੇ ਹੋਏਗਾ ਵੱਡੀਆਂ ਸਭਾਵਾਂ ਹੁਣ ਹੋਣ ਜਾ ਰਹੀਆਂ, ਚਮਕੌਰ ਸਾਹਿਬ ਵਾਲੀ ਸਭਾ ਤੇ ਆਪਣੀ ਫਤਿਹਗੜ੍ਹ ਸਾਹਿਬ ਵਾਲੀ ਸਭਾ। ਜੀ ਬਿਲਕੁਲ, ਇਸ ਤੋਂ ਵੱਡੀ ਗਿਣਤੀ ਲੁਕਾਈ ਕਿਤੇ ਇਕੱਠੀ ਨਹੀਂ ਹੋਣੀ, ਕੋਈ ਲੋੜ ਨਹੀਂ। ਕਾਰਨ ਕੀ ਹੈ? ਇੰਟੈਂਟ। ਇਹ ਲੁਕਾਈ ਸ਼ਰਧਾ ਦੇ ਨਾਲ ਆਈ ਹੈ, ਇਹ ਲੁਕਾਈ ਜਿਹੜੀ ਹੈਗੀ ਹੈ ਇਹ ਆਪਣੇ ਦੁੱਖ ਵਿਅਕਤ ਕਰਨ ਆਈ ਹੈ। ਠੀਕ ਇਸੇ ਤਰੀਕੇ ਨਾਲ ਹਰ ਧਰਨਾ, ਮੈਂ ਆਪ ਪਲੈਨਿੰਗ ਦਾ ਪਾਰਟ ਰਿਹਾ ਧਰਨਿਆਂ ਦਾ, ਹਰ ਧਰਨੇ ਤੋਂ ਪਹਿਲਾਂ ਅਸੀਂ ਤੈਅ ਕਰਦੇ ਹਾਂ ਬੈਨਰ ਦੇ ਉੱਤੇ ਕੀ ਲਿਖਿਆ ਜਾਏਗਾ, ਨਾਰੇ ਕੀ ਹੋਣਗੇ, ਨਾਰੇ ਕੌਣ ਲਗਾਏਗਾ। ਇੰਨਾ ਕੁਝ ਡਿਟੇਲਡ ਦੇ ਵਿੱਚ ਪਲਾਨ ਹੋ ਕੇ ਜਿਹੜੇ ਧਰਨੇ ਲੱਗ ਰਹੇ, ਉਹਦੀ ਇੰਟੈਂਟ ਹਜੇ ਸਮਝ ਨਹੀਂ ਆਈ ਸਰਕਾਰ ਨੂੰ। ਉਹਦੀ ਇੰਟੈਂਟ ਬਿਲਕੁਲ ਕੋਈ ਕ੍ਰਿਮੀਨਲ ਇੰਟੈਂਟ ਨਹੀਂ ਹੈ। ਉਹ ਪਹੁੰਚ ਵੀ ਜਾਏਗਾ, ਅਸੀਂ ਪਹੁੰਚ ਜਾਾਂਗੇ, ਵਿਧਾਨ ਸਭਾ ਤੱਕ ਪਹੁੰਚ ਜਾਾਂਗੇ। ਇੱਕ ਵੀ ਤੋੜ-ਫੋੜ ਨਹੀਂ ਹੋਏਗੀ ਵਿਧਾਨ ਸਭਾ ਦੇ ਵਿੱਚ, ਮੈਂ ਗਰੰਟੀ ਕਰਦਾ ਇਸ ਗੱਲ ਦੀ, ਕਿਉਂਕਿ ਲੋਕ ਨਹੀਂ ਕਰਨਗੇ। ਲੀਡਰ ਜੇ ਮੰਨ ਲਓ ਤੁਸੀਂ ਕਿਸੇ ਲੀਡਰ ਦੀ ਮਨਸ਼ਾ ਦੇ ਉੱਤੇ ਸ਼ੱਕ ਕਰ ਲਓ, ਲੀਡਰ ਕਹਿ ਵੀ ਦੇਵੇ ਕਿ ਸਾਰੇ ਲੋਕਾਂ ਨੂੰ ਵਿਧਾਨ ਸਭਾ ਆਪਾਂ ਤੋੜ ਦਈਏ, ਨਹੀਂ ਤੋੜਨਗੇ ਲੋਕ। ਲੋਕ ਉਸ ਵਿਧਾਨ ਸਭਾ ਦੇ ਵਿੱਚ ਚੁਣ ਕੇ ਆਪਣੇ ਬੰਦੇ ਭੇਜਦੇ ਨੇ, ਉਸ ਤੋਂ ਬਾਅਦ ਉਮੀਦ ਕਰਕੇ ਬੈਠ ਜਾਂਦੇ ਨੇ ਵੀ ਸ਼ਾਇਦ ਹੁਣ ਕੁਝ ਠੀਕ ਹੋਏਗਾ। ਲੋਕ ਨਹੀਂ ਤੋੜਦੇ ਇਸ ਤਰ੍ਹਾਂ। ਸੋ ਇਸ ਕਰਕੇ ਲੋਕਾਂ ਨੂੰ ਕ੍ਰਿਮੀਨਲ ਜਿਹੜਾ ਮੰਨ ਕੇ ਫਿਰ ਉਹਨੂੰ ਕੰਟਰੋਲ ਕਰਨਾ ਹੀ ਪੈਣਾ ਹੈ। ਇਸ ਆਈਡੀਆ ਤੋਂ ਹੀ ਸਾਨੂੰ ਪ੍ਰੋਬਲਮ ਹੋਣੀ ਚਾਹੀਦੀ ਹੈ, ਇਸ ਆਈਡੀਆ ਨੂੰ ਡਿਬੇਟ ਕੀਤਾ ਜਾਣਾ ਚਾਹੀਦਾ। ਜੀ ਕੀ ਪ੍ਰੋਬਲਮ ਡੈਮੋਕ੍ਰੇਸੀ ਦੇ ਵਿੱਚ ਹੈ ਕਿ ਤੁਸੀਂ ਜਦੋਂ ਲੋਕਾਂ ਨੂੰ ਰਾਈਟਸ ਦਿਓਗੇ ਤਾਂ ਉਹ ਵਧੇਰੇ ਰਾਈਟਸ ਦੀ ਡਿਮਾਂਡ ਕਰਨਗੇ। ਸਟੇਟ ਦੀ ਇੱਕ ਟੈਂਡੈਂਸੀ ਹੈ ਰਾਈਟਸ ਦੇ ਅਗੇਂਸਟ, ਤੇ ਉਹ ਰੈਜ਼ਿਸਟ ਕਰਨਾ ਸ਼ੁਰੂ ਕਰ ਦੇਗੀ। ਉਹ ਲਾਈਨ ਕਿੰਨੀ ਛੇਤੀ ਆਉਂਦੀ ਹੈ, ਕਿੰਨੀ ਦੇਰ ਨਾਲ ਆਉਂਦੀ ਹੈ। ਜਿਹੜੀਆਂ ਡੈਸਪੋਟ ਸਟੇਟਸ ਆ, ਮੰਨ ਲਓ ਕੋਈ ਰੂਸ ਹੈ, ਟਰਕੀ ਹੈ, ਇਜਿਪਟ ਹੈ, ਜਾਂ ਹੁਣ ਕਹਿਣ 'ਚ ਕੀ ਹਰਜ਼ ਹੈ, ਸਾਡਾ ਅੱਜ ਦਾ ਭਾਰਤ ਹੈ ਜਿਸ ਕਿਸਮ ਦਾ ਬਣਦਾ ਜਾ ਰਿਹਾ, ਉਹਦੇ 'ਚ ਸਟੇਟ ਕਹਿੰਦੀ ਹੈ ਵੀ ਡੈਮੋਕ੍ਰੇਸੀ ਵਿਦਆਊਟ ਰਾਈਟਸ ਲੈ ਲਓ। ਇਹ ਡੈਮੋਕ੍ਰੇਸੀ ਹੈ, ਬਿਨਾਂ ਰਾਈਟਸ ਤੋਂ ਹੈ। ਇੱਕ ਮੈਂ ਜਾਸਾ ਮੌਂਕ ਦੀ ਕਿਤਾਬ ਪੜ੍ਹ ਰਿਹਾ ਸੀਗਾ, ਦ ਪੀਪਲ ਵਰਸਸ ਡੈਮੋਕ੍ਰੇਸੀ, ਵਾਈ ਆਵਰ ਫਰੀडम ਇਜ਼ ਇਨ ਡੇਂਜਰ ਐਂਡ ਹਾਊ ਟੂ ਸੇਵ ਇਟ। ਉਹ ਕਹਿ ਰਿਹਾ ਕਿ ਇੱਕ ਤਾਂ ਕਿਉਂਕਿ ਜਦੋਂ ਪੋਪੂਲਰ ਵਿਲ ਨੂੰ ਇੱਕ ਖਾਸ ਤਰੀਕੇ ਨਾਲ ਹਕੂਮਤ ਬਣਾ ਦਿੰਦੀ ਹੈ ਤਾਂ ਫਿਰ ਉਹ ਦੋਨੋਂ ਚੀਜ਼ਾਂ ਦੇ ਦਿੰਦੀ ਹੈ। ਉਹ ਕਹਿੰਦੀ ਜਾਂ ਤਾਂ ਰਾਈਟਸ ਵਿਦਆਊਟ ਡੈਮੋਕ੍ਰੇਸੀ ਨੇ, ਤੁਹਾਨੂੰ ਹਕੂਕ ਤੁਹਾਡੇ ਨੇ, ਫਿਰ ਡੈਮੋਕ੍ਰੇਸੀ ਨਾ ਮੰਗੋ। ਦੂਜਿਆਂ ਨੂੰ ਉਹ ਕਹਿੰਦੀ ਵੀ ਡੈਮੋਕ੍ਰੇਸੀ ਲੈ ਲਓ ਤੇ ਬਿਨਾਂ ਰਾਈਟਸ ਤੋਂ। ਈਦਰ ਯੂ ਹੈਵ ਡੈਮੋਕ੍ਰੇਸੀ ਵਿਦਆਊਟ ਰਾਈਟਸ ਵਰਸਸ ਰਾਈਟਸ ਵਿਦਆਊਟ ਡੈਮੋਕ੍ਰੇਸੀ। ਕੀ ਸਟੇਟ ਇਹਦੇ ਵਿੱਚ ਫਸਦੀ ਜਾ ਰਹੀ ਹੈ? ਕੀ ਮੁਸ਼ਕਲ ਸੀਮਤ ਰਿਸੋਰਸਿਸ ਦੀ ਹੈ ਕਿ ਦਰਅਸਲ ਸਟੇਟ ਕੋਲ ਦੇਣ ਲਈ ਉਹਨਾਂ ਕੁਝ ਹੈ ਨਹੀਂ ਹੈ ਜਿੰਨਾ ਲੋਕ ਮੰਗ ਰਹੇ ਨੇ। ਕੋਈ ਨੌਕਰੀਆਂ ਮੰਗਣ ਆ ਜਾਂਦਾ, ਕੋਈ MSP ਮੰਗਣ ਆ ਜਾਂਦਾ ਹੈ, ਕੋਈ ਆਪਣੇ ਜ਼ਿਆਦਾ ਭੱਤੇ ਮੰਗਣ ਆ ਜਾਂਦਾ ਹੈ। ਤੇ ਸਟੇਟਸ ਦੀ ਇਕਨੋਮਿਕ ਕੰਡੀਸ਼ਨ ਇਸ ਤਰ੍ਹਾਂ ਦੀ ਹੈ, ਥੋੜੇ ਰਿਸੋਰਸਿਸ ਲਈ ਜ਼ਿਆਦਾ ਲੋਕਾਂ ਦੀ ਲੜਾਈ ਹੈ। ਸਟੇਟ ਕੋਲ ਹੋਰ ਕੋਈ ਤਰੀਕਾ ਵੀ ਨਹੀਂ ਹੈ, ਫਿਰ ਪੁਲਿਸ ਨੂੰ ਹੀ ਅੱਗੇ ਕਰਨਾ ਪੈਂਦਾ, ਹੋਰ ਸਟੇਟ ਕੀ ਕਰੇ ਡੈਸਪਰੇਟ ਲੋਕਾਂ ਅੱਗੇ। ਨਹੀਂ SP ਜੀ, ਜੇ ਰਿਸੋਰਸਿਸ ਦਾ ਮਸਲਾ ਹੋਵੇ ਤੇ ਚੁਣਾਵ ਦੇ ਟਾਈਮ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਉਹ ਵੀ ਫਿਰ ਉਸੇ ਕ੍ਰਾਈਟੇਰੀਆ ਤੇ ਕਸੇ ਜਾਣ, ਤੋਲੇ ਜਾਣ ਉਸੇ ਤਕੜੀ ਤੋਂ। ਹੁਣ ਕਿਹੜੀ ਤਕੜੀ ਤੋਂ ਵਾਅਦੇ ਕਿਤੇ ਟਾਈਮ ਤੋਲੇ ਜਾਂਦੇ ਨੇ ਤੇ ਕਿਹੜੀ ਤਕੜੀ ਤੋਂ ਬਾਅਦ ਦੇ ਵਿੱਚ ਤੋਲੇ ਜਾਂਦੇ ਨੇ। ਨੰਬਰ 1, ਤੁਸੀਂ ਜੀਰੇ ਦੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਸ਼ਰਾਬ ਫੈਕਟਰੀ ਦੇ ਖਿਲਾਫ, ਉੱਥੇ ਸਟੇਟ ਦੇ ਇੰਟੈਂਸ਼ਨ ਨੂੰ, ਸਟੇਟ ਦੇ ਕਾਰਵਾਈ ਨੂੰ ਵੇਖੀ ਆਪਾਂ। ਉੱਥੇ ਸਟੇਟ ਜੁਲਾਈ ਦੇ ਵਿੱਚ 6 ਮਹੀਨੇ ਕਰੀਬ ਹੋ ਗਏ ਧਰਨਾ ਸ਼ੁਰੂ ਹੋ ਗਿਆ, ਬਿਲਕੁਲ 150 ਦਿਨ ਟੱਪ ਗਏ। ਹੁਣ ਕੀ ਉਹ ਇਹ ਸੀਗਾ ਕਿ ਫੈਕਟਰੀ ਚੱਲਣ ਨਹੀਂ ਦੇਣੀ, ਜਾਂ ਇਹ ਸੀ ਕਿ ਸਰਕਾਰ ਇਹ ਸੁਨਿਸ਼ਚਿਤ ਕਰੇ ਕਿ ਇੱਥੇ ਪਾਣੀ, ਮਿੱਟੀ, এনवायरमेंट ਇਹ ਪ੍ਰਦੂਸ਼ਣ ਨਾਲ ਪ੍ਰਭਾਵਿਤ ਨਾ ਹੋ। ਸਰਕਾਰ ਦਾ ਕੰਮ ਸੀ ਬਚਾਣਾ ਪਾਣੀ ਨੂੰ, ਧਰਤੀ ਨੂੰ, ਉਹ ਲੋਕ ਕਰ ਰਹੇ ਸਨ। ਲੋਕ ਇਹ ਮੰਗ ਕਰ ਰਹੇ ਸੀ। ਸਰਕਾਰ ਨੇ 6 ਮਹੀਨਿਆਂ 'ਚ ਕੀ ਕੀਤਾ? ਸਰਕਾਰ ਨੇ ਕੱਲ ਹਾਈ ਕੋਰਟ 'ਚ ਕਿਹਾ ਅਸੀਂ 4 ਕਮੇਟੀਆਂ ਬਣਾਤੀਆਂ। 6 ਮਹੀਨੇ ਬਾਅਦ ਸਰਕਾਰ ਨੇ ਲੋਕਾਂ ਦੀ ਮੰਗ ਤੋਂ ਬਾਅਦ 4 ਕਮੇਟੀਆਂ ਬਣਾਤੀਆਂ ਤੇ ਕਿਹਾ ਅਸੀਂ ਐਮਿਕੇਬਲੀ ਰਿਜ਼ੋਲਵ ਕਰਨਾ ਚਾਹੁੰਦੇ ਹਾਂ। ਜੁਲਾਈ ਤੋਂ ਸਰਕਾਰ ਇਹ ਕਹਿ ਰਹੀ ਹੈ। ਕਮੇਟੀ ਪਹਿਲੀ ਵਾਰ ਬਣਾਤੀ ਤੁਸੀਂ, ਸਰਕਾਰ ਕਰ ਕੀ ਰਹੀ ਸੀ? ਹੁਣ ਜਿਹੜਾ ਫੈਕਟਰੀ ਦਾ ਓਨਰ ਹੈ, ਇਹ ਵੱਖਰਾ ਡਿਬੇਟ ਹੈ, ਇਹ ਕਰ ਲਵਾਂਗੇ, ਇਹ ਚੱਲਦਾ ਰਹੇ। ਜਿਹੜਾ ਇਸ ਦੌਰਾਨ ਉਹ 600 ਪੁਲਿਸ ਵਾਲਾ ਖੜਾ ਕਰ ਦਿੰਦੇ ਨੇ, ਜਿਹੜਾ ਇਸ ਦੌਰਾਨ ਉਹ ਦਹਿਸ਼ਤ ਕ੍ਰੀਏਟ ਕਰਦੇ ਨੇ, ਮੇਰੀ ਪ੍ਰੋਬਲਮ ਉੱਥੇ ਸਟਾਰਟ ਹੋ ਜਾਂਦੀ ਹੈ। ਮੈਂ ਵੀ ਉਸੇ ਦੀ ਗੱਲ ਹੀ ਕਰ ਰਿਹਾ ਹਾਂ। ਹੁਣ ਸਰਕਾਰ ਜਿਹੜਾ ਕਰਨ ਵਾਲਾ ਕੰਮ ਸੀ ਉਹ ਨਹੀਂ ਕਰਦੀ। ਸਰਕਾਰ ਧਰਨਾ ਵੀ ਚੱਲਣ ਦਿੰਦੀ ਹੈ, ਸਰਕਾਰ ਫੈਕਟਰੀ ਬੰਦ ਕਰਨ ਦਾ ਆਰਡਰ ਵੀ ਨਹੀਂ ਕਰਦੀ। ਸਰਕਾਰ ਇਹ ਵੀ ਨਹੀਂ ਕਹਿੰਦੀ ਅਸੀਂ ਜੱਜ ਕਰ ਲਾਂਗੇ ਤੇ ਜਦੋਂ ਤੱਕ ਅਸੀਂ ਇਹ ਨਤੀਜਾ ਤੇ ਨਹੀਂ ਪਹੁੰਚਦੇ ਕਿ ਵੀ ਇੱਥੋਂ ਪੋਲੂਸ਼ਨ ਨਹੀਂ ਹੋ ਰਿਹਾ ਉਦੋਂ ਤੱਕ ਫੈਕਟਰੀ ਬੰਦ ਰਹੇ। ਆਮ ਜਨਤਾ ਕਹਿ ਰਹੀ ਹੈ, ਪਿਕਚਰਸ ਨੇ ਸਾਹਮਣੇ ਦਿਸ ਰਿਹਾ ਕਿ ਫੈਕਟਰੀ ਕਿਵੇਂ ਪਾਣੀ ਛੱਡ ਰਹੀ ਹੈ, ਕੀ ਕੁਝ ਕਰ ਰਹੀ ਹੈ, ਉਹਦੇ ਨਾਲ ਜਿਹੜਾ ਲਾਨ ਉਹਦੇ ਨਾਲ ਨੁਕਸਾਨ ਹੋ ਰਿਹਾ। ਇਹ ਗੱਲਾਂ ਹੁਣ ਤੋਂ ਸਰਕਾਰ ਨਾ ਫੈਕਟਰੀ ਦੇ ਬਾਰੇ ਕੋਈ ਫੈਸਲਾ ਕਰਦੀ ਹੈ, ਉਹਦਾ ਲਾਇਸੈਂਸ ਸਸਪੈਂਡ ਕਰਦੀ ਹੋਵੇ, ਉਹਦਾ ਆਪਰੇਸ਼ਨ ਰੋਕਦੀ ਹੋਵੇ, ਕੁਝ ਨਹੀਂ ਕਰਦੀ ਹੈ। ਦੂਜੇ ਪਾਸੇ ਪੁਲਿਸ ਲਾ ਕੇ ਛੱਡ ਦਿੰਦੀ ਹੈ, ਕਿਸਾਨ ਬੈਠੇ ਨੇ। ਫਿਰ ਅਚਾਨਕ ਮਾਮਲਾ ਹਾਈ ਕੋਰਟ ਇੱਕ ਦਿਨ ਆਰਡਰ ਕਰ ਦਿੰਦਾ ਹੈ ਕਿ ਤੁਸੀਂ ਇੰਨੀ ਦੇਰ ਦੇ ਵਿੱਚ ਕੋਈ ਪ੍ਰਯਾਸ ਨਹੀਂ ਕਰ ਰਹੇ ਕਿ ਉਹ ਬੰਦੇ ਦੀ ਫੈਕਟਰੀ ਚੱਲੇ, ਤੁਸੀਂ ਉਹਨੂੰ ਪੈਸਾ ਦਿਓ, ਮੁਆਵਜ਼ਾ ਦਿਓ, ਉਹਦਾ ਨੁਕਸਾਨ ਹੋ ਰਿਹਾ। ਉਸ ਤੋਂ ਬਾਅਦ ਅਚਾਨਕ ਪੁਲਿਸ ਕੀ ਕਰਨ ਲੱਗਦੀ ਹੈ, ਸਟੇਟ ਅਚਾਨਕ ਕੀ ਕਰਦੀ ਹੈ, ਉਹ ਹੁਣ ਅੰਤਰ ਵੇਖੋ ਤੁਸੀਂ। ਫਿਰ ਅਗਲੀ ਤਰੀਕ ਆਉਣ ਤੋਂ ਪਹਿਲਾਂ ਸਟੇਟ ਇਹ ਨਹੀਂ ਕਿ ਉਹਨਾਂ ਨੂੰ ਕਿਸਾਨਾਂ ਨੂੰ ਚੁੱਕ ਕੇ ਉਥੋਂ
ਬਾਹਰ ਹਟਾ ਪਾਉਂਦੀ ਹੈ ਜਾਂ ਹਟਾ ਦਿੰਦੀ ਹੈ, ਜ਼ਿਆਦਾ ਲੋਕ ਜੁੜਦੇ ਨੇ। ਜਿਹੜਾ ਤੁਸੀਂ ਉਦਾਹਰਣ ਦਿੱਤਾ ਕਿ ਜਦੋਂ ਅਸੀਂ ਫੈਸਿਲਿਟੇਟ ਕਰਦੇ ਹਾਂ ਧਰਨੇ ਨੂੰ ਤੇ ਇੱਕ ਤਰ੍ਹਾਂ ਡੀਲ ਹੁੰਦਾ ਹੈ, ਜਦੋਂ ਉਸ ਨੂੰ ਰਜਿਸਟਰ ਕਰਦੀ ਹੈ ਪੁਲਿਸ ਤੇ ਦੂਜੀ ਤਰ੍ਹਾਂ ਹੁੰਦਾ ਤੇ ਉਹ ਰਿਐਕਸ਼ਨ ਹੋਇਆ, ਜ਼ਿਆਦਾ ਧਰਨਾ ਵੱਡਾ ਰੂਪ ਲੈ ਗਿਆ। ਪਰ ਪੁਲਿਸ ਨੇ ਉਦੋਂ ਵੀ ਕੀ ਕੀਤਾ, ਪੁਲਿਸ ਨੇ ਫਿਰ ਵੀ ਡਾਇਲੋਗ ਕਰਨ ਦੀ ਬਜਾਏ, ਗੱਲ ਨੂੰ ਆ ਕਮੇਟੀਆਂ ਬਣਾਉਣ ਦੀ ਬਜਾਏ ਸਿਰਫ ਇਹ ਕੰਮ ਕਰਦੀ ਰਹੀ ਕਿ ਕੋਰਟ 'ਚ ਜਾਵਾਂਗੇ, ਕੋਰਟ 'ਚ ਇੱਕ ਆਪਣਾ ਦਾ ਸਟੇਟਸ ਰਿਪੋਰਟ ਦੇਾਂਗੇ, ਅਸੀਂ ਹਟਾਉਣ ਵਾਸਤੇ ਆ ਕੀਤਾ, ਅਸੀਂ ਇੰਨੇ ਪਰਚੇ ਦਰਜ ਕਰਤੇ, ਆ ਕਰਤਾ, ਅਸੀਂ ਆ ਕਰਤਾ, ਨਾਲ ਐਫਆਈਆਰ ਦਰਜ ਕਰਦੇ, ਚੋਰੀ ਕਰ ਰਹੇ ਸੀ। ਪੁਲਿਸ ਤੇ ਸਟੇਟ ਜਿਹੜੀ ਕਰ ਰਹੀ ਹੈ ਉਹ ਕਰ ਕੀ ਰਹੀ ਹੈ, ਦੈਟ ਇਜ਼ ਦਾ ਹੋਲ ਇਸ਼ੂ। ਜੇ ਸਟੇਟ ਇੰਨੀ ਸੰਵੇਦਨਸ਼ੀਲ ਹੈ, ਪੁਲਿਸ ਵੀ ਉਸੇ ਤਰ੍ਹਾਂ ਹੀ ਕੰਮ ਕਰੇਗੀ। ਤੇ ਉਦੋਂ ਵੀ ਜਦੋਂ ਉਹਨਾਂ ਨੂੰ ਹਟਾਉਣ ਦੀ ਗੱਲ ਹੋਈ, ਉਦੋਂ ਇਹ ਗੱਲ ਨਹੀਂ ਸੀ ਕਿ ਉਹ ਫੈਕਟਰੀ ਦੇ ਵਿੱਚ ਅੰਦਰ ਵੜ ਜਾਣਗੇ ਤੇ ਫੈਕਟਰੀ ਤੋੜ ਦੇਣਗੇ। ਇਹ ਕੋਈ ਨਹੀਂ ਸੀ ਕਹਿ ਰਿਹਾ, ਇਹ ਤਾਂ ਫੈਕਟਰੀ ਵਾਲੇ ਨਹੀਂ ਕਹਿ ਰਹੇ ਕਿ ਸਾਡੀ ਫੈਕਟਰੀ ਤੋੜ ਰਹੇ ਨੇ। ਸਰ ਜਿੱਦਣ ਇਹ ਪੁਲਿਸ ਅਚਾਨਕ ਐਕਟਿਵ ਹੋਈ ਉਦੋਂ ਕੋਈ 6 ਮਹੀਨੇ ਤੋਂ ਹਾਲਾਤ ਬਦਲੇ ਨਹੀਂ ਸੀ। ਬਦਲਿਆ ਕੀ ਸੀ, ਹਾਈ ਕੋਰਟ ਦੇ ਵਿੱਚ ਆਰਡਰ ਹੋਇਆ, ਸਟੇਟ ਨੇ ਹਾਈ ਕੋਰਟ 'ਚ ਜਾ ਕੇ ਕਹਿਣਾ ਸੀ, ਸਟੇਟਸ ਰਿਪੋਰਟ ਦੇ ਵਿੱਚ ਅਸੀਂ ਜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਹਟਾਉਣ ਦੀ। ਇਹ ਕੋਸ਼ਿਸ਼ ਦੇ ਨਾਂ ਤੇ ਤੁਸੀਂ ਡਾਂਗਾ ਵਰਸਾਣੀ ਸ਼ੁਰੂ ਕਰਤੀ, ਤੁਸੀਂ ਪਰਚੇ ਕਰਨੇ ਸ਼ੁਰੂ ਕਰਤੇ। ਇਹ ਦੈਟ ਇਜ਼ ਦਾ ਹੋਲ ਇਸ਼ੂ ਕਿ ਪੁਲਿਸ ਤੇ ਸਟੇਟ ਕੰਮ ਕਿਵੇਂ ਕਰਦੀ ਹੈ। ਇਹ ਗੱਲ ਠੀਕ ਹੈ, ਪੁਲਿਸ ਨੇ ਜਦੋਂ ਆਪਾਂ ਕਹਿੰਦੇ ਆ ਵਰਚੁਅਲ ਸਟੇਟ ਹੀ ਕਰ ਰਿਹਾ ਹੁੰਦਾ, ਐਗਜ਼ੀਕਿਊਟਿਵ ਇਹ ਵੀ ਕਰ ਰਿਹਾ। ਪਰ ਇਹ ਮਤਲਬ ਪੜ੍ਹ ਕੇ ਕਦੀ ਅੱਜ ਤੋਂ 10 ਸਾਲ ਬਾਅਦ ਕੋਈ ਪੜ੍ਹੇਗਾ ਰਿਸਰਚ ਦੇ ਵਿੱਚ ਕਿ ਜਿਸ ਵੇਲੇ ਹਿੰਦੁਸਤਾਨ ਦੁਨੀਆ ਦੀ ਔਰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਇਹ ਕਹਿ ਰਹੇ ਸਨ, ਤੇਜਸਵੀ ਪ੍ਰਧਾਨ ਮੰਤਰੀ ਜੀ, ਕਿ ਹਿੰਦੁਸਤਾਨ ਦੁਨੀਆ ਦੀ ਫਾਸਟੈਸਟ ਗਰੋਇੰਗ ਇਕੋਨੋਮੀ ਹੈ, ਉਸ ਵੇਲੇ ਅਸੀਂ ਸਭ ਤੋਂ ਰਿਗਰੈਸਿਵ ਪੁਲਿਸਿੰਗ ਸਿਸਟਮ ਵਾਲੀ ਸਟੇਟ ਸੀਗੇ। ਇਹ ਕਿਸ ਤਰ੍ਹਾਂ ਦਾ ਲੱਗੇਗਾ ਪੜ੍ਹਨ ਅੱਜ ਤੋਂ 10 ਸਾਲਾਂ ਬਾਅਦ ਜਦੋਂ ਖੋਜਾਰਥੀ ਇਹਦੇ ਬਾਰੇ ਲਿਖਣਗੇ, ਉਹਦੇ ਬਾਰੇ ਗੱਲ ਕਰਾਂਗੇ। ਤੇ ਇਹ ਵੀ ਕਿ ਡੈਮੋਕ੍ਰੇਸੀ ਦੇ ਵਿੱਚ ਫਿਰ ਡਾਂਗਾਂ ਗਾਇਬ ਹੋ ਜਾਣ ਜਾਂ ਡਾਂਗਾਂ ਕਿਤੇ ਪਿਆਰ ਨਾਲ ਮਾਰਨੀਆਂ ਚਾਹੀਦੀਆਂ ਨੇ, ਇਹ ਕੀ ਸਿਸਟਮ। ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਜਿਸ ਢੰਗ ਤਰੀਕੇ ਦੇ ਨਾਲ ਜੀਰੇ ਦੇ ਵਿੱਚ ਪ੍ਰੋਟੈਸਟ ਨੂੰ ਕੰਟਰੋਲ ਕਰਨ ਲਈ ਡਾਂਗ ਦੀ ਵਰਤੋਂ ਕੀਤੀ ਜਾ ਰਹੀ ਹੈ, ਬਾਕੀ ਦੇ ਹੱਥਕੰਡਿਆਂ ਦੇ ਨਾਲ ਨਾਲ। ਵੈਸੇ ਇਸ ਤੋਂ ਪਹਿਲਾਂ ਵੀ ਕਿਸਾਨ ਮੋਰਚੇ ਵੇਲੇ ਦੁਨੀਆ ਨੇ ਉਹ ਨਜ਼ਾਰੇ ਦੇਖੇ ਨੇ ਜਦੋਂ ਟੈਕਸ ਪੇਅਰ ਦੇ ਪੈਸੇ ਦੇ ਨਾਲ ਸੜਕ ਦੇ ਉੱਤੇ ਪੁੱਠੇ ਕਿੱਲ ਗੱਡ ਦਿੱਤੇ ਗਏ ਸਨ। ਹੁਣ ਉਹਨਾਂ ਤੋਂ ਜਾਂ ਤੇ ਲੋਕਾਂ ਦੀਆਂ ਗੱਡੀਆਂ ਨੇ ਲੰਘਣਾ ਸੀ ਤੇ ਜਾਂ ਲੋਕਾਂ ਦੇ ਪਿੰਡਿਆਂ ਨੇ ਲੰਘਣਾ ਸੀ। ਸੋ ਹਕੂਮਤ ਕਿਸ ਕਿਸਮ ਦੇ ਸੀਨ ਦੇਖਣਾ ਚਾਹ ਰਹੀ ਸੀ, ਇੱਥੋਂ ਪਤਾ ਲੱਗਦਾ ਹੈ ਕਿ ਜੇ ਅਸੀਂ ਇਕੱਠੇ ਹੋ ਜਾਈਏ, ਡੈਮੋਕ੍ਰੇਸੀ ਇੱਕ ਬੜੀ ਰੈਡੀਕਲ ਚੀਜ਼ ਹੁੰਦੀ ਹੈ। ਡੈਮੋਕ੍ਰੇਸੀ ਦੇ ਕਿਹੋ ਜਿਹਾ ਸਿਸਟਮ ਹੈ ਜਿਹੜਾ ਇੰਸਪਾਇਰ ਕਰਦਾ ਹੈ ਰੈਡੀਕਲੀ ਕਿ ਤੁਸੀਂ ਆਰਗੇਨਾਈਜ਼ ਕਰੋ ਆਪਣੇ ਆਪ ਨੂੰ ਤੇ ਆਪਣੇ ਹਕੂਕ ਦੀ ਗੱਲ ਕਰੋ। ਉਹਦੇ ਵਿੱਚ ਹਕੂਮਤ ਚਾਹੁੰਦੀ ਕੀ ਹੈ। ਕਮਲਜੀਤ ਜੀ, ਇਹ ਸਾਡੇ ਦੇਸ਼ ਦੇ ਵਿੱਚ ਨਾ ਇੱਕੋ ਮਨਾਉਂਦੇ ਨੇ ਪੁਲਿਸ ਰਿਫਾਰਮਸ ਡੇ। ਇਹ ਹਰ ਸਾਲ 22 ਸਤੰਬਰ ਨੂੰ ਮਨਾਇਆ ਜਾਂਦਾ ਹੈ। 22 ਸਤੰਬਰ ਨੂੰ ਤਾਂ ਮਨਾਇਆ ਜਾਂਦਾ ਹੈ ਕਿਉਂਕਿ 22 ਸਤੰਬਰ 2006 ਤੋਂ ਬਾਅਦ ਇਹ ਬਣਿਆ ਪੁਲਿਸ ਰਿਫਾਰਮਸ ਡੇ। ਉਸ ਦਿਨ ਸੁਪਰੀਮ ਕੋਰਟ ਨੇ ਲੈਂਡਮਾਰਕ ਜਜਮੈਂਟ ਦਿੱਤੀ ਸੀਗੀ ਪੁਲਿਸ ਰਿਫਾਰਮਸ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਆਪਣੇ ਆਪ ਨੂੰ ਕੰਡਕਟ ਕਰਨਾ ਹੋ। ਜਾਂ ਤਾਂ ਯੂਪੀ ਵਾਲੇ ਫਾਰਮਰ ਡੀਜੀਪੀ, ਕੀ ਨਾਮ ਸੀ ਉਹਨਾਂ ਦਾ, ਪ੍ਰਕਾਸ਼ ਸਿੰਘ ਜੀ, ਉਹ ਬੜੇ ਪ੍ਰੋਐਕਟਿਵਲੀ ਇਹਨੂੰ ਫੋਲੋ ਕਰਦੇ ਨੇ। ਕਈ ਕਿਸਮ ਦੀ ਅਥਾਰਟੀਜ਼ ਐਸਟੈਬਲਿਸ਼ ਹੋਈਆਂ ਨੇ। ਹੁਣ ਉਸ ਤੋਂ ਬਾਅਦ ਜਿਹੜੇ ਨਜ਼ਾਰੇ ਦੇਖੇ ਨੇ, ਉਹ ਟੋਲਸਟਾਈਨ ਜੀ ਲਾਈਨ ਮੈਨੂੰ ਯਾਦ ਰਹਿੰਦੀ ਹੈ ਆਨਾ ਕੈਰੇਂਡੀਨਾ ਵਾਲੀ ਨਾ, ਈਚ ਅਨਹੈਪੀ ਫੈਮਿਲੀਜ਼ ਅਨਹੈਪੀ ਇਨ ਇਟਸ ਓਨ ਵੇ। ਹੁਣ ਸਰਕਾਰ ਕੋਲ ਜਿੰਨੇ ਨਾਖੁਸ਼ ਲੋਕ ਜਾਂਦੇ ਨੇ, ਐਵਰੀਵਨ ਇਜ਼ ਅਨਹੈਪੀ ਇਨ ਹਿਜ਼ ਹਰ ਓਨ ਵੇ। ਹਰ ਵਿਅਕਤੀ ਹੈ ਨਾ ਟੋਲਸਟਾਈ ਦੀ ਇੱਕ ਤਰ੍ਹਾਂ ਦੀ ਲਾਈਨ ਕਿ ਹਰ ਜਿਹੜਾ ਖੁਸ਼ ਪਰਿਵਾਰ ਹੈ ਉਹ ਇੱਕੋ ਤਰੀਕੇ ਨਾਲ ਖੁਸ਼ ਹੁੰਦਾ ਹੈ। ਹਰ ਨਾਖੁਸ਼ ਪਰਿਵਾਰ ਦੀ ਨਾਖੁਸ਼ੀ ਦੇ ਆਪਣੇ ਆਪਣੇ ਕਾਰਨ ਨੇ। ਇਹਨਾਂ ਸਾਰਿਆਂ ਦੇ, ਕਿਸਾਨਾਂ ਦੇ, ਮਜ਼ਦੂਰਾਂ ਦੇ, ਆਂਗਨਵਾੜੀ ਵਰਕਰਾਂ ਦੇ, ਹੋਰ ਮੰਗਾਂ ਦੇ, ਤਲਬਗਾਰਾਂ ਦੇ, ਸਭ ਦੇ ਆਪਣੇ ਆਪਣੇ ਕਾਰਨ ਨੇ। ਹੁਣ ਜਿਹੜੀ ਨਾਗਰਿਕ ਤੇ ਸਰਕਾਰ ਦੇ ਵਿਚਕਾਰ ਜਿਹੜਾ ਰਿਸ਼ਤਾ ਹੈ, ਉਹ ਅਸੀਂ ਤਾਂ ਮੰਨ ਕੇ ਚੱਲਦੇ ਹਾਂ ਕਿ ਉਹ ਹੁਣ ਰਿਸ਼ਤਾ ਸਾਡਾ ਨਾਗਰਿਕ ਤੇ ਮਾਈ ਬਾਪ ਸਰਕਾਰ ਹੁੰਦੀ ਹੈ। ਸਰਕਾਰ ਨੇ ਮਾਂ ਜਾਂ ਬਾਪ ਵਰਗਾ ਰੋਲ ਅਦਾ ਕਰਨਾ ਹੁੰਦਾ। ਉਹ ਜਾਂ ਤੇ ਬਣ ਗਿਆ ਪੈਟਰਨ ਕਲਾਇੰਟ ਵਾਲਾ, ਜਿਹੜਾ ਜੀਰੇ ਦੇ ਵਿੱਚ ਰਾਜੀਵ ਜੀ ਜਿਸ ਤਰ੍ਹਾਂ ਕਰ ਰਹੇ ਨੇ, ਜਾਂ ਕਸਟਮਰ ਤੇ ਪ੍ਰੋਵਾਈਡਰ ਵਾਲਾ ਕਿ ਅਸੀਂ ਤੁਹਾਡੇ ਤੋਂ ਕੋਈ ਚੀਜ਼ ਲੈਣੀ ਹੈ ਤੁਸੀਂ ਦੇ ਨਹੀਂ ਰਹੇ, ਜਾਂ ਡੋਲ ਸੀਕਰ ਤੇ ਪ੍ਰੋਵਾਈਡਰ ਵਾਲਾ ਵੀ ਸਾਨੂੰ ਤਰਸ ਦੇ ਆਧਾਰ ਦੇ ਉੱਤੇ ਤੁਸੀਂ ਕੁਝ ਦਿਓ ਤੇ ਅਸੀਂ ਹੋਰ ਮੰਗ ਰਹੇ ਹਾਂ ਕਿ ਸਾਨੂੰ 300 ਯੂਨਿਟ ਨਹੀਂ 400 ਯੂਨਿਟ ਦੇ ਦਿਓ, ਜਾਂ ਫਿਰ ਉਹ ਇੱਕ ਐਪੀਸੋਡਿਕ ਜਾਂ ਗ੍ਰੈਟੀਫਿਕੇਸ਼ਨ ਲਈ ਅੱਜ ਸਾਈਕਲ ਦੇ ਦਿਓ, ਅੱਜ ਫਲਾਣ ਦੇ ਦਿਓ, ਜਿਹਨੂੰ ਪ੍ਰਧਾਨ ਮੰਤਰੀ ਰੇਵੜੀਆਂ ਕਹਿੰਦੇ ਨੇ। ਜਿਹੜਾ ਰਿਸ਼ਤਾ ਹੁੰਦਾ ਹੈ ਐਮਪਾਵਰਡ ਸਿਟੀਜ਼ਨ ਦੇ, ਕਿ ਅਧਿਕਾਰ ਸੰਪੰਨ ਨਾਗਰਿਕ ਦੇ ਵਿਚਕਾਰ ਤੇ ਸੇਵਕ ਦੇ ਖਿਲਾਫ, ਸੇਵਕ ਜਾਂ ਮਤਲਬ ਪ੍ਰਧਾਨ ਸੇਵਕ ਵੀ ਪਾ ਲਓ ਅੱਜ ਦੀ ਡੇਟ ਦੇ ਵਿੱਚ, ਪ੍ਰਧਾਨ ਸੇਵਕ ਦੇ ਵਿਚਕਾਰ ਉਹ ਰਿਸ਼ਤਾ ਗਾਇਬ ਹੈ। ਤੁਹਾਨੂੰ ਲੱਗਦਾ ਇਹਦੇ ਵਿੱਚੋਂ ਪੁਲਿਸ ਦੀ ਲਾਠੀ ਚਮਕਦੀ ਹੈ? ਫਿਰ ਦੇਖੋ, ਇੱਕ ਤਾਂ ਇਹਦੇ ਤੇ ਇੱਕ ਕੁਇਕ ਕਮੈਂਟ ਤਾਂ ਇਹ ਹੈ ਕਿ ਇਹ ਜਿਹੜਾ ਰਿਸ਼ਤਾ ਹੈਗਾ, ਪਾਵਰ ਜਿਹੜੀ ਹੈਗੀ ਹੈ, ਇੱਕ ਕਨਸਟੈਂਟ ਚੀਜ਼ ਹੈ, ਇੱਕ ਪਾਵਰ ਦੀ ਡਾਇਨਾਮਿਕ ਚੀਜ਼, ਜਿਹੜੀ ਡਾਇਲੈਕਟਿਕਲ ਚੀਜ਼। ਉਹਦੇ ਵਿੱਚੋਂ ਜੇ ਪਾਵਰ ਲੋਕਾਂ ਕੋਲ ਵੱਧ ਹੋਏਗੀ ਤਾਂ ਸਰਕਾਰ ਕੋਲ ਘਟੇਗੀ, ਸਰਕਾਰ ਕੋਲ ਵਧੇਗੀ ਤਾਂ ਲੋਕਾਂ ਕੋਲ ਘਟੇਗੀ। ਪਾਵਰ ਚੀਜ਼ ਹੀ ਐਸੀ ਹੈ। ਸੋ ਸਾਨੂੰ ਇਸ ਦਾ, ਕੁਝ ਲੋਕ ਕਹਿਣਗੇ ਬੈਲੈਂਸ ਬਣਾ ਲਓ, ਫਿਰ ਬਰਾਬਰ ਵੰਡ ਲਓ, ਚੈਕਸ ਐਂਡ ਬੈਲੈਂਸਸ ਜਿਹਨੂੰ ਕੁਝ ਡੈਮੋਕ੍ਰੇਸੀ ਲੋਕ ਕਹਿਣਗੇ ਫਿਰ ਸਕੈਂਡੀਨੇਵੀਆ ਚ ਇਦਾਂ ਕਿਉਂ ਨਹੀਂ ਹੁੰਦਾ। ਹਾਂ, ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਪੁਲਿਸ ਦਾ ਆਈਡੀਆ ਆਪਾਂ ਡਿਸਕਸ ਕਰ ਰਹੇ ਹਾਂ ਨਾ, ਦੇਖੋ 1861 ਦੇ ਵਿੱਚ ਜਦੋਂ ਪੁਲਿਸ ਐਕਟ ਪਹਿਲੀ ਵਾਰੀ ਬਣਿਆ ਕਿਸ ਕੰਟੈਕਸਟ 'ਚ ਸੀ? 1857 ਕੰਟੈਕਸਟ ਹੈ।
1857 ਦੇ ਵਿੱਚ ਮਿਊਟਨੀ ਹੁੰਦੀ ਹੈ ਵੱਡੇ ਪੱਧਰ ਦੇ ਉੱਤੇ। ਅੰਗਰੇਜ਼ ਸਰਕਾਰ ਇਹ ਸਮਝਦੀ ਹੈ ਵੀ ਸਾਡੀ ਆਪਣੀ ਪੈਦਾ ਕੀਤੀ ਹੋਈ ਫੋਰਸ ਹੀ ਸਾਡੇ ਖਿਲਾਫ ਬਗਾਵਤ ਕਰ ਸਕਦੀ ਹੈ। ਸੋ ਉਹਨਾਂ ਨੇ 1861 ਵਾਲੇ ਐਕਟ ਦੇ ਵਿੱਚ ਹੋਰ ਕਾਸੇ ਤੋਂ ਇਲਾਵਾ ਜਿਹੜੀ ਮੇਨ ਇੰਟੈਂਟ ਹੈ ਉਹ ਇਸ ਗੱਲ ਦੇ ਉੱਤੇ ਖੜੀ ਹੈ ਕਿ ਪੁਲਿਸ ਜਾਂ ਫੋਰਸ ਉਹਦਾ ਕੰਮ ਪਾਵਰ ਦੀ ਰੱਖਿਆ ਕਰਨਾ। ਉਹਨਾਂ ਨੇ ਯੂਜ਼ ਕੀਤਾ ਵਰਡ ਪੋਲੀਟੀਕਲੀ ਯੂਜ਼ਫੁਲ। ਹਾਂ, ਉਹ ਪੋਲੀਟੀਕਲੀ ਯੂਜ਼ਫੁਲ ਹੋਣੀ ਚਾਹੀਦੀ ਹੈ, ਉਹ ਪਾਵਰ ਦੀ ਰੱਖਿਆ ਕਰਨ ਵਾਸਤੇ ਹੈ, ਸਰਕਾਰ ਦੀ ਰੱਖਿਆ ਕਰਨ ਵਾਸਤੇ ਹੈ। ਸਾਡੇ ਇੱਥੇ ਦਾ ਕੋਈ ਵੀ ਪੁਲਿਸ ਰਿਫਾਰਮ ਇਸ ਪਾਵਰ ਦੀ ਰੱਖਿਆ ਵਾਲੇ ਕੋਰਟ ਤੋਂ ਜਦੋਂ ਤੱਕ ਉਲਟ ਨਹੀਂ ਜਾਂਦਾ, ਜਦੋਂ ਤੱਕ ਪੁਲਿਸ, ਉਦੋਂ ਤੱਕ ਉਸ ਦਾ ਰਿਫਾਰਮ ਦਾ ਕੋਈ ਮਤਲਬ ਨਹੀਂ ਹੈ। ਸਭ ਤੋਂ ਪਹਿਲੀ ਗੱਲ, ਸਾਡੀ ਇੱਥੇ ਹਿੰਦੁਸਤਾਨ ਦੀ ਕਿਸੇ ਵੀ ਆਜ਼ਾਦ ਸਰਕਾਰ ਨੇ, ਜਿਹੜੀ ਹਲੇ ਤੱਕ ਨਹੀਂ ਹੋਈ, ਜਿਹੜੀ ਹਲੇ ਹੋਣੀ ਹੈ ਭਵਿੱਖ ਦੇ ਵਿੱਚ ਕਦੀ, ਹਿੰਦੁਸਤਾਨ ਦੀ ਕਿਸੇ ਆਜ਼ਾਦ ਸਰਕਾਰ ਨੂੰ ਸਭ ਤੋਂ ਪਹਿਲਾਂ ਇਸ ਨੂੰ ਅਨਡਨ ਕਰਨਾ ਪਏਗਾ। ਸਭ ਤੋਂ ਪਹਿਲਾਂ ਇਸ ਗੱਲ ਨੂੰ ਰੱਦ ਕਰਨਾ ਪਏਗਾ ਕਿ ਪੁਲਿਸ ਦਾ ਕੰਮ ਪਾਵਰ ਦੀ ਰੱਖਿਆ ਕਰਨਾ ਨਹੀਂ ਹੈ, ਪਹਿਲੀ ਗੱਲ। ਦੂਜਾ, ਜਦੋਂ ਅਸੀਂ ਕਹਿੰਦੇ ਹਾਂ ਕਿ ਪੁਲਿਸ ਦੇ ਵਿੱਚ ਹੁਣ ਰਿਫਾਰਮ ਦੀ ਗੱਲ ਜਿੱਦਾਂ ਚੱਲਦੀ ਹੈ, ਜਦੋਂ ਤੁਸੀਂ 2006 ਦੀ ਗੱਲ ਕੀਤੀ, ਰਿਫਾਰਮ ਤੋਂ ਆਉਣ ਤੋਂ ਬਾਅਦ ਜਿੰਨੇ ਐਕਟ ਸੁਜੈਸਟ ਹੋਏ, ਪੰਜਾਬ ਵਾਲਾ ਐਕਟ ਆਪਾਂ ਪੜ੍ਹਿਆ, ਮਾਡਲ ਐਕਟ ਪੁਲਿਸ ਦਾ ਵੀ, ਜਿਹੜਾ ਮਾਡਲ ਪੁਲਿਸ ਐਕਟ ਹੈ, ਉਹ ਸਾਰੇ ਐਕਟ ਪੁਲਿਸ ਨੂੰ ਹੋਰ ਜ਼ਿਆਦਾ ਪਾਵਰ ਦਿੰਦੇ ਨੇ ਕਿ ਤੁਸੀਂ ਪੂਰੇ ਧਰਨੇ ਨਾਲ ਡੀਲ ਕਰਨ ਦਾ, ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਉਹ ਜਿਹੜੀ ਵਿਚਾਲੇ ਇੱਕ ਸਪੇਸ ਹੋਣੀ ਚਾਹੀਦੀ ਹੈ, ਲੋਕਾਂ ਦੇ ਨਾਲ ਤੋਂ ਪਹਿਲਾਂ ਡਾਇਲੌਗ ਹੋਣਾ ਚਾਹੀਦਾ, ਇਹਨਾਂ ਨੇ ਬਲਕਿ ਉਹ ਪਹਿਲਾਂ ਵਾਲਾ ਜਿਹੜਾ ਡਾਇਲੌਗ ਹੋ ਸਕਦਾ ਹੈ ਉਹਦੇ ਵੀ ਹੋਰ ਜ਼ਿਆਦਾ ਮਾਰੂ ਤਰੀਕੇ ਲੱਭੇ ਨੇ ਉਸ ਦੇ ਵਿੱਚ। ਜਿਹੜਾ ਨਵਾਂ ਪੁਲਿਸ ਐਕਟ, ਮਾਡਲ ਪੁਲਿਸ ਐਕਟ ਹੈ, ਉਹ ਕਹਿੰਦਾ ਵੀ ਤੁਸੀਂ ਕਿਸੇ ਲੀਡਰ ਦੇ ਘਰੇ ਕਦੇ ਮਰਜ਼ੀ ਜਾ ਕੇ ਕੁਝ ਮਰਜ਼ੀ ਉੱਥੇ ਪਲਾਂਟ ਕਰ ਸਕਦੇ ਹੋ। ਅਸੀਂ ਦੇਖਿਆ ਆ ਜਿਹੜਾ ਬਾਰ-ਬਾਰ ਬੁੱਧੀਜੀਵੀਆਂ ਦੀ ਰਿਲੀਜ਼ ਦਾ ਸਵਾਲ ਅਸੀਂ ਉਠਾਉਂਦੇ ਹਾਂ, ਉਹਦੇ ਵਿੱਚ ਰੋਨਾ ਵਿਲਸਨ ਦੇ ਲੈਪਟਾਪ ਦੇ ਵਿੱਚ ਐਸੀਆਂ ਚੀਜ਼ਾਂ ਮਿਲੀਆਂ ਜਿਹੜੀਆਂ ਉਹਨੇ ਨਹੀਂ ਸੀ ਰੱਖੀਆਂ। ਉਹ ਰਿਪੋਰਟ ਆ ਚੁੱਕੀ ਹੈ ਵੀ ਉਹਦੇ ਚ ਪੁਲਿਸ ਨੇ ਪਲਾਂਟ ਕੀਤੀਆਂ। ਸੋ ਕਿਸੇ ਵੀ ਐਕਟਿਵਿਸਟ ਦੇ ਲੈਪਟਾਪ ਦੇ ਵਿੱਚ ਪੁਲਿਸ ਕੁਝ ਪਲਾਂਟ ਕਰ ਦਿੰਦੀ ਹੈ, ਉਹਦੇ ਆਧਾਰ ਦੇ ਉੱਤੇ ਉਸ ਨੂੰ ਕੇਸ ਦਰਜ ਕੀਤਾ ਜਾ ਸਕਦਾ। ਸੋ ਪੁਲਿਸ ਨੂੰ ਇੰਨੀਆਂ ਅਸੀਮ ਪਾਵਰਾਂ ਦੇਣਾ ਇਹ ਕੋਈ ਰਿਫਾਰਮ ਨਹੀਂ ਹੈ, ਇਹ 1861 ਦੀ ਜਿਹੜੀ ਇਹਨਾਂ ਦੀ ਮਤਲਬ ਧਾਰਨਾ ਹੈਗੀ ਹੈ, ਉਹਨੂੰ ਹੋਰ ਪੱਕਿਆਂ ਕਰਨਾ ਜਾਂ ਉਹਨੂੰ ਮਾਡਰਨਾਈਜ਼ ਕਰਨ ਦਾ ਰਸਤਾ ਹੈ। ਧਾਰਨਾ ਕੀ ਹੋਣੀ ਚਾਹੀਦੀ ਹੈ? ਮੈਂ ਕਹਿਣਾ ਚਾਹੁੰਦਾ ਇਹਦੇ ਉੱਤੇ ਡਿਬੇਟ ਜੋ ਚੱਲ ਰਹੀ ਹੈ ਦੁਨੀਆ ਦੇ ਉੱਤੇ, ਦੋ ਤਰੀਕੇ ਦੇ ਇਸ ਦੇ ਉੱਤੇ ਸਵਾਲ ਉਠਾਏ ਗਏ ਨੇ। ਇੱਕ ਹੈ ਜਿਹਨੂੰ ਉਹ ਕਹਿ ਦਿੰਦੇ ਨੇ ਕਿ ਉਹ ਨੇ ਜਿਹੜੇ ਕਹਿੰਦੇ ਨੇ ਵੀ ਪੁਲਿਸ ਹੋਣੀ ਨਹੀਂ ਚਾਹੀਦੀ, ਪੁਲਿਸ ਦੀ ਫੰਡਿੰਗ ਖਤਮ ਕਰੋ। ਦੈਟਸ ਯੂਟੋਪੀਅਨ। ਯੂਐਸ ਦੇ ਵਿੱਚ ਇਹ ਸਵਾਲ ਬੜਾ ਉੱਠਿਆ ਹੈ, ਯੂਐਸ ਦੇ ਸਵਾਲ ਬਾਰ-ਬਾਰ ਉੱਠਦਾ ਹੈ ਵੀ ਡੀਫੰਡ ਦਾ ਪੁਲਿਸ, ਡੀਫੰਡ ਦਾ ਪੁਲਿਸ। ਇੱਕ ਉਹ ਡੀਫੰਡ ਵਾਲਾ ਆਈਡੀਆ ਹੈ, ਇੱਕ ਆਈਡੀਆ ਯੂਐਸ ਦਾ ਲੈਫਟ ਵੀ ਉਠਾਉਂਦਾ ਹੈ। ਬਲੈਕ ਲਾਈਵਸ ਮੈਟਰ ਦੇ ਰਿਐਕਸ਼ਨ ਦੇ ਵਿੱਚ ਸੀਗਾ, ਲੇਕਿਨ ਬਲੈਕ ਲਾਈਵਸ ਮੈਟਰਸ ਜਿਹੜੀ ਹੈਗੀ ਉਹੀ ਇੱਕ ਹੋਰ ਸਵਾਲ ਵੀ ਉਠਾਉਂਦੀ ਹੈ। ਉਹ ਹੈਗਾ ਵੀ ਕਮਿਊਨਿਟੀ ਕੰਟਰੋਲ ਆਫ ਪੁਲਿਸਿੰਗ, ਵੀ ਕਮਿਊਨਿਟੀ ਜਿਹੜੀ ਹੈ ਉਹ ਪੁਲਿਸ ਨੂੰ ਕੰਟਰੋਲ ਕਰੇ। ਉਹ ਈਵਨ ਕਿ ਕੌਪ ਸਿਸਟਮ ਅਮਰੀਕਾ ਦਾ ਹੀ ਹੈ, ਲੇਕਿਨ ਕੌਪ ਸਿਸਟਮ ਨੂੰ ਵੀ ਉਹ ਕਹਿੰਦੇ ਨੇ ਵੀ ਇਹ ਉਹ ਕੰਟਰੋਲ ਨਹੀਂ ਹੈ ਜਿਹੜਾ ਅਸੀਂ ਕਹਿ ਰਹੇ ਹਾਂ। ਅਸੀਂ ਕਹਿ ਰਹੇ ਹਾਂ ਕਿ ਜਿਹੜਾ ਉਹ ਸ਼ੈਰਿਫ ਸ਼ੂਰਸ ਦਾ ਸਿਸਟਮ ਇਹਨਾਂ ਨੇ ਬਣਾਇਆ ਸੀ, ਵੀ ਉਹਦੀ ਬਜਾਏ ਐਸਾ ਹੋਣਾ ਚਾਹੀਦਾ ਹੈ ਕਿ ਜਿਹੜੀ ਕਮਿਊਨਿਟੀ ਹੈ ਉਹ ਪੁਲਿਸ ਦੀ ਭਰਤੀ ਦੀਆਂ ਸ਼ਰਤਾਂ, ਪੁਲਿਸ ਦੀ ਵੇਜਸ ਜਿਹੜੀਆਂ ਨੇ ਉਹਦੇ ਥਰੂ ਹੋ ਕੇ ਆਵੇ। ਸੋ ਇਸ ਕਿਸਮ ਦਾ ਇੱਕ ਸਟਰੋਂਗ ਕੰਟਰੋਲ ਜਿਹੜਾ ਹੈਗਾ ਉਹਦਾ ਕੁਐਸਚਨ ਜਿਹੜਾ ਹੈਗਾ ਉਹ ਲਿਆਉਣਾ ਚਾਹੀਦਾ। ਡੈਮੋਕ੍ਰੇਸੀ ਨੇ ਇਸ ਕਿਸਮ ਦੀਆਂ ਬੜੀਆਂ ਸਟੱਡੀਜ਼ ਕੀਤੀਆਂ। ਉਹਨਾਂ ਨੇ ਕਿਹਾ ਦਰਅਸਲ ਜਦੋਂ ਪੁਲਿਸ ਲੋਕਾਂ ਨੂੰ ਕੁੱਟਦੀ ਹੈ ਤਾਂ ਕੋਈ ਆਦਮੀ ਦੂਸਰੇ ਆਦਮੀ ਨੂੰ ਨਹੀਂ ਕੁੱਟ ਰਿਹਾ ਹੁੰਦਾ। ਉਹ ਕਹਿੰਦੇ ਨੇ ਕਿ ਇਹ ਨਾ ਇੱਕ ਐਨੋਨਿਮਿਟੀ ਉਹਦੇ ਵਿੱਚ ਆ ਜਾਂਦੀ ਹੈ। ਜਦੋਂ ਪੁਲਿਸ ਨੂੰ ਆਰਡਰ ਦਿੱਤਾ ਜਾਂਦਾ ਹੈ ਤਾਂ ਲੰਡਨ ਮੈਟਰੋਪੋਲੀਟਨ ਪੁਲਿਸ ਇੱਕ ਵਰਡ ਯੂਜ਼ ਕਰਦੀ ਹੈ ਕਿ ਰੈੱਡ ਮਿਸਟ ਕ੍ਰੀਏਟ ਹੋ ਜਾਂਦੀ ਹੈ, ਇੱਕ ਲਾਲ ਰੰਗ ਦੀ ਧੁੰਦ ਕ੍ਰੀਏਟ ਹੋ ਜਾਂਦੀ ਹੈ। ਉਹਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਆਰਡਰ ਦੇ ਦਿੱਤਾ ਗਿਆ, ਤੁਹਾਡੀਆਂ ਅੱਖਾਂ ਤੇ ਵਾਈਜ਼ਰ ਲੱਗੇ ਨੇ, ਤੁਸੀਂ ਪ੍ਰੋਟੈਕਟਿਵ ਸ਼ੀਲਡ ਪਾਈਆਂ, ਨਾਮ ਤੁਹਾਡਾ ਦਿਸ ਨਹੀਂ ਰਿਹਾ, ਤੁਸੀਂ ਵੀ ਬੇਨਾਮ ਹੋ, ਭੀੜ ਵੀ ਸਾਹਮਣੇ ਬੇਨਾਮ ਹੈ, ਕੋਈ ਇੰਡੀਵਿਜੂਅਲ ਦੂਜੇ ਇੰਡੀਵਿਜੂਅਲ ਤੇ ਉੱਤੇ ਹਮਲਾ ਨਹੀਂ ਕਰ ਰਿਹਾ ਹੁੰਦਾ, ਦੋ ਗਰੁੱਪਸ ਆਪਸ ਵਿੱਚ ਭਿੜ ਪੈਂਦੇ ਨੇ, ਉਹਦੇ ਵਿੱਚ ਇੱਕ ਐਨੋਨਿਮਿਟੀ ਆ ਜਾਂਦੀ ਹੈ। ਪਲੱਸ ਉਹਨਾਂ ਨੇ ਕਿਹਾ ਕਿ ਇੰਨੇ ਸਾਈਕੋਲੋਜੀਕਲ ਟ੍ਰਿਗਰ ਹੁੰਦੇ ਨੇ, ਇਹ ਥੋੜੀ ਪਤਾ ਲੱਗਦਾ ਕਿ ਹੁਣ ਕਿੰਨੀ ਫੋਰਸ ਯੂਜ਼ ਕਰਨੀ ਹੈ, ਕਿੰਨੀ ਫੋਰਸ ਨਹੀਂ ਯੂਜ਼ ਕਰਨੀ। ਸਾਡੇ ਇੱਥੇ ਵੀ ਪੁਲਿਸ ਨੂੰ ਜੇ ਮਤਲਬ ਆ ਜਦੋਂ ਪੱਤਰਕਾਰ ਖਬਰਾਂ ਛਾਪਦੇ ਨੇ ਕਿ ਅੱਜ ਲਾਠੀ ਚਾਰਜ ਹੋਇਆ ਫਲਾਣ, ਮੈਂ ਖਬਰਾਂ ਕਦੀ ਨਹੀਂ ਪੜ੍ਹੀਆਂ ਕਿ ਪੰਜਾਬ ਪੁਲਿਸ ਨੂੰ ਲਾਠੀ ਚਾਰਜ ਦੀ ਟ੍ਰੇਨਿੰਗ ਕੌਣ ਦੇ ਰਿਹਾ, ਲਾਠੀ ਚਾਰਜ ਦਾ ਪਰਪਸ ਭੀੜ ਨੂੰ ਖਦੇੜਨਾ ਹੈ ਕਿ ਲਾਠੀ ਚਾਰਜ ਦਾ ਪਰਪਸ ਲੋਕਾਂ ਨੂੰ ਅੱਜ ਹੀ ਸਜ਼ਾ ਦੇ ਦੇਣੀ ਹੈ, ਪਨਿਸ਼ ਕਰ ਦੇਣਾ, ਇੰਨਾ ਕੁੱਟਣਾ ਕਿ ਇਹਨਾਂ ਨੂੰ ਸਬਕ ਮਿਲੇ ਤੇ ਅੱਗੇ ਤੋਂ ਇਹਦੀਆਂ ਬਰੂਹਾਂ ਤੱਕ ਸੱਤਾ ਦੀਆਂ ਨਾ ਆਉਣ। ਇਹ ਪੁਲਿਸ ਟ੍ਰੇਨਿੰਗ ਵਾਲੇ ਸਵਾਲ ਕਿੱਥੇ ਨੇ? ਉੱਥੇ ਉਹ ਜਾਰਜ ਫਲੋਇਡ ਦੀ ਧੌਣ ਤੇ ਗੋਡਾ ਦੇ ਕੇ ਉਹ ਮਰ ਜਾਂਦਾ, ਤਾਂ ਉਸ ਤੋਂ ਬਾਅਦ ਉਹ ਬਕਾਇਦਾ ਸਾਰੀਆਂ ਡਾਇਗਰਾਮਸ ਬਣਾ ਕੇ ਕਰਦੇ ਨੇ ਕਿ ਪੁਲਿਸ ਇਧਰੋਂ ਦੀ ਹੱਥ ਫੜ ਸਕਦੀ ਹੈ, ਇਧਰੋਂ ਬਾਹ ਮਰੋੜ ਸਕਦੀ ਹੈ, ਇਧਰੋਂ ਨਹੀਂ ਮਰੋੜ ਸਕਦੀ, ਜੇ ਇੱਕ ਵਾਰੀ ਬਾਹ ਮਰੋੜੀ ਹੋਵੇ ਤਾਂ ਦੂਜੇ ਪਾਸਿਓਂ ਇਹ ਵਾਲਾ ਮੂਵ ਨਹੀਂ ਚੱਲ ਸਕਦੀ। ਉਹ ਬਕਾਇਦਾ ਉਹਨੂੰ ਕੋਡੀਫਾਈ ਕਰਦੇ ਨੇ। ਸਾਡੀ ਪੁਲਿਸ ਦੀਆਂ ਕੋਡੀਫਿਕੇਸ਼ਨਸ ਕਿੱਥੇ ਨੇ ਕਿ ਤੁਸੀਂ ਮੈਨੂੰ ਕੁੱਟਣ ਲੱਗਿਆ, ਕਿੱਥੋਂ ਫੜੋਗੇ, ਕਿੱਥੇ ਮਾਰੋਗੇ, ਮੇਰੇ ਗੋਡਿਆਂ ਤੋਂ ਥੱਲੇ ਲਾਠੀ ਵੱਜੇਗੀ, ਉੱਪਰ ਲਾਠੀ ਵੱਜੇਗੀ, ਪਿੱਠ ਤੇ ਮਾਰੋਗੇ ਕਿ ਸਿਰ ਤੇ ਮਾਰੋਗੇ। ਇਹ ਬਹਿਸਾਂ ਕਦੋਂ ਹੁੰਦੀਆਂ ਨੇ? ਇਹ ਬਹਿਸਾਂ ਵੀ ਨੇ, ਕੁਝ ਇਸ ਤਰ੍ਹਾਂ ਦੇ ਫੈਸਲੇ ਵੀ ਆਉਂਦੇ ਨੇ, ਪਰ ਸਾਡੇ ਜਿੱਥੇ ਚਰਚਾ ਕਰਨ ਵਾਲੇ ਲੋਕ ਨੇ ਉਹਨਾਂ ਦੀ ਪੋਜੀਸ਼ਨ ਵੀ ਕਿਵੇਂ ਬਦਲਦੀਆਂ ਨੇ ਉਹ ਵੀ ਵੇਖਣਾ ਚਾਹੀਦਾ। ਅਸੀਂ ਹਰਿਆਣੇ ਦੇ ਵਿੱਚ ਜੇ ਵੇਖੀਏ 2016 ਦੀ ਗੱਲ ਮੈਂ ਕਰ ਰਿਹਾ, ਜਦੋਂ ਰੋਹਤਕ ਦੇ ਵਿੱਚ ਰੈਸਟ ਹਾਊਸ ਦੇ ਵਿੱਚ ਭੀੜ ਵੱਧ ਜਾਂਦੀ ਹੈ, ਲੋਕ ਆ ਜਾਂਦੇ ਨੇ ਤੇ ਉੱਥੇ ਆਫੀਸਰ ਬੈਠੇ ਨੇ, ਉਹ ਆਪਦੀ ਗੱਲ ਕਹਿਣ ਉੱਥੇ ਆਏ ਨੇ, ਉੱਥੇ ਪ੍ਰੋਟੈਸਟ ਕਰਦੇ ਆ ਜਾਂਦੇ ਨੇ ਤੇ ਉੱਥੇ ਗੋਲੀ ਚੱਲਦੀ ਹੈ। ਫਿਰ ਗੋਲੀ ਚੱਲਦੀ ਹੈ, ਲੋਕ ਜਦੋਂ ਭੱਜਣਾ ਸ਼ੁਰੂ ਕਰ ਦਿੰਦੇ ਨੇ, ਪਿੱਛੋਂ ਵੀ ਚੱਲਦੀ ਹੈ, ਭੱਜਦੇ ਲੋਕਾਂ ਨੂੰ ਵੀ ਲੱਗਦੀ ਹੈ ਗੋਲੀ। ਫਿਰ
ਰੋਹਤਕ ਦੇ ਵਿੱਚ ਕਿੰਨਾ ਸਾਰਾ ਏਰੀਆ ਦੁਕਾਨਾਂ ਫੂਕ ਦਿੱਤੀਆਂ ਜਾਂਦੀਆਂ ਨੇ, ਕੋਈ ਗੋਲੀ ਨਹੀਂ ਚੱਲਦੀ, ਕੋਈ ਲਾਠੀ ਨਹੀਂ ਵੱਜਦੀ, ਕੁਝ ਨਹੀਂ ਹੁੰਦਾ। ਫਿਰ ਜਿੱਦਣ ਇਹ ਘੋਸ਼ਣਾ ਹੋ ਜਾਂਦੀ ਹੈ ਕਿ ਸਮਝੌਤਾ ਹੋ ਗਿਆ ਸਰਕਾਰ ਦੇ ਨਾਲ, ਜਾਟ ਅੰਦੋਲਨ ਦੀ ਕਰ ਰਹੇ ਜਾਟ ਅੰਦੋਲਨ ਦੀ ਕਰ ਰਹੇ ਜਦੋਂ ਘੋਸ਼ਣਾ ਹੋ ਜਾਂਦੀ ਹੈ ਰਾਤ ਨੂੰ ਕਿ ਜੀ ਸਮਝੌਤਾ ਹੋ ਗਿਆ ਸਰਕਾਰ ਤੇ ਪ੍ਰੋਟੈਸਟਰਸ ਦੇ ਵਿੱਚ, ਉਸ ਤੋਂ ਅਗਲੇ ਦਿਨ ਸੋਨੀਪਤ ਤੋਂ ਪਹਿਲਾਂ ਇੱਕ ਲੜਸੋਲੀ ਪਿੰਡ ਆਂਦਾ ਸੜਕ ਦੇ ਉੱਤੇ, ਉੱਥੇ ਪ੍ਰੋਟੈਸਟ ਹੋ ਰਹੇ ਕਿਉਂਕਿ ਕੁਝ ਲੋਕਾਂ ਨੂੰ ਸੀ ਸਮਝੌਤਾ ਠੀਕ ਨਹੀਂ ਹੋਇਆ, ਹਲੇ ਹੋਇਆ ਨਹੀਂ ਹੋਇਆ, ਕਨਫਿਊਜ਼ਨ ਸੀ। ਉੱਥੇ ਪ੍ਰੋਟੈਸਟਰਸ ਹੁੰਦੇ ਨੇ ਤੇ ਕਿਹਾ ਜਾਂਦਾ ਕਿ ਉੱਥੇ ਉਹਨਾਂ ਨੇ ਇੱਕ ਪੁਲਿਸ ਦੀ ਗੱਡੀ ਫੂਕਤੀ। ਉਸ ਤੋਂ ਬਾਅਦ ਉੱਥੇ ਉਸ ਪਿੰਡ ਦੇ 6 ਜਾਂ 7 ਕਿੰਨੇ ਬੰਦੇ ਮਾਰੇ ਗਏ। ਉਹ ਬੰਦੇ ਭੱਜਦੇ ਹੋਏ ਉਸ ਏਰੀਏ ਦੇ ਲੋਕ, ਜਦੋਂ ਪੁਲਿਸ ਨੇ ਉਹਨਾਂ ਨੂੰ ਚਿਤਰਾਤਾ, ਉਹਨਾਂ ਨੂੰ ਭਜਾਤਾ, ਹਟਾਤਾ, ਉਦੋਂ ਭੱਜਦੇ ਲੋਕਾਂ ਨੂੰ ਖੇਤਾਂ ਜਾਏ ਗੋਲੀਆਂ ਲੱਗੀਆਂ ਨੇ। ਹੁਣ ਪੁਲਿਸ ਕਿਹੜੇ ਕੰਮ ਕਰ ਰਹੀ ਹੈ, ਕੀ ਨਹੀਂ ਕਰ ਰਹੀ? ਪੁਲਿਸ ਪ੍ਰੋਟੈਕਟ ਕਰਦੀ ਹੈ ਕਾਨੂੰਨਨ ਸੰਵਿਧਾਨਿਕ ਰੂਪ ਨਾਲ। ਮੈਨੂੰ ਲੱਗਦਾ ਇਹ ਵੀ ਚਰਚਾ ਹੀ ਨਹੀਂ ਸਥਾਪਿਤ ਹੈ ਕਿ ਉਹਨੇ ਲਾਅ ਐਂਡ ਆਰਡਰ ਨੂੰ ਸਥਾਪਿਤ ਕਰਨਾ ਹੈ। ਹੁਣ ਜੇ ਲਾਅ ਐਂਡ ਆਰਡਰ ਨੂੰ ਕਰ ਰਹੀ ਸੀ ਤੇ ਦੁਕਾਨਾਂ ਜਦੋਂ ਫੁੱਕੀ ਜਾ ਰਹੀਆਂ ਸੀ ਉਦੋਂ ਪੁਲਿਸ ਕਿੱਥੇ ਸੀ? ਤੇ ਜਦੋਂ ਲੋਕ ਉੱਥੋਂ ਸੜਕ ਤੋਂ ਭੱਜਣਾ ਸ਼ੁਰੂ ਕਰ ਦਿੰਦੇ ਨੇ, ਪਿੱਛੇ ਨੂੰ ਹਟ ਕੇ ਪਿੱਛੇ ਨੂੰ ਭੱਜ ਰਹੇ ਨੇ, ਪਿੱਠ 'ਚ ਉਹਨਾਂ ਦੀ ਗੋਲੀ ਲੱਗਦੀ ਹੈ, ਫਿਰ ਉਹ ਕੀ ਹੈ? ਇਸ ਕਰਕੇ ਪੁਲਿਸ ਨੂੰ ਜਿਹੜੀ ਟ੍ਰੇਨਿੰਗ ਹੈ, ਪੁਲਿਸ ਦੇ ਵਾਸਤੇ ਜਿਹੜੇ ਲਾਅ ਨੇ, ਉਹ ਕਿਹੜੇ ਮੌਕੇ ਤੇ ਕਿਸ ਰੂਪ 'ਚ ਉਤਰਦੇ ਨੇ ਤੇ ਉਹਦੇ ਬਾਰੇ ਬਹਿਸ ਕਿਵੇਂ ਹੁੰਦੀ ਹੈ? ਜਿਹੜੇ ਅਸੀਂ ਲੋਕ ਸਵਾਲ ਕਰਦੇ ਹਾਂ, ਮੈਂ ਹੁਣ ਇੱਕ ਦੂਜਾ ਉਦਾਹਰਣ ਦੇਣਾ ਚਾਹੁੰਦਾ ਤੁਹਾਨੂੰ, ਬਿਲਕੁਲ ਮੈਂ ਛੋਟੇ ਚ ਕਹਾਂਗਾ। 2017 ਦੇ ਵਿੱਚ ਡੇਰਾ ਸੱਚਾ ਸੌਦਾ ਦਾ ਜਿਹੜਾ ਪ੍ਰਮੁੱਖ ਹੈ, ਜਿਹਨੂੰ ਹੱਤਿਆ ਦੇ ਕੇਸ ਦੇ ਸਜ਼ਾ ਹੋਈ, ਤੇ ਪੰਚਕੂਲੇ ਦੇ ਵਿੱਚ ਲੋਕ ਇਕੱਠੇ ਹੋਏ, ਉਸੇ ਸਟੇਟ ਨੇ ਇਕੱਠੇ ਹੋਣ ਦਿੱਤੇ, ਮੁੜ ਕੇ ਉਸ ਤੋਂ ਬਾਅਦ ਪੁਲਿਸ ਨੇ ਗੋਲੀਆਂ ਚਲਾਈਆਂ ਤੇ ਸਿੱਧੀਆਂ ਛਾਤੀ 'ਤੇ ਗੋਲੀਆਂ ਲੱਗੀਆਂ। ਬੰਦੇ ਕੋਲ ਲਾਠੀ ਵੀ ਨਹੀਂ ਸੀ, ਉੱਥੇ ਗੋਲੀਆਂ ਲੱਗੀਆਂ। ਸਿਟੀ ਦੇ ਅਸ਼ਰਫੀਆ ਦੇ ਘਰਾਂ ਦੇ ਬਾਹਰ ਲੋਕਾਂ ਦੀਆਂ ਲਾਸ਼ਾਂ ਵਿਛੀਆਂ ਤੇ ਅਫਸੋਸ ਸਮਾਜ ਦੇ ਵਿੱਚ ਦਿਖਾਈ ਨਹੀਂ ਸੀ ਦੇ ਰਿਹਾ ਉਸ ਵੇਲੇ। ਮੈਂ ਸਮਾਜ ਦੇ ਵਿੱਚ ਤਾਂ ਬਾਕੀ ਥਾਂ ਤੇ ਵੀ ਬਹੁਤ ਸਾਰੀ ਥਾਂ ਨਹੀਂ ਦਿਸਦਾ। ਜਿਹੜੇ ਬੰਦੇ ਪੁਲਿਸ ਦੀ ਇਸ ਤਰ੍ਹਾਂ ਦੀ ਐਟਰੋਸਿਟੀਜ਼ ਦੇ ਸਵਾਲ ਕਰਦੇ ਨੇ, ਉਹ ਵੀ ਸਮਰਥਨ ਕਰ ਰਹੇ ਸੀ ਸਟੇਟ ਦੀ ਇਸ ਗੱਲ ਦਾ, ਕਿਉਂਕਿ ਅਸੀਂ ਉਹ ਡੇਰੇ ਸੱਚੇ ਸੌਦੇ ਦੇ, ਬਾਕੀ ਉਹਦੇ ਬਾਬੇ ਦੇ, ਬਾਕੀ ਕੁਕਰਮਾਂ ਦੇ ਖਿਲਾਫ ਹੈਗੇ ਆ। ਇਸ ਕਰਕੇ ਸਾਡੇ ਬਹੁਤ ਸਾਰੇ ਸਾਥੀ ਇਹ ਕਰ ਰਹੇ ਸੀ। ਇਸ ਕਰਕੇ ਜਿਹੜੀ ਗੰਭੀਰ ਚਰਚਾ ਦੀ ਗੱਲ ਹੈ, ਉਹ ਗੰਭੀਰ ਚਰਚਾ ਸਬਜੈਕਟਿਵ ਹੋ ਕੇ ਨਹੀਂ, ਆਬਜੈਕਟਿਵਿਟੀ ਨਾਲ ਜਦੋਂ ਅਸੀਂ ਗੱਲ ਕਰਾਂਗੇ ਫਿਰ ਜਾ ਕੇ ਗੱਲ ਤਾਂ ਪੁਲਿਸ ਦਾ ਵੀ ਫਾਇਦਾ, ਕਿਉਂਕਿ ਲੋਕ ਫਿਰ ਇਹ ਸਵਾਲ ਪੁੱਛਣਗੇ ਕਿ ਤੁਸੀਂ ਮੇਰੇ ਪੁਲਿਸ ਵਾਲੇ ਨੂੰ ਕਿੰਨੇ ਘੰਟੇ ਨੌਕਰੀ ਉਹਦੇ ਤੋਂ ਕਰਵਾਉਂਦੇ ਹੋ ਜੀ, ਉਹਨੂੰ ਛੁੱਟੀਆਂ ਕਿੰਨੀਆਂ ਦਿੰਦੇ ਹੋ, ਉਹਦੀ ਵੈਕੇਸ਼ਨ ਦੀ ਤੁਸੀਂ ਕੀ ਪ੍ਰਬੰਧ ਕੀਤਾ ਹੈ, ਉਹਦੇ ਬੱਚਿਆਂ ਦੀ ਬਿਹਤਰ ਪੜ੍ਹਾਈ ਲਈ ਕਿਹੜੇ ਸਕੂਲ ਨੇ ਉਹਨਾਂ ਨੂੰ ਕਿੰਨਾ ਪੈਸਾ ਦਿੱਤਾ ਜਾ ਰਿਹਾ ਹੈ। ਮੈਂ ਇੱਕ ਗੱਲ ਹੋਰ ਜੋੜ ਰਿਹਾ ਸੀ, ਜਿਹੜੇ ਜੀਰੇ ਵਾਲੀ ਗੱਲ ਸੀ। ਜਦੋਂ ਕੋਰਟ ਨੇ ਕੱਲ ਕਿਹਾ, ਕੋਰਟ ਦੇ ਸਟੇਟ ਨੇ ਕਿਹਾ ਸੀ 4 ਕਮੇਟੀਆਂ ਬਣਾਤੀਆਂ, ਪ੍ਰੋਟੈਸਟਰਸ ਨੇ ਇਹ ਨਹੀਂ ਕਿਹਾ, ਉੱਥੇ ਉਹਨਾਂ ਦੇ ਵਕੀਲ ਜਿਹੜੇ ਪੇਸ਼ ਹੋ ਰਹੇ ਸੀ, ਕਿ ਅਸੀਂ ਕੋਈ ਕਮੇਟੀ ਨਹੀਂ ਮੰਨਦੇ, ਇੱਥੇ ਫੈਕਟਰੀ ਬੰਦ ਕਰਾਓ। ਉਹਨਾਂ ਨੇ ਕਿਹਾ ਕਮੇਟੀ ਦੀ ਰਿਪੋਰਟ ਆਵੇ, ਇਹ ਗੱਲ ਹੋਏਗੀ ਤੇ ਅਸੀਂ ਆਪਣਾ ਮਸਲਾ ਰਿਜ਼ੋਲਵ ਕਰਾਉਣਾ ਚਾਹ ਰਹੇ ਹੋ, ਕਿਉਂ ਕਹੇਗਾ? ਇੱਥੇ ਪਤਾ ਲੱਗਦਾ ਹੈ ਕਿ ਪ੍ਰੋਟੈਸਟਰ ਨੂੰ ਸਟੇਟ ਕਿਵੇਂ ਉਹਨਾਂ ਦਾ ਚਿੱਤਰ ਖਿੱਚ ਦਿੰਦੀ ਹੈ, ਉਹਦੀ ਛਵੀ ਕੀ ਬਣਾਉਂਦੀ ਹੈ ਤੇ ਅਸਲ 'ਚ ਗੱਲ ਕੀ ਹੁੰਦੀ ਹੈ। ਇਸ ਬਾਰੀਕੀ ਨਾਲ ਜੇ ਅੰਡਰਲਾਈਨ ਕਰਕੇ ਨਾ ਪੜਾਂਗੇ ਆਪਾਂ, ਤੇ ਫਿਰ ਪੁਲਿਸ ਤੇ ਸਟੇਟ ਇੱਕ ਤਰ੍ਹਾਂ ਦਾ ਵਿਮਰਸ਼ ਬਣਾਏਗੀ, ਲੋਕਾਂ ਨੂੰ ਉਹਦੇ 'ਚ ਖਿੱਚ ਲਏਗੀ। ਬਿਲਕੁਲ। ਔਰ ਉਹਦੇ 'ਚ ਬਹੁਤ ਸਾਰੇ ਲੋਕ ਵੀ ਸ਼ਾਮਿਲ ਹੋਣਗੇ। ਵੀ ਇਹਨਾਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਕਿ ਇਹ ਰਿਵਾਜ ਬਣ ਗਿਆ ਕਿ ਹਰ ਕੋਈ ਆ ਕੇ ਸੜਕ ਤੇ ਧਰਨੇ ਲਾ ਦਿੰਦਾ ਹੈ, ਜਾਂ ਕੋਈ ਪ੍ਰਧਾਨ ਸੇਵਕ ਨੇ ਸਾਡੇ ਜਿਹੜੇ ਕਹਿ ਦਿੰਦੇ ਨੇ ਕਿ ਕੱਪੜੋਂ ਸੇ ਪਹਿਚਾਨੇ ਜਾਤੇ ਹੈ। ਫਿਰ ਆਪਾਂ ਹੁਣ ਮੈਂ ਇੱਕ ਗੱਲ ਤੁਹਾਨੂੰ ਇੱਕ ਕੰਟਰੋਵਰਸ਼ੀਅਲ ਗੱਲ ਕਹਿਣਾ ਚਾਹਨਾ, ਬਿਲਕੁਲ ਪ੍ਰੋਗਰਾਮ ਬਿਲਕੁਲ ਖਤਮ ਹੋ ਗਿਆ। ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਕੰਪਨਸੇਸ਼ਨ ਦਿਓ। ਇਹਦੀ ਮੈਂ ਇੱਕ ਇੰਟਰਪ੍ਰੀਟੇਸ਼ਨ ਇਹ ਕਰਨਾ ਚਾਹਨਾ, ਜਾਂ ਮੈਂ ਇੱਕ ਸਵਾਲ ਰੱਖਣਾ ਚਾਹਨਾ ਕਿ ਇਹਨੂੰ ਐ ਨਾ ਵੇਖਿਆ ਜਾਵੇ, ਜਾਂ ਕਿਉਂ ਨਾ ਵੇਖਿਆ ਜਾਵੇ ਕਿ ਸਟੇਟ ਨੇ ਜਿਹੜੇ 6 ਮਹੀਨੇ ਦੇ ਵਿੱਚ ਆਪਦੀ ਭੂਮਿਕਾ ਦਾ ਨਿਰਵਾਹ ਨਹੀਂ ਕੀਤਾ, ਇਸ ਕਰਕੇ ਉਹਨੂੰ ਉਹ ਪੈਣਾ ਚਾਹੀਦਾ ਕੰਪਨਸੇਸ਼ਨ। ਕਿਸਾਨਾਂ ਨੂੰ ਬੈਠਣਾ ਪਿਆ, ਸਾਰਾ ਕੰਪਨਸੇਸ਼ਨ ਸਾਰੀ ਕਾਉਂਸਲ ਆਫ ਮਿਨਿਸਟਰਸ ਦੇ, ਮੈਂ ਉਹੀ ਕਹਿ ਰਿਹਾ, ਫੈਕਟਰੀ ਦੇ ਨਾਲ ਕਿਸਾਨਾਂ ਨੂੰ ਵੀ ਦਿਓ। ਸਟੇਟ ਦੀ ਜਿਹੜੀ ਓਮਿਸ਼ਨ ਹੈ, ਸਟੇਟ ਨੇ ਜਿਹੜਾ ਆਪਦਾ ਰੋਲ ਪਲੇ ਨਹੀਂ ਕੀਤਾ, ਉਹਨੂੰ ਵੀ ਨਿਰਧਾਰਿਤ ਕਰਨ ਦਾ ਇੱਕ ਹਿੱਸਾ ਬਣਾਇਆ। ਮੇਰੇ ਹੱਥ 'ਚ ਡਾਕਟਰ BR ਅੰਬੇਦਕਰ ਹੋਰਾਂ ਦੀ 25 ਨਵੰਬਰ 1949 ਦੀ ਸਪੀਚ ਹੈ। ਇਹ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਉਹਨਾਂ ਦਾ ਆਖਰੀ ਭਾਸ਼ਣ ਹੈ। ਉਹਨਾਂ ਨੇ ਕਿਹਾ, ਅੰਗਰੇਜ਼ੀ ਦੇ ਵਿੱਚ ਉਹਨਾਂ ਦਾ ਸੈਂਟੈਂਸ ਹੈ, ਉਹ ਕਹਿੰਦੇ ਡੋਂਟ ਲੇ ਯੋਰ ਲਿਬਰਟੀਜ਼ ਐਟ ਦਾ ਫੀਟ ਆਫ ਈਵਨ ਅ ਗ੍ਰੇਟ ਮੈਨ। ਕੋਈ ਕਿੰਨਾ ਵੀ ਮਹਾਨ ਮਨੁੱਖ ਤੁਹਾਨੂੰ ਆਪਣੇ ਸਾਹਮਣੇ ਦਿਖਾਈ ਦੇ ਜਵੇ, ਮਤਲਬ ਚਾਹੇ ਉਹ ਪੰਥ ਦਾ ਰਾਖਾ ਹੋਵੇ, ਚਾਹੇ ਉਹ ਭਗਤ ਸਿੰਘ ਸਟਾਈਲ ਪੱਗ ਬੰਨ੍ਹ ਕੇ ਆ ਜਾਵੇ, ਜਾਂ ਪ੍ਰਧਾਨ ਸੇਵਕ ਬਣ ਜਾਵੇ, ਗੁਫਾ 'ਚ ਬੈਠ ਕੇ ਭਗਤੀ ਕਰੇ, ਉਹਦੇ ਚਰਨਾਂ ਦੇ ਵਿੱਚ ਤੁਸੀਂ ਆਪਣੀਆਂ ਆਜ਼ਾਦੀਆਂ ਨਹੀਂ ਰੱਖ ਸਕਦੇ। ਤੇ ਕੋਈ ਕਿੰਨਾ ਵੀ ਵੱਡਾ ਹੋ ਜਾਵੇ, ਡੋਂਟ ਟਰਸਟ ਐਨੀਵਨ ਵਿਦ ਪਾਵਰ ਵਿਚ ਇਨੇਬਲਸ ਹਿਮ ਟੂ ਸਬਵਰਟ ਦਾ ਇੰਸਟੀਟਿਊਸ਼ਨਸ। ਜਿਹੜੇ ਅਦਾਰਿਆਂ ਦਾ ਘਾਣ ਕਰ ਰਹੇ ਹੋਣ, ਉਹਨਾਂ ਦੇ ਹੱਥੀਂ ਕਦੀ ਤਾਕਤ ਨਾ ਫੜਾਓ। ਇਸ ਕਿਸਮ ਦੀ ਭਗਤੀ ਤੋਂ ਬਚੋ। ਜਦੋਂ ਇਹ ਬਚੋਗੇ ਤਾਂ ਫਿਰ ਤੁਸੀਂ ਉਹ ਸਾਰੇ ਸਵਾਲ ਪੁੱਛੋਗੇ ਜਿਹੜੇ ਆਵਾਜ਼ਾਰ ਕਰ ਦੇਣਗੇ ਉਹਨਾਂ ਸੁਰਖੀਆਂ ਨੂੰ ਪੜ੍ਹ ਕੇ, ਜਿੱਥੇ ਲਿਖਿਆ ਹੋਏਗਾ ਕਿਸਾਨਾਂ ਦੇ ਉੱਤੇ ਹੋਇਆ ਇੱਕ ਵਾਰੀ ਫਿਰ ਲਾਠੀ ਚਾਰਜ, ਜਾਂ ਪੁਲਿਸ ਨੇ ਕੁੱਟ-ਕੁੱਟ ਕੇ ਭਜਾਈਆਂ ਆਂਗਨਵਾੜੀ ਵਰਕਰਾਂ। ਇਹਨਾਂ ਸੁਰਖੀਆਂ ਦੇ ਨਾਲ ਬਹੁਤ ਸਾਰੇ ਚੁੱਲ੍ਹਿਆਂ 'ਚ ਅੱਗ ਜਲਣੀ ਬੰਦ ਹੋ ਜਾਣੀ ਚਾਹੀਦੀ ਹੈ, ਘਰਾਂ ਦੇ ਵਿੱਚ ਤੁਹਾਡੀ ਨੀਂਦ ਹਰਾਮ ਹੋਣੀ ਚਾਹੀਦੀ ਹੈ, ਤੇ TV ਦੇ ਐਂਕਰਾਂ ਨੂੰ 100 ਲਾਹਨਤਾਂ ਪੈਣੀਆਂ ਚਾਹੀਦੀਆਂ ਨੇ ਕਿ ਇਹਦੇ ਬਾਰੇ ਸਮਾਜ ਦੇ ਵਿੱਚ ਗੱਲਬਾਤ ਕਿੰਨੀ ਘੱਟ ਹੋ ਰਹੀ ਹੈ ਤੇ ਸਾਡਾ ਕਿਹੋ ਜਿਹਾ ਚਿਹਰਾ ਪੇਸ਼ ਹੋ ਰਿਹਾ ਹੈ।
ਅੱਜ ਲਈ ਇੰਨਾ ਹੀ। ਧੰਨਵਾਦ ਤੇ ਰੱਬ ਰੱਖੋ।